मैं ये गल उत्थे शुरू करूंगा जिथे ਆਪਾਂ पहला वाला एक टॉपिक जो कर चुके हैं तो कि जिससे ਆਪਾਂ सिर्फ कोएफिशिएंट ऑफ फ्रिक्शन एंगल ऑफ फ्रिक्शन एंगल ऑफ रिपोज और एंगल ऑफ स्लाइडिंग ਦੇ ਬਾਰੇ ਗੱਲ ਕੀਤੀ ਸੀ। ਹੁਣ ਪਿਊਸ਼ ਨੇ ਕੀ ਕੀਤਾ ਸੀ, ਪਿਊਸ਼ ਨੇ ਇੱਕ ਕੁਐਸਚਨ ਬਹੁਤ ਲੰਬਾ ਸਾਰਾ ਆਪਣਾ ਇੱਕ ਥਾਟ ਐਕਸਪੈਰੀਮੈਂਟ, ਇਹਨੂੰ ਥਾਟ ਐਕਸਪੈਰੀਮੈਂਟ ਕਹਿੰਦੇ ਆ, ਮੰਨ ਲਓ ਆਪਾਂ ਐ ਕਰ ਲਈਏ, ਮੰਨ ਲਓ ਐ ਹੋ ਜਵੇ ਤੇ ਇਦਾਂ ਹੁੰਦਾ ਜਾਵੇ, ਉਹ ਸਾਰਾ ਕੁਝ ਥਾਟ ਐਕਸਪੈਰੀਮੈਂਟ ਕਹਿੰਦੇ ਆ। ਇਹਨੇ ਇੱਕ ਥਾਟ ਐਕਸਪੈਰੀਮੈਂਟ ਦੇ ਫਾਰਮ 'ਚ ਕੋਈ ਸਵਾਲ ਪੁੱਛਿਆ ਸੀ, ਉਹ ਮੈਂ ਇੱਕ ਵਾਰ ਤਾਂ ਪੜ੍ਹਿਆ ਸੀ, ਉਸ ਤੋਂ ਬਾਅਦ ਫਿਰ ਮੈਂ ਭੁੱਲ ਗਿਆ ਤੇ ਕੀ ਸੀਗਾ, ਤੇ ਇੱਕ ਵਾਰ ਮੈਂ ਚਾਹੁੰਦਾ ਕਿ ਉਹ ਪਿਊਸ਼ ਤੂੰ ਚੰਗੀ ਤਰ੍ਹਾਂ ਇੱਕ ਵਾਰ ਦੁਬਾਰਾ ਇੱਥੇ ਸਭ ਦੇ ਸਾਹਮਣੇ ਪੁੱਛ ਲਾ ਤਾਂ ਕਿ ਮੈਂ ਫਿਰ ਉਹਨੂੰ ਇੱਥੇ ਐਕਸਪਲੇਨ ਕਰ ਸਕਾਂ, ਤਾਂ ਕਿ ਉਹ ਗੱਲ ਤੇਰੇ ਡਾਊਟ 'ਚ ਰਹਿਣਾ ਨਹੀਂ ਚਾਹੀਦਾ ਦਿਮਾਗ 'ਚ ਕਿ ਵੀ ਉਹ ਇਸ ਤਰ੍ਹਾਂ ਹੁੰਦਾ ਤਾਂ ਇਸ ਤਰ੍ਹਾਂ ਹੁੰਦਾ ਤਾਂ ਜਾਂ ਜੋ ਵੀ ਸੀ, ਇੱਕ ਵਾਰ ਪੁੱਛ ਲੈ ਮੈਨੂੰ ਵੈਸੇ ਹੀ ਹੁਣੀ ਕਾਫੀ। ਹਾਂਜੀ ਸਰ। ਹਾਂਜੀ ਸਰ, ਉਹ ਮੇਰਾ ਸਰ ਡਾਊਟ ਇਦਾਂ ਸੀ ਸਰ, ਜਦ ਕੋਈ ਵੀ ਬੋਡੀ ਸਰ ਇਨਕਲਾਈਨਡ ਪਲੇਨ ਤੇ ਹੋਵੇ ਤਾਂ ਸਰ ਜੋ ਉਹਦਾ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਹੈ ਇਨਕਲਾਈਨਡ ਪਲੇਨ ਤੇ ਮੰਨ ਲਓ ਸਰ, ਉਹ ਮਤਲਬ ਹਾਂਜੀ ਸਰ, ਮੈਂ ਨਾਲ ਨਾਲ ਬਣਾ ਹਾਂਜੀ ਸਰ, ਇਦਾਂ ਮਤਲਬ ਕੋਈ ਵੀ ਬੋਡੀ ਪਈ ਹੋਵੇ ਨਾਲ ਨਾਲ ਬੋਲੀ ਜਾ, ਮੈਂ ਉਹ ਨਾਲ ਨਾਲ ਕਰ ਦਿੰਦਾ। ਤੇ ਆ ਮੰਨ ਲਾ ਇਨਕਲਾਈਨਡ ਪਲੇਨ ਹੈਗਾ ਆ, ਠੀਕ ਹੈ ਸਵਾਲ, ਤੇ ਇਸ ਤਰ੍ਹਾਂ ਕੋਈ ਵੀ ਇਨਕਲਾਈਨਡ ਪਲੇਨ ਹੈ ਕਿਸੇ ਵੀ ਐਂਗਲ ਥੀਟਾ ਦੇ ਉੱਪਰ, ਠੀਕ ਆ। ਹੁਣ ਦੱਸ। ਹਾਂਜੀ ਸਰ। ਸਰ ਇੱਥੇ ਮਤਲਬ ਸਰ ਜੋ ਐਂਗਲ ਹੈ ਸਰ ਉਹ ਕੋਈ ਨਾ ਕੋਈ ਤਾਂ ਹੋਊਗਾ, ਇਹਦਾ ਮਤਲਬ ਸਰ ਜੋ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਹੈ ਹਾਂਜੀ ਉਹਦੀ ਵੀ ਸਰ ਕੋਈ ਨਾ ਕੋਈ ਵੈਲਿਊ ਤਾਂ ਹੋਊਗੀ ਆਬਵੀਅਸਲੀ। ਹਾਂਜੀ ਸਰ। ਸਰ ਮਤਲਬ ਜੋ ਟੋਟਲ ਲਿਮਿਟ ਹੈ ਸਰ, मतलब कि सर जो टोटल लिमिटिंग फ्रिक्शन होगी सर वो मतलब कुछ ना कुछ तो होगी सर, मोर देन 1 न्यूटन या 10 न्यूटन तो होगी लिमिटिंग वैल्यू। ਹਾਂਜੀ ਸਰ। ਸਰ ਹੁਣ ਆਪਾਂ ਕੀ ਕੀਤਾ ਕਿ ਆਪਾਂ ਜੋ ਹੈ ਥੀਟਾ ਹੈ ਸਰ ਇਹਨੂੰ ਉਨਾ ਛੋਟਾ ਕਰਤਾ, ਮਤਲਬ ਵੀ ਟੈਂਡਸ ਟੂ 0 ਹੋ ਗਿਆ, ਮਤਲਬ 0 ਵੀ ਨਹੀਂ ਹੋਇਆ ਪਰ ਟੈਂਡਸ ਟੂ 0 ਹੋ ਗਿਆ। ਅੱਛਾ, ਮਤਲਬ ਕਿ ਆ ਜਿਹੜਾ ਥੀਟਾ ਹੈ ਤੇਰਾ ਆ ਹੁਣ ਕੱਟਦਾ ਕਾਫੀ ਕੱਟਦਾ ਲਗਭਗ 0 ਇੰਨਾ ਕੁ ਹੋ ਗਿਆ ਹਨਾ, ਐ ਮੰਨ ਲਓ। ਹਾਂਜੀ ਠੀਕ ਹੈ। ਹੁਣ ਹਾਂਜੀ ਹੁਣ ਸਰ ਫਿਰ ਮਤਲਬ ਜੋ ਉਰੇ ਟੈਨ ਥੀਟਾ ਮਤਲਬ ਜਿਹੜੀ ਵੈਲਿਊ ਦੱਸਦਾ ਹੁੰਦਾ ਸਰ ਉਹ ਵੀ 0 ਦੇ ਮਤਲਬ 0 ਨੂੰ ਟੈਂਡ ਕਰੂਗਾ। ਹਾਂਜੀ, ਟੈਨ ਥੀਟਾ ਵੀ 0 ਹੋ ਜਾਊਗਾ ਬਿਲਕੁਲ। ਫਿਰ ਸਰ ਜੋ ਟੋਟਲ ਲਿਮਿਟਿੰਗ ਫ੍ਰਿਕਸ਼ਨ ਹੋਊਗੀ ਉਹ ਵੀ 0 ਨੂੰ ਟੈਂਡ ਕਰੂਗੀ। ਕਿਉਂ ਕਰੂਗੀ ਲਿਮਿਟਿੰਗ ਫ੍ਰਿਕਸ਼ਨ 0 ਨੂੰ ਟੈਂਡ? ਤੇਰਾ ਸਵਾਲ ਕਿਉਂਕਿ ਸਰ ਜੋ ਥੀਟਾ ਮਤਲਬ ਉਹ ਵੈਲਿਊ ਦੀ, ਤੇਰਾ ਸਵਾਲ ਮੈਨੂੰ ਉਦੋਂ ਵੀ ਸਮਝ ਆ ਗਿਆ ਸੀ, ਮੈਂ ਇੱਥੇ ਤੇਰੇ ਤੋਂ ਐਕਸਪਲੇਨ ਇਸ ਲਈ ਕਰਵਾ ਰਿਹਾ ਸਵਾਲ ਤੇਰਾ ਤਾਂ ਕਿ ਬਾਕੀ ਬੱਚਿਆਂ ਨੂੰ ਪਤਾ ਲੱਗ ਜਾਵੇ ਤੇ ਸਾਰਿਆਂ ਨੂੰ ਪਤਾ ਲੱਗ ਜਾਵੇ ਕੁਐਸਚਨ ਕੀ ਆ, ਤੇ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਜੋ ਤੂੰ ਸੋਚ ਰਿਹਾ ਉਹਦੇ 'ਚ ਤੂੰ ਕਿੱਥੇ ਗਲਤੀ ਕਰ ਰਿਹਾ। ਤੂੰ ਪਤਾ ਕਿੱਥੇ ਗਲਤੀ ਕਰ ਰਿਹਾ? ਬਹੁਤ ਵੱਡੀ ਗਲਤੀ ਹੈ ਇਹ ਸੋਚਣ ਦੇ ਪ੍ਰੋਸੈਸ 'ਚ ਤੇਰੇ, ਉਹਦੇ ਕਰਕੇ ਇਹ ਸਵਾਲ ਹੈ। ਪਰ ਬਹੁਤ ਚੰਗੀ ਗੱਲ ਆ, ਇਹਦੇ ਨਾਲ ਇੱਕ ਬਹੁਤ ਵੱਡੀ ਕਲੈਰਿਟੀ ਵੀ ਹੋਣ ਜਾ ਰਹੀ ਹੈ, ਤੈਨੂੰ ਹੀ ਨਹੀਂ ਸਾਰਿਆਂ ਨੂੰ, ਕਿ ਜਿਹੜਾ ਆ ਥੀਟਾ ਆ ਨਾ ਐਂਗਲ ਆਫ ਇਨਕਲੀਨੇਸ਼ਨ ਆ, ਜਿਹੜਾ ਕਿ ਤੂੰ ਕਹਿ ਰਿਹਾ ਸੀ ਕੋਈ ਵੀ ਹੋਏਗਾ ਹਨਾ, ਕੋਈ ਵੀ, ਮੈਂ ਤੇ ਲਿਖ ਦਿੰਦਾ ਕੋਈ ਵੀ ਥੀਟਾ ਹੈ ਨਾ, ਤੇ ਇਸ ਦੇ ਟੈਨ ਜਿਹੜਾ ਆ ਤੂੰ ਕਹਿ ਰਿਹਾ ਉਹ ਹੈਗਾ ਮਿਊ ਹਨਾ ਸਰ। ਇਹ ਹੁੰਦਾ ਹੀ ਨਹੀਂ, ਕਿਹਨੇ ਕਿਹਾ ਤੈਨੂੰ ਕੋਈ ਵੀ ਥੀਟਾ ਦੇ ਲਈ ਟੈਨ ਹੁੰਦਾ ਹੀ ਨਹੀਂ ਹੈ ਉਹ ਮਿਊ। ਇਟ ਇਜ਼ ਨਾਟ ਦਾ ਕੇਸ। ਮੈਂ ਕਦੀ ਵੀ ਨਹੀਂ ਕਿਹਾ ਵੀ ਜਿਹੜਾ ਵੀ ਐਂਗਲ ਆਫ ਇਨਕਲੀਨੇਸ਼ਨ ਹੋਏਗਾ ਥੀਟਾ ਤੇ ਉਹਦਾ ਤੁਸੀਂ ਟੈਨ ਕਰ ਲਓ ਤਾਂ ਫਿਰ ਤੁਹਾਨੂੰ ਮਿਊ ਮਿਲ ਜਾਏਗਾ, ਕਦੀ ਵੀ ਨਹੀਂ ਕਿਹਾ। ਮੈਂ ਕੀ ਕਿਹਾ ਹੁਣ ਮੇਰੀ ਗੱਲ ਧਿਆਨ ਨਾਲ ਸੁਣ। ਮੈਂ ਇਹ ਕਿਹਾ ਸੀ ਕਿ ਜਿਹੜਾ ਐਂਗਲ ਆਫ ਰਿਪੋਜ਼ ਹੋਏਗਾ, ਇਸ ਅਗਰ ਤੁਸੀਂ ਇਨਕਲੀਨੇਸ਼ਨ ਦੇ ਕੇਸ 'ਚ ਗੱਲ ਕਰਨੀ ਹੈ, ਕਿਤੇ ਸਮਝਣਾ ਹੈ, ਉਹ ਸਪੈਸ਼ਲ ਐਂਗਲ ਹੋਏਗਾ ਅਲਫਾ, ਉਹ ਕੋਈ ਵੀ ਨਹੀਂ ਹੋਏਗਾ, ਉਹ ਕੋਈ ਸਪੈਸ਼ਲ ਐਂਗਲ ਹੋਏਗਾ, ਉਸਨੂੰ ਆਪਾਂ ਐਂਗਲ ਆਫ ਰਿਪੋਜ਼ ਬੋਲਾਂਗੇ। ਐਂਗਲ ਆਫ ਰਿਪੋਜ਼ ਸਾਰੇ ਐਂਗਲ ਨਹੀਂ ਹੁੰਦੇ। ਜੇ ਆ ਐਂਗਲ ਆਫ ਰਿਪੋਜ਼ ਹੈ ਤਾਂ ਇਹਦਾ ਮਤਲਬ ਪਤਾ ਕੀ ਹੈ? ਇਹਦਾ ਮਤਲਬ ਹੈ ਕਿ ਜਦੋਂ ਵੀ ਐਂਗਲ ਜਿਹੜਾ ਇਨਕਲੀਨੇਸ਼ਨ ਦਾ ਇਸ ਅਲਫਾ ਤੋਂ ਘੱਟ ਹੋਏਗਾ ਤਾਂ ਬੋਡੀ ਸਲਾਈਡ ਕਰੇਗੀ ਕਿ ਨਹੀਂ ਕਰੇਗੀ? ਨਹੀਂ ਕਰੇਗੀ। ਤੇ ਜਦੋਂ ਵੀ ਐਂਗਲ ਇਸ ਤੋਂ ਜਿਹੜਾ ਆ ਐਂਗਲ ਆਫ ਰਿਪੋਜ਼ ਆਪਣਾ ਹੈ ਇਸ ਤੋਂ ਜ਼ਿਆਦਾ ਹੋਏਗਾ ਤਾਂ ਬੋਡੀ ਉੱਥੇ ਰੁਕ ਹੀ ਨਹੀਂ ਪਾਏਗੀ, ਇਟ ਹੈਜ਼ ਟੂ ਕਮ ਡਾਊਨਵਰਡ। ਇੱਥੇ ਉਹ ਸਲਾਈਡ ਨਹੀਂ ਕਰੇਗੀ, ਮਤਲਬ ਰੁਕੀ ਰਹੇਗੀ, ਸਟੇਬਲ ਰਹੇਗੀ। ਇਹਨੂੰ ਥੋੜਾ ਜਿਹਾ ਮੈਟਰ ਲਿਖ ਦਿਓ, ਠੀਕ ਹੈ। ਇੱਥੇ ਸਟੇਬਲ ਰਹੇਗੀ, ਉੱਪਰ ਉਹ ਰੁਕੇ गिरेगी
ਤੇ ਆਹ ਵਾਲੇ ਐਂਗਲ ਤੇ ਕੀ ਹੁੰਦਾ ਹੈ, ਇਹ ਐਂਗਲ ਆਫ ਰਿਪੋਜ਼ ਇੱਕ ਖਾਸ ਐਂਗਲ ਹੁੰਦਾ ਹੈ। ਇਸ ਤੇ ਕੀ ਹੋਏਗਾ, ਇਟ ਵਿਲ, ਇਹ ਇਹਨਾਂ ਦੋਨਾਂ ਦੀ ਇੱਕ ਲਿਮਿਟਿੰਗ ਪੋਜੀਸ਼ਨ ਹੈ, ਸਮਝ ਲਓ ਕਿ ਜਿੱਥੇ ਬੋਡੀ ਜਸਟ ਟੈਂਡਿੰਗ, ਬਸ ਫਿਸਲਣ ਵਾਲੀ ਹੈ, ਬਸ ਜਸਟ ਫਿਸਲਣ ਵਾਲੀ ਹੈ ਉੱਥੋਂ, ਆ ਇੱਕ ਖਾਸ ਐਂਗਲ ਤੇ ਹੁੰਦਾ ਆ, ਨਾ ਕਿ ਕੋਈ ਵੀ ਐਂਗਲ ਤੇ ਜਿਸ ਐਂਗਲ ਤੇ ਜਾ ਕੇ ਬੋਡੀ ਫਿਸਲਣ ਵਾਲੀ ਹੁੰਦੀ ਹੈ, ਜਸਟ ਫਿਸਲਣ ਵਾਲੀ ਹੁੰਦੀ ਹੈ, ਉਸ ਐਂਗਲ ਦਾ ਟੈਂਜੈਂਟ ਕਰਨ ਤੇ ਤੈਨੂੰ ਮਿਲਦਾ ਆ ਮਿਊ, ਜਿਹੜਾ ਕਿ ਇਸ ਸਰਫੇਸ ਦੀ ਪ੍ਰੋਪਰਟੀ ਹੁੰਦੀ ਹੈ। ਇਹ ਦੋਨੋਂ ਸਰਫੇਸਿਸ ਦੀ ਆਪਸੀ ਪ੍ਰੋਪਰਟੀ ਹੁੰਦੀ ਹੈ, ਜਿਹਨੂੰ ਕਹਿੰਦੇ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ। ਹੁਣ ਤੂੰ ਐਂਗਲ ਨੂੰ ਵਧਾ ਦੇਗਾ, ਇੰਨਾ ਕਰ ਦੇਗਾ, ਤਾਂ ਉਹ ਐਂਗਲ ਆਫ ਰਿਪੋਜ਼ ਥੋੜੀ ਹੋਇਆ ਨਾ, ਇਹ ਐਂਗਲ ਆਫ ਰਿਪੋਜ਼ ਹੋਇਆ। ਤੇ ਉਹਨਾਂ ਦੇ ਟੈਨ ਲਗਾਏਗਾ ਤਾਂ ਤੈਨੂੰ ਮਿਊ ਥੋੜੀ ਮਿਲੂਗਾ, ਮਿਊ ਤਾਂ ਤੈਨੂੰ ਤਾਂ ਮਿਲੂਗਾ ਜੇ ਤੂੰ ਐਂਗਲ ਆਫ ਰਿਪੋਜ਼ ਦੇ ਉੱਪਰ ਟੈਨ ਲਗਾਏਗਾ। ਕਿਸੇ ਵੀ ਐਂਗਲ ਆਫ ਇਨਕਲਿਨੇਸ਼ਨ ਨੂੰ ਐਂਗਲ ਆਫ ਰਿਪੋਜ਼ ਥੋੜੀ ਕਹਿੰਦੇ ਆ। ਹਾਂਜੀ ਸਰ, ਕਲੀਅਰ ਹੈ ਗੱਲ ਕਿ ਨਹੀਂ ਚੰਗੀ ਤਰ੍ਹਾਂ? ਹਾਂਜੀ ਸਰ क्लियर हो गया। ਤੇ ਆਹੀ ਸਰਫੇਸ, ਹਾਂਜੀ शुभम पहले आप पूछ लो। सर मेरा क्वेश्चन मतलब अलग है, मेरा डाउट मतलब। हाँ हाँ बिल्कुल अलग अलग आने दो, बढ़िया। सर वो सर थ्योरी से रिलेटेड है सर। कल जो नोट्स भेजे थे सर उसमें था कि रोलिंग फ्रिक्शन सर इज लेस देन स्लाइडिंग फ्रिक्शन। सर ये समझ नहीं आया सर, क्यों, मतलब कैसे इसका रीजन? अच्छा, वो आपने बुक में से पढ़ा? ये सर पढ़ा तो था। आपका एक तो क्वेश्चन है, मैंने ये सुना था उसमें था कि आप रोलिंग स्लिपिंग, है ना, उसका क्या मतलब होगा, है ना सर? मेरा सी जीता भी सी, अच्छा ठीक है, इस बारे शायद वो क्वेश्चन पढ़ा सी मैं सर। किसी का कि यार रोलिंग है, अगर रोलिंग हो रही है मतलब देखो ना, कोई बॉडी रोल किवें करती है, मैं जस्ट ਤੁਹਾਨੂੰ ਬਸ ਬੇਸਿਕ ਜਿਹਾ ਇੱਕ ਆਈਡੀਆ ਦੇਣਾ ਹੈ, ਕਿਉਂਕਿ ਉਹਦੇ ਡਿਟੇਲ ਚ ਨਹੀਂ ਆਪਾਂ ਹਲੇ ਜਾਵਾਂਗੇ, ਆਪਾਂ ਉੱਤੇ ਗੱਲ ਕਰਾਂਗੇ, ਪਰ ਮੈਂ ਰੋਲ ਕਿਵੇਂ ਕਰਦੀ ਉਹਨੂੰ ਸਮਝ ਲਓਗੇ ਤਾਂ ਸਲੀਪਿੰਗ ਵਿਦਆਊਟ ਸਲੀਪਿੰਗ ਦਾ ਮਤਲਬ ਪਤਾ ਲੱਗ ਜਾਏਗਾ। कोई और क्वेश्चन है पहले पूछ लो जल्दी। तो मैं समझ लिया रोलिंग फ्रिक्शन इज ये वो एंड वो सारा होगी गल। आगे कोई और पूछना चाहता कुछ? चलो फिर मैं इतने गल करना। देखो जो रोल किवें करदी बॉडी, देखो जे मान लो आ एक सड़क है, ठीक है, कोई भी सड़क है, ते कोई भी बॉडी अगे तुरदी ही किवें है? हाँ पीयूष कुछ पूछना और? मान लो बोलता नहीं बढ़िया। हाँ हाँ बोलो पीयूष। तेरी आवाज नहीं आ रही, चलो कोई नहीं, गल तो कर लें, आप गल तो कर लें हुण जी मैं कर रहा। देखो हुण इहदे विच की हुंदा, ਇਹਦੇ ਚ ਨਾ ਆ ਜਿਹੜਾ ਸੜਕ ਦੇ ਵਿੱਚ ਤੇ ਟਾਇਰ ਦੇ ਵਿੱਚ, ਜਿਵੇਂ ਆਪਾਂ ਤੁਰਦੇ ਆ ਤਾਂ ਕਿਵੇਂ ਤੁਰਦੇ ਆ, ਪੈਦਲ ਕਿਵੇਂ ਤੁਰਦੇ ਆ, ਆਪਾਂ ਪੈਦਲ ਵੀ ਆਪਾਂ ਐਂ ਤੁਰਦੇ ਨਾ ਕਿ ਆਪਾਂ ਐ ਜਾ ਰਹੇ ਹੁੰਨੇ ਆ, ਤੇ ਆਪਣਾ ਜਿਹੜਾ ਪੈਰ ਹੁੰਦਾ ਆ ਇੱਥੇ, ਆਪਾਂ ਪੈਰ, ਆਪਣਾ ਪੈਰ ਮਤਲਬ ਸ਼ੂ ਆਪਣੇ ਪਾਏ ਹੋਏ ਆ, ਤੇ ਆਪਾਂ ਪੈਰ ਨਾਲ ਇੱਧਰ ਨੂੰ ਪੁਸ਼ ਕਰਦੇ ਆ ਨੀਚੇ ਨੂੰ, ਜ਼ਮੀਨ ਨੂੰ ਨੀਚੇ ਨੂੰ ਪੁਸ਼ ਕਰਦੇ ਆ ਇਸ ਤਰ੍ਹਾਂ, ਤੇ ਉਹਦੇ ਕਰਕੇ ਆਪਾਂ ਨਾਰਮਲ ਰਿਐਕਸ਼ਨ ਮਿਲਦਾ ਇਸ ਤਰ੍ਹਾਂ। ਉਸ ਨੋਰਮਲ ਦਾ ਜਿਹੜਾ ਆਪਾਂ ਆਹ ਵਾਲਾ ਕੰਪੋਨੈਂਟ ਯੂਜ਼ ਕਰਦੇ ਆ, ਤੇ ਆਹ ਕੰਪੋਨੈਂਟ ਆਪਾਂ ਉੱਥੇ weight ਨੂੰ ਬੈਲੈਂਸ ਕਰਦਾ ਹੈ, ਤੇ ਆਹ ਜਿਹੜਾ ਪੁਸ਼ ਕਰਦੇ ਆ, ਇਹਦੇ ਕਰਕੇ ਜਦੋਂ ਤੁਸੀਂ ਤੁਰਦੇ ਹੋ ਤੇ ਪੈਰ ਅੱਗੇ ਚੁੱਕਦੇ ਹੋ, ਅਗਲਾ ਪੈਰ ਅੱਗੇ ਰੱਖਦੇ ਹੋ, ਇਸ ਪੈਰ ਦੇ ਆ ਸਾਹਮਣੇ ਵਾਲੇ ਪਾਸੇ ਇੰਨੀ ਕਿ ਜ਼ਮੀਨ ਪੁੱਟੀ ਜਾਂਦੀ ਹੈ। ਜੇ ਤੁਸੀਂ ਬਿਲਕੁਲ ਕਿਸੇ ਰੇਤ ਤੇ ਤੁਰੋਗੇ ਜਾਂ ਕਿਸੇ ਜਗ੍ਹਾ, ਤੁਸੀਂ ਦੇਖੋ ਕਿ ਤੁਰਨ ਵਾਲਿਆਂ ਦੇ ਜਿਹੜੇ ਪੈਰ ਦੇ ਨਿਸ਼ਾਨ ਹੁੰਦੇ ਨੇ, ਉਹ ਚ ਅੱਗੇ ਵਾਲੇ ਪਾਸੇ ਇੰਨੀ ਕਿ ਜ਼ਮੀਨ ਪੁੱਟੀ ਹੁੰਦੀ ਹੈ, ਥੋੜੀ ਜਿਹੀ ਪੁੱਟੀ ਗਈ ਹੁੰਦੀ ਹੈ, ਹਨਾ? ਯੈਸ ਸਰ। ਤੁਸੀਂ ਆਪ ਦੇਖਿਆ ਹੋਣਾ ਜਦੋਂ ਆਪਾਂ ਭੱਜਦੇ ਆ ਜਾਂ ਕੋਈ ਭੱਜਦਾ ਆ ਤਾਂ ਹਮੇਸ਼ਾ ਉਨੀ ਜ਼ਿਆਦਾ ਉਹ ਜ਼ਮੀਨ, ਕਿਉਂਕਿ ਉਹ ਜ਼ਮੀਨ ਨੂੰ ਨੀਚੇ ਨੂੰ ਪੁਸ਼ ਕਰਕੇ ਉਹਦਾ ਨਾਰਮਲ ਰਿਐਕਸ਼ਨ ਲੈ ਕੇ ਅੱਗੇ ਵੱਧਦਾ ਹੈ। ਤੇ ਫਿਰ ਇਹ ਰੋਲ ਕਿਵੇਂ ਕਰਦਾ? ਰੋਲ ਐਵੇਂ ਕਰਦਾ ਕਿ ਆਹ ਜਿਹੜਾ ਆ ਇਹਨੂੰ ਇੱਥੇ ਜਿਹੜਾ ਫ੍ਰਿਕਸ਼ਨ ਲੱਗਦਾ ਆ, ਜਦੋਂ ਆਪਣਾ ਇਹ ਫ੍ਰਿਕਸ਼ਨ ਹੋਵੇ ਨਾ ਦੋਨਾਂ ਬੋਡੀਜ਼ ਦੇ ਵਿੱਚ, ਉਸ ਫ੍ਰਿਕਸ਼ਨ ਨੂੰ ਲੈ ਕੇ ਅੱਗੇ ਵੱਧਦਾ ਹੈ, ਅੱਗੇ ਰੋਲ ਕਰਦਾ। ਜੇ ਆ ਫ੍ਰਿਕਸ਼ਨ ਨਾ ਹੋਵੇ ਤਾਂ ਇਹਨੇ ਅੱਗੇ ਨਹੀਂ ਵਧਣਾ, ਇਹਦੇ ਉੱਤੋਂ ਇਹਨੇ ਕੀ ਕਰਨਾ, ਫਿਰ ਇਹਨੇ ਇੱਥੇ ਹੀ ਘੁੰਮੀ ਜਾਣਾ ਇੱਕੋ ਹੀ ਜਗ੍ਹਾ ਤੇ। ਤੁਸੀਂ ਦੇਖਿਆ ਹੋਣਾ ਕਈ ਵਾਰ ਬਜੜੀ ਹੁੰਦੀ, ਜਿੱਥੇ ਬਜੜੀ ਪਈ ਹੁੰਦੀ ਹੈ ਜਾਂ ਰੇਤਾ ਪਿਆ ਹੁੰਦਾ, ਉਹਦੇ ਵਿੱਚ ਕਈ ਵਾਰ ਗੱਡੀਆਂ ਫਸ ਜਾਂਦੀਆਂ ਤਾਂ ਗੱਡੀ ਦਾ ਟਾਇਰ ਇੱਕੋ ਹੀ ਜਗ੍ਹਾ ਘੁੰਮ ਰਿਹਾ ਹੁੰਦਾ, ਕਿਉਂਕਿ ਨੀਚੇ ਜਿਹੜਾ ਰੇਤ ਹੁੰਦਾ ਹੈ, ਬਜੜੀ ਹੁੰਦੀ ਹੈ, ਉਹ ਉਹਦੇ ਵਿੱਚ ਹੀ ਇੱਥੋਂ ਉਹਨੂੰ ਫ੍ਰਿਕਸ਼ਨ ਨਹੀਂ ਮਿਲ ਪਾਉਂਦਾ ਨਾ ਕਿ ਉਹ ਅੱਗੇ ਵੱਧ ਸਕੇ, ਰੋਲ ਕਰ ਸਕੇ ਅੱਗੇ, ਜਾਂ ਅੱਗੇ ਵੱਧ ਸਕੇ ਰੋਲ ਕਰਕੇ। ਸੋ ਉਹਨੂੰ ਸਲਿਪ ਕਰਨਾ ਕਹਿ ਦਿੰਦੇ ਆਪਾਂ, ਸਲਿਪ ਕਰ ਜਾਂਦੀਆਂ ਕਈ ਵਾਰ ਕਹਿੰਦੇ ਆ ਚੀਜ਼ਾਂ। ਜਿਵੇਂ ਬਰਫ਼ ਦੇ ਵਿੱਚ ਕਈ ਵਾਰ ਵੀ ਰੋਲ ਕਰਦੇ ਕਰਦੇ ਗੱਡੀਆਂ ਸਲਿਪ ਕਰ ਜਾਂਦੀਆਂ ਨੇ। ਕਈ ਵਾਰ ਐ ਨਹੀਂ, ਐ ਸੜਕ ਹੈਗੀ ਆ, ਹੁਣ ਉਹ 'ਚ ਬਰਫ਼ ਵੀ ਪਈ ਹੋਈ ਹੈ, ਬਰਫ਼ ਦੇ ਕਰਕੇ ਬਹੁਤ ਜ਼ਿਆਦਾ ਸਲਿਪਰੀ ਹੈ, ਤੇ ਕਈ ਵਾਰ ਗੱਡੀਆਂ ਅੱਗੇ ਵੱਧਦੀਆਂ ਹੀ ਨਹੀਂ, ਗੱਡੀਆਂ ਦਾ ਟਾਇਰ ਇੱਕੋ ਜਗ੍ਹਾ ਘੁੰਮੀ ਜਾਂਦਾ, ਉਹ ਮਤਲਬ ਧੂਆਂ ਛੱਡੀ ਜਾਂਦੀਆਂ ਗੱਡੀਆਂ ਇੱਕੋ ਜਗ੍ਹਾ ਤੇ ਐ ਘੁੰਮੀ ਜਾਂਦੇ ਆ ਟਾਇਰ,
ਉਹ ਕਾਫੀ ਖਤਰਨਾਕ ਸਿਚੁਏਸ਼ਨ ਹੁੰਦੀ ਹੈ, ਕਿਉਂਕਿ ਉੱਥੇ ਬਿਲਕੁਲ ਬੰਦਾ ਥੱਲੇ ਕਿਤੇ ਵੀ ਜਾ ਸਕਦਾ, ਕਿਉਂਕਿ ਫਿਰ ਤੁਹਾਡੇ ਕੰਟਰੋਲ ਚੋਂ ਬਾਹਰ ਹੋ ਜਾਂਦੀ ਚੀਜ਼। ਇਸ ਲਈ ਕਹਿੰਦੇ ਨੇ ਜਦੋਂ ਪਹਾੜਾਂ 'ਚ ਜਾਓ ਜਾਂ ਜਦੋਂ ਤੁਹਾਡੇ ਕੋਲ ਬਰਫ਼ ਪਈ ਹੋਵੇ ਕਿਤੇ ਜਗ੍ਹਾ ਜਾਣਾ, ਤਾਂ ਗੱਡੀਆਂ ਦੇ ਨਵੇਂ ਟਾਇਰ ਹੋਣੇ ਚਾਹੀਦੇ ਆ, ਸੋ ਦੈਟ ਕਿ ਉਹ 'ਚ ਫ੍ਰਿਕਸ਼ਨ ਜਿਹੜਾ ਹੈ ਉਹ ਪ੍ਰੋਪਰ ਹੋਵੇ, ਖੁਰਦਰਾ ਹੋਣਾ ਚਾਹੀਦਾ ਇੰਨਾ ਕੁ ਕਿ ਉਹ ਮਤਲਬ ਉਹਨੂੰ ਪਕੜ ਕਰ ਸਕੇ ਬਰਫ਼ ਨੂੰ। ਤੇ ਕਈ ਜਗ੍ਹਾ ਜਿਹੜੇ ਆ ਫੌਜੀ ਟਰੱਕ ਹੁੰਦੇ ਨੇ, ਉਹ ਜਿਹੜੇ ਆਪਣੇ ਟਰੱਕਾਂ ਦੇ ਉਹਦੇ ਵਿੱਚ ਪਿੱਛੇ ਸੰਗਲ ਬੰਨ ਦਿੰਦੇ ਨੇ, ਟਰੱਕਾਂ ਦੇ ਟਾਇਰ ਦੇ ਉੱਪਰ ਸੰਗਲ ਬੰਨ ਦਿੰਦੇ ਨੇ ਲੋਹੇ ਦੇ, ਤੇ ਬਹੁਤ ਜ਼ਿਆਦਾ ਬੰਨ ਦਿੰਦੇ ਨੇ ਤਾਂ ਕਿ ਉਹ ਜਿਹੜਾ ਲੋਹੇ ਦਾ ਉਹਦੇ ਕਰਕੇ ਵੀ ਮਤਲਬ ਉਹ ਬਰਫ਼ ਦੇ ਵਿੱਚ ਪਿੱਛੇ ਟਰੱਕ ਦੇ ਫਿਸਲਣ ਤੋਂ ਬਚ ਸਕਣ। ਸੋ ਆਹ ਗੱਲਾਂ ਐ ਹੁੰਦੀਆਂ ਨੇ। ਤੇ ਉੱਥੇ ਜਿਵੇਂ ਉਹ ਪਿਓਰਲੀ ਰੋਲਿੰਗ ਦੀ ਗੱਲ ਕਰ ਰਹੇ ਤਾਂ ਰੋਲ ਕਰ ਰਿਹਾ, ਮਤਲਬ ਕਿ ਕੋਈ ਵੀ ਇਦਾਂ ਦੀ ਸਿਚੁਏਸ਼ਨ ਨਹੀਂ ਹੈ ਕਿ ਨੀਚੇ ਫ੍ਰਿਕਸ਼ਨ ਕਾਫੀ ਨਹੀਂ ਹੈਗਾ ਕਿ ਉਹ ਟਾਇਰ ਅੱਗੇ ਜਾ ਕੇ ਰੋਲ ਕਰ ਸਕੇ। ਤੇ ਉਹ ਰੋਲਿੰਗ ਫ੍ਰਿਕਸ਼ਨ ਦੇ ਬਾਰੇ ਦੋ ਗੱਲਾਂ ਕੀਤੀਆਂ ਸੀ ਆਪਾਂ ਬਸ, ਕਿ ਰੋਲਿੰਗ ਫ੍ਰਿਕਸ਼ਨ ਜਿਹੜਾ ਹੈ, ਰੋਲਿੰਗ ਫ੍ਰਿਕਸ਼ਨ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਨਾਰਮਲ ਰਿਐਕਸ਼ਨ ਤਾਂ ਹੋਏਗਾ ਜਿਵੇਂ ਬਾਕੀ ਹੁੰਦਾ ਹੈ, ਇਨਵਰਸਲੀ ਪ੍ਰੋਪੋਰਸ਼ਨਲ ਟੂ ਰੇਡੀਅਸ ਆਫ ਆਬਜੈਕਟ ਜਾਂ ਟਾਇਰ ਵੀ ਹੋਏਗਾ। ਤੇ ਆਪਾਂ ਇਹਨੂੰ ਫਿਰ ਕੀਤਾ ਸੀ ਤੇ ਉਹੀ ਮਿਊ ਤੇ r over r, where r is the radius and ਇਸ ਲਈ ਜਿੰਨਾ ਵੱਡਾ ਟਾਇਰ ਹੋਏਗਾ ਉਨਾ ਉਹ ਘੱਟ ਰੋਲਿੰਗ ਫ੍ਰਿਕਸ਼ਨ ਹੋਏਗਾ, ਜਿਵੇਂ ਜਿੰਨਾ ਵੱਡਾ ਟਾਇਰ ਹੋਏਗਾ ਉਨਾ ਜ਼ਿਆਦਾ ਵੱਡਾ ਰੇਡੀਅਸ ਹੋਏਗਾ। ਸੋ ਆ ਇਸ ਤਰ੍ਹਾਂ ਹੈ ਬਸ। ਸੋ ਤੁਹਾਨੂੰ ਕਹਿੰਦੇ ਮਤਲਬ ਫ੍ਰਿਕਸ਼ਨ ਦੇ ਬਾਰੇ ਜਿਹੜੀ ਬੇਸਿਕ ਗੱਲਾਂ ਨੇ, ਫ੍ਰਿਕਸ਼ਨ ਦਾ ਰੋਲ ਕੀ ਹੈ, ਰੋਲ ਕਿਵੇਂ ਕਿੱਥੇ ਹੁੰਦਾ ਹੈ, ਉਹਦੇ ਬਾਰੇ ਆਪਾਂ ਹੁਣ ਗੱਲ ਕਰਾਂਗੇ। ਅੱਜ ਦੀ ਲੈਕਚਰ ਤੋਂ ਬਾਅਦ ਤੁਹਾਨੂੰ ਹੋਰ ਗੱਲਾਂ ਸਮਝ ਆਣਗੀਆਂ ਬਹੁਤ ਸਾਰੀਆਂ। ਆਹ ਵਾਲੀ ਜਿਹੜੀ ਗੱਲ ਹੈ ਪਿਊਸ਼ ਵਾਲੀ, ਆਹ ਗੱਲ ਦਾ ਬੜਾ ਧਿਆਨ ਰੱਖਿਓ ਕਿ ਕੋਈ ਵੀ ਐਂਗਲ ਆਫ ਇਨਕਲਿਨੇਸ਼ਨ ਨੂੰ ਟੈਨ ਕਰ ਦੋਗੇ ਤਾਂ ਮਿਊ ਨਹੀਂ ਮਿਲੇਗਾ, ਉਹ ਇੱਕ ਖਾਸ ਐਂਗਲ ਹੋਏਗਾ। ਤੇ ਜਦੋਂ ਤੂੰ ਆਹ ਬੋਡੀ ਨੂੰ ਬਦਲ ਦੇਂਗਾ ਨਾ ਪਿਊਸ਼ ਇੱਥੇ, ਤਾਂ ਹੋ ਸਕਦਾ ਕਿ ਬੋਡੀ ਜੇ ਜ਼ਿਆਦਾ ਖੁਰਦਰੀ ਰੱਖਤੀ ਕੋਈ ਆਪਾਂ, ਤਾਂ ਦੋਨੋਂ ਬੋਡੀਜ਼ ਦਾ ਆਪਸ ਚ ਮਿਊ ਬਦਲ ਜਾਣਾ ਹੈ, ਉਹਦੇ ਕਰਕੇ ਅਲਫਾ ਵੀ ਬਦਲ ਜਾਏਗਾ। ਹੋ ਸਕਦਾ ਇੱਥੇ ਬੋਡੀ ਸਲਿਪ ਨਾ ਕਰੇ, ਆ ਸਲਿਪ ਕਰ ਰਹੀ ਹੈ, ਕੋਈ ਹੋਰ ਬੋਡੀ ਹੋ ਸਕਦਾ ਸਲਿਪ ਨਾ ਕਰੇ, ਜਾਂ ਕੋਈ ਬੋਡੀ ਬਹੁਤ ਪਲੇਨ ਰੱਖ ਦੇ ਪਰ ਪਹਿਲੇ ਹੀ ਸਲਿਪ ਕਰ ਜਾਵੇ, ਤਾਂ ਅਲਫਾ ਕੈਨ ਬੀ ਡਿਫਰੈਂਟ ਫॉर द डिफरेंट ऑब्जेक्ट्स because different pair of surfaces हो जाएंगे ना, इसलिए। हाँ जी एक्सक्यूज मी सर। हाँ जी बोलो सर, ये नहीं समझ आया सर कि रोलिंग फ्रिक्शन सर स्मॉलर कैसे होता है सर स्लाइडिंग फ्रिक्शन से? वो देखो मैं आपको जो सी लैंग्वेज आपको नहीं समझ में आई ना, वहां से मैं वहीं से बताता हूँ आपको। आपने पढ़ा है उसको अच्छे से? यस सर पढ़ा है। मैं अभी आपको दिखा देता हूँ। ਇਹਦੀ ਸੇ ਫੋਟੋ ਭੇਜੀ ਸੀ ਤੁਸੀਂ ਮੈਨੂੰ, ਇਹ ਉਹ ਚ ਗਰੁੱਪ ਚ ਫੋਟੋ ਪਾਈ ਸੀ ਨਾ, ਇਹ ਕਿਸੇ ਨੇ ਸ਼ਾਇਦ ਨਹੀਂ ਪਾਈ ਹੋਣੀ। ਆ ਦੇਖੋ ਰੋਲਿੰਗ फ्रिक्शन जो है, जस्ट मैं पहला फोर्स ऑफ फ्रिक्शन दैट कम्स इनटू प्ले व्हेन बॉडी रोल्स ओवर द सरफेस ऑफ द अनदर बॉडी इज कॉल्ड रोलिंग फ्रिक्शन। ठीक, व्हेन द व्हील रोल्स ओवर द रोड रोलिंग फ्रिक्शन कम्स इनटू प्ले एंड रोलिंग फ्रिक्शन इज ऑलवेज मच स्मॉलर। चलो ਇੱਥੇ ਦੇਖੋ ਸਲਾਈਡ ਤੇ ਉਹ ਚ ਕੀ ਫਰਕ ਹੈ, ਆ ਜਿਹੜਾ ਡਿਪਰੈਸ਼ਨ ਵਗੈਰਾ ਇਹ ਦਿਖਾਇਆ ਸੀ ਉਸ ਦਿਨ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਇਹਦੀ। when a wheel rolls without slipping over a horizontal plane, the surface at contact do not rub each other। surface ਤਾਂ rub ਕਰਦਾ ਹੀ ਨਹੀਂ ਨਾ ਉਹ ਚ। ਜਿਵੇਂ ਜਦੋਂ ਤੁਸੀਂ ਕਿਸੇ ਨੂੰ ਬਹੁਤ ਸਲਾਈਡ ਕਰਦੇ ਹੋ, ਜਿਵੇਂ ਆਹ ਬੋਡੀ ਹੈ ਇਹਦੇ ਉੱਪਰ ਆਹ ਬੋਡੀ ਨੂੰ ਸਲਾਈਡ ਕਰੋਗੇ ਤਾਂ ਆਹ ਸਰਫੇਸ ਨੇ ਪੂਰੇ ਨੇ ਇਸ ਦੂਸਰੇ ਸਰਫੇਸ ਦੇ ਉੱਪਰ, ਆਹ ਇੱਕ ਸਰਫੇਸ ਨੇ ਦੂਜੇ ਸਰਫੇਸ ਤੇ ਰਬ ਤਾਂ ਕਰਨਾ ਹੀ ਹੈ ਨਾ ਉਹਨੇ, ਬਿਨਾਂ ਰੱਬ ਕੀਤੇ ਤਾਂ ਜਾਏਗਾ ਨਹੀਂ ਅੱਗੇ। ਪਰ ਰਬਿੰਗ ਹੁੰਦੀ ਹੀ ਨਹੀਂ ਹੈ, ਉਹ ਬਸ ਜਿਸ ਜਗ੍ਹਾ ਤੇ ਹੈ ਉਸ ਜਗ੍ਹਾ ਤੇ ਹੈ, ਉਸ ਤੋਂ ਬਾਅਦ ਅਗਲਾ ਜਿਹੜਾ ਸਰਫੇਸ ਦਾ ਆਹ ਵਾਲਾ ਹਿੱਸਾ ਆਏਗਾ, ਆਹ ਹਿੱਸਾ ਜਾ ਕੇ ਹੋ ਸਕਦਾ ਇੱਥੇ ਟੱਚ ਕਰੇਗਾ, ਆਹ ਹਿੱਸਾ ਹੋ ਸਕਦਾ ਹੋਰ ਅੱਗੇ ਜਾ ਕੇ ਟੱਚ ਕਰੇਗਾ ਉਹਨੂੰ, ਸਰਫੇਸ ਨੂੰ ਸਿਰਫ ਟੱਚ ਕਰੇਗਾ, ਰਬ ਨਹੀਂ ਕਰੇਗਾ। ਠੀਕ ਹੈ, ਤਾਂ ਇੱਕ ਜਗ੍ਹਾ ਸਟੈਡੀ, ਇੱਕ ਤਰ੍ਹਾਂ ਦਾ ਸਟੈਡੀ ਕਾਈਂਡ ਆਫ ਹੋਆ। ਤੇ the relative velocity of the point of contact of the wheel with respect to the plane is 0। with respect to that plane जो the point of contact का move कितना ही नहीं। and if there is no slipping, there is no sliding or static friction in such a ideal situation। क्योंकि slide अपन कह रहे slide नहीं हो रहा, सिर्फ roll कर रहा है purely, तो obviously फिर वो किसी भी तरह का static friction जो है वो आया ही नहीं। and we need to overcome rolling friction only which is very small than the sliding friction for this reason। so ये जो main जो reason तेरे समझना चाहिए वो आया देख, surfaces, the surfaces of surfaces at contact do not rub each other। this is the basic reason that they are not rubbing each other, one body is rolling over the another। point of contact ਤਾਂ move ਨਹੀਂ, ਇੱਥੇ ਕੀ ਹੋ ਰਿਹਾ, ਇੱਥੇ ਨੀਚੇ ਦੇਖ ਜਾਂ ਇਸ ਕੇਸ ਦੇਖ, ਹੁਣ ਆ ਬੋਡੀ ਹੈ ਇਹਨੇ ਰਬ ਕਰਨਾ ਤਾਂ ਸਾਰਾ ਜਿਹੜਾ point of contact ਆ ਉਹ ਮੋਸ਼ਨ ਚ ਹੈ ਇੱਕ ਤਰ੍ਹਾਂ,
रब भी जो रब करांगे तो सारा नाल मूव करेगा। रोलिंग च ये नहीं हुंदा चीज, ठीक है। सो इस तरह के कुछ बेसिक चीज़ां ने ਜਿਹੜੀਆਂ करके ਹੁੰਦਾ है। आ गल ਜਿਹੜੀ ਤੁਹਾਡੀ मेन है इंपॉर्टेंट ਜਿਹੜੀ ध्यान देनी। आ ਤਾਂ पढ़ के साफ ही जो लिखिया है वा ਹੁਣ ਹੋਇਆ क्लियर? यस सर हो गया। ठीक है, ਹੁਣ मैं ਅੱਗੇ ਕਰਾਵਾਂ? यस सर। ਸੋ ਹੁਣ ਦੇਖੋ ਪਹਿਲਾਂ ਐ ਤਾਂ ਤੁਹਾਡੇ ਮੈਂ ਬੁੱਕਸ ਵਾਲਾ ਜਿਹੜਾ ਪੀਡੀਐਫ ਸ਼ੇਅਰ ਕੀਤੀ ਹੈ ਉਹ ਚ ਬਹੁਤ ਆਰਾਮ ਨਾਲ ਸਭ ਕੁਝ ਲਿਖਿਆ ਹੀ ਹੋਇਆ, ਪਰ ਨਾ ਐ ਸਮਝ ਨਹੀਂ ਆਉਂਦਾ। ਮੈਂ ਹੁਣ ਕਿਤਾਬ ਜੀ ਖੋਲ ਕੇ ਤੁਹਾਡੇ ਸਾਹਮਣੇ ਐ ਪੜਨ ਲੱਗ ਜਾਵਾਂ ਜਾਂ ਪੜਾਉਣ ਲੱਗ ਜਾਵਾਂ, ਉਹਦੇ ਚ ਕਈ ਵਾਰ ਤਾਂ ਪੋਸੀਬਲ ਹੁੰਦਾ, ਕਈ ਵਾਰ ਨਹੀਂ, ਮਜ਼ਾ ਨਹੀਂ ਆਉਂਦਾ। ਮੈਂ ਤੁਹਾਡੇ ਸਾਹਮਣੇ ਸਭ ਕੁਝ ਵਿਜ਼ੂਅਲਾਈਜ਼ ਕਰਾਵਾਂ ਉਵੇਂ ਜਿਵੇਂ ਹੁੰਦਾ ਆ, ਕੋਈ ਚੀਜ਼ ਹੁੰਦੀ ਹੈ ਜਿਵੇਂ, ਕਿਉਂਕਿ ਉਹ ਗੱਲ ਸਮਝਣੀ ਬਹੁਤ ਜ਼ਰੂਰੀ ਹੁੰਦੀ ਹੈ। ਕਿਉਂਕਿ ਅੱਜ ਮੈਂ ਤੁਹਾਨੂੰ ਕਰਾਉਣ ਜਾ ਰਿਹਾ ਬੇਸਿਕਲੀ ਵਰਕ ਡਨ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਵਰਕ ਡਨ, ਠੀਕ ਹੈ। ਤੇ ਵੀ फ्रिक्शन नाल कंसिडर करते हुए वर्क डन। आम करके जे मैं गल करा ते मान लो मैं इथे 3 केस बना दूं, एक तो आ केस है, एक आ सरफेस है, एक हैगा जी आ सरफेस, ते आ भी आई सरफेस है। कहना पावेगा कि ये मैं 2 केस बनाऊंगा इनक्लाइन दे ते एक केस ये हैगा कि मान लो कोई बॉडी है, कोई ऑब्जेक्ट ਇਹਦੇ ਉੱਪਰ ਪਿਆ ਹੋਇਆ ਵਾ ਇੱਥੇ, ਤੇ ਤੁਸੀਂ ਉਹਨੂੰ ਕੋਈ ਵੀ ਗਿਵਨ ਡਿਸਪਲੇਸਮੈਂਟ ਦੇਣੀ ਹੈ ਕਿਸੇ ਵੀ ਦਿਸ਼ਾ 'ਚ, ਚਾਹੇ ਇਧਰ ਨੂੰ ਚਾਹੇ ਇਧਰ ਨੂੰ, ਆ ਡਿਸਪਲੇਸਮੈਂਟ ਦੇਣੀ ਹੈ ਇਸ ਪੁਆਇੰਟ ਤੋਂ, ਮੰਨ ਲਓ ਇਸ ਪੁਆਇੰਟ ਤੱਕ डिस्प्लेसमेंट S, ਤੇ फोर्स लगा के देनी है। सो फोर्स मान लो आप इसी दिशा च लगावांगे, कोई एंगल ते नहीं गल करते, आप किसी इस दिशा च लगावांगे। फिलहाल बहुत सिंपलर केस की गल कर रहे हैं मैं, अप्लाइड फोर्स है, अप्लाइड फोर्स। सो अप्लाइड फोर्स, अच्छा इत्थे एक पासे हैगा कि मान लो तुसी ऐसे ऑब्जेक्ट नू इन्नी ही डिस्प्लेसमेंट देनी है पर ऊपर लेके जाना है। एक हैगा कि तुसी ऐसे ऑब्जेक्ट नू इन्नी ही डिस्प्लेसमेंट देनी है पर नीचे लेके आना है। तुसी अपनी कॉमन सेंस नाल दसो सब तो ज्यादा वर्क डन या मान लो छोटे एफर्ट ही दसो, सब तो ज्यादा एफर्ट किथे लगाना पड़ेगा अपन 3 केस? सेकंड केस सब तो ज्यादा, उस तो थोड़ा घट फर्स्ट इस केस ਦੇ ਵਿੱਚ ਸਭ ਤੋਂ ਘੱਟ ਸਭ ਤੋਂ ਸੌਖਾ ਕੰਮ ਕੀ ਹੈ? थर्ड ਇਹ ਗੱਲ ਸਭ ਨੂੰ ਪਤਾ ਲੱਗ ਰਹੀ ਹੈ ਨਾ? यस सर ਕੀ ਕਰਦੇ ਆ ਆਪਾਂ ਅਪਲਾਈਡ ਫੋਰਸ ਨੂੰ ਤਾਂ ਆਪਾਂ ਮੰਨ ਹੀ ਲੈਂਦੇ ਆ ਕਿ ਅਪਲਾਈਡ ਫੋਰਸ ਤਾਂ ਜੋ ਲੱਗਣਾ ਸੋ ਲੱਗਣਾ ਹੀ ਹੈ। ਜੇ ਇਹਨੂੰ ਇੱਧਰ ਲੈ ਕੇ ਜਾਓਗੇ ਤਾਂ ਅਪਲਾਈਡ ਇੱਧਰ ਲੱਗੇਗਾ, ਉੱਪਰ ਲੈ ਕੇ ਜਾਣਾ ਅਪਲਾਈਡ ਇੱਧਰ ਲੱਗੇਗਾ, ਨੀਚੇ ਲੈ ਕੇ ਆਣਾ ਅਪਲਾਈਡ ਇੱਧਰ ਲੱਗੇਗਾ। ਹੁਣ ਇੱਥੇ ਤੁਹਾਨੂੰ ਕੁਝ ਗੱਲਾਂ ਦਾ ਕਲੈਰਿਟੀ ਹੋਣੀ ਚਾਹੀਦੀ ਹੈ, ਖਾਸ ਕਰਕੇ ਆ ਗੱਲਾਂ ਜਿਹੜੀਆਂ ਕਿ ਇੱਥੇ ਨੇ, ਇੱਥੇ ਯੂਜ਼ ਹੋਣਗੀਆਂ ਕਿ ਡਾਊਨਵਰਡ ਮੋਸ਼ਨ ਦੇ ਵਿੱਚ ਕੋਈ ਬੱਚਾ ਕਹੂਗਾ ਸਰ ਉਹ ਆਪ ਹੀ ਡਾਊਨਲੋਡ ਆਪ ਹੀ ਥੱਲੇ ਆ ਜਾਊਗੀ, ਤੁਸੀਂ ਕਿਉਂ ਲੈ ਕੇ ਆ ਰਹੇ ਹੋ ਉਹਨੂੰ, ਐਪਲਾਈਡ ਫੋਰਸ ਕਿਉਂ ਲਾ ਰਹੇ ਹੋ, ਹੈਨਾ। ਪਰ ਤੁਹਾਨੂੰ ਪਤਾ ਹੈ ਕਿ ਇਹ ਵਾਲਾ ਕੇਸ ਆਬਵੀਅਸਲੀ ਇਹਦਾ ਮੀਨਿੰਗਫੁਲ ਉਦੋਂ ਹੀ ਹੋਏਗਾ ਜਦੋਂ ਤੁਹਾਡਾ ਜਿਹੜਾ ਥੀਟਾ ਹੈ, ਇਹ ਥੀਟਾ ਤੁਹਾਡੀ ਐਂਗਲ ਆਫ ਰਿਪੋਜ਼ ਤੋਂ ਘੱਟ ਹੋਏਗਾ, यानी कि जो बॉडी अपने आप नीचे आ रही कि नहीं आ रही? नो सर नहीं आ रही है ना, नहीं आ रही, तो असि ਉਹਨੂੰ ਧੱਕੇ ਨਾਲ ਲੈ ਕੇ ਆ ਰਹੇ, मतलब ਸਾਨੂੰ कुछ एफर्ट करना पै रहा, you need to apply some force। अच्छा अगर ਜਿਹੜਾ ਤੁਹਾਡਾ ਥੀਟਾ ਆ ਉਹ ਅਲਫਾ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਨੀਚੇ ਬੋਡੀ ਨੂੰ ਲਿਆਉਣ ਲਈ ਕੁਝ ਵੀ ਨਹੀਂ ਕਰਨ ਦੀ ਲੋੜ, ਉਹਨੂੰ ਛੱਡ ਦਿਓ ਬਸ, ਤੁਸੀਂ ਉਹ ਆਪੇ ਆ ਜਾਊਗੀ, ਤੁਸੀਂ ਨਾ ਕੁਝ ਕਰੋ, क्योंकि ਤੁਹਾਡਾ ਜਿਹੜਾ ਐਂਗਲ ਆਫ ਰਿਪੋਜ਼ ਤੋਂ ਜ਼ਿਆਦਾ ਹੋ ਚੁੱਕਾ ਹੈ ਐਂਗਲ। ਦੱਸੋ ਆ ਗੱਲ ਕਲੀਅਰ ਹੋ ਗਈ ਸਾਰਿਆਂ ਨੂੰ ਕਿ ਨਹੀਂ? यस सर होगी यस सर ਠੀਕ ਹੈ। ਆਮ ਜੀ ਗੱਲਾਂ ਨੇ, ਦੇਖੋ ਤੁਹਾਡੇ ਸਾਹਮਣੇ ਆ, ਬਸ ਇਸੇ ਚੀਜ਼ ਨੂੰ ਮੈਂ ਥੋੜਾ ਜਿਹਾ ਮੈਥਮੈਟਿਕਸ ਇਨਵੋਲਵ ਕਰਕੇ ਇਹਨਾਂ ਗੱਲਾਂ ਦੇ ਵਾਜਿਬ ਇੱਕ ਉਹ ਸਮਝਾਉਂਗਾ ਕਿ ਜੇ ਇੰਨਾ ਐਂਗਲ ਆਫ ਇਨਕਲੀਨੇਸ਼ਨ ਹੈਗਾ ਤਾਂ ਉਹਦੇ ਕਰਕੇ ਇੰਨਾ ਕੁ ਜ਼ਿਆਦਾ ਐਫਰਟ ਲਾਣਾ ਪਊਗਾ ਉੱਪਰ ਲਿਆਂਦੇ ਹੋਏ, ਜਾਂ ਇੰਨਾ ਕੁ ਜ਼ਿਆਦਾ ਸਾਨੂੰ ਸੌਖ ਰਹੂਗੀ ਨੀਚੇ ਲਿਆਂਦੇ ਹੋਏ। ਜੇ ਇੰਨਾ ਐਂਗਲ ਥੀਟਾ ਹੈਗਾ ਤਾਂ ਉਹ ਥੀਟਾ ਗਿਵਨ ਹੋਊਗਾ ਕਿਸੇ ਵੀ ਸਵਾਲ 'ਚ, ਆਪਾਂ ਇਹ ਵੱਖਰੀ ਵੱਖਰੀ ਗੱਲਾਂ ਕਰਾਂਗੇ। ਪਰ ਜਿਹੜਾ ਸਭ ਤੋਂ ਪਹਿਲਾ ਕੇਸ ਆ ਇਹ ਤਾਂ ਬਹੁਤ ਹੀ ਸੌਖਾ, ਇਹ 'ਚ ਤਾਂ ਕੁਝ ਕਰਨਾ ਹੀ ਨਹੀਂ ਪੈਣਾ, ਉਦਾਂ ਦਾ ਆਪਣਾ ਥੀਟਾ ਦਾ ਕੋਈ ਗੱਲ ਹੈ ਨਹੀਂ, ਸਿੱਧੀ ਜੀ ਗੱਲ ਆ। ਤੁਸੀਂ ਫੋਰਸ ਲਾਓਗੇ ਇੱਧਰ ਨੂੰ ਅਪਲਾਈਡ ਤੇ ਫ੍ਰਿਕਸ਼ਨ ਲੱਗੇਗਾ,
ਪਿੱਛੇ ਨੂੰ, ਹਨਾ। ਤੇ ਜਦੋਂ ਇਸ Yes, sir. ਤਾਂ kinetic friction ਲੱਗੇਗਾ ਆਬਵੀਅਸਲੀ, ਤਾਂ ਆਪਾਂ kinetic friction ਦੀ ਗੱਲ ਕਰ ਲੈਂਦੇ ਆ ਕਿ ਜਿਹੜਾ kinetic friction ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਨਾਰਮਲ ਰਿਐਕਸ਼ਨ। ਤੇ ਨਾਰਮਲ ਰਿਐਕਸ਼ਨ ਜਿਹੜੀ ਹੈ ਇਸ ਬਾਡੀ ਦੇ ਮਾਸ ਤੇ ਡਿਪੈਂਡ ਕਰਦੀ ਆ, weight ਤੇ ਡਿਪੈਂਡ ਕਰਦੀ ਹੈ, ਤੇ ਜਿੰਨਾ weight ਹੈ ਉਨਾ ਹੀ ਹਨਾ। ਇਸ ਕੇਸ ਤਾਂ ਨਾਰਮਲ ਰਿਐਕਸ਼ਨ ਬਰਾਬਰ ਹੀ ਹੁੰਦਾ ਇਹਦੇ। ਤੇ ਇਹਦਾ ਮਤਲਬ ਜਿਹੜਾ ਫ੍ਰਿਕਸ਼ਨ ਦਾ ਫੋਰਸ ਹੋਏਗਾ ਉਹ ਕਿੰਨਾ ਹੋਏਗਾ, ਉਹ ਹੋਏਗਾ μ ਟਾਈਮਸ r, ਯਾਨੀ ਕਿ μ ਟਾਈਮਸ mg। ਸੋ ਫਿਰ ਜਦੋਂ ਤੁਸੀਂ ਇਸ ਬਾਡੀ ਨੂੰ ਇੱਥੋਂ ਇੱਥੇ ਤੱਕ ਲੈ ਕੇ ਆਓਗੇ ਤਾਂ ਜਿੰਨਾ ਤੁਹਾਨੂੰ ਅਪਲਾਈਡ ਫੋਰਸ ਲਗਾਉਣਾ ਪੈਣਾ ਆ ਉਹ ਪਹਿਲਾਂ ਪਤਾ ਕੀ ਹੈ, ਪਹਿਲਾਂ ਦੇਖੋ ਆਪਾਂ ਗਲਤੀ ਕਰਦੇ ਸੀ, ਆਪਾਂ ਫ੍ਰਿਕਸ਼ਨ ਨੂੰ ਸੋਚਦੇ ਵੀ ਨਹੀਂ ਸੀਗੇ ਕਿਉਂਕਿ ਆਪਾਂ ਨੂੰ ਸਮੂਥ ਸਰਫੇਸ ਦਿੱਤਾ ਹੁੰਦਾ ਸੀ, ਜਦ ਕਿ ਇਹਦਾ ਤਾਂ ਕੁਝ ਹੋ ਨਹੀਂ ਸਕਦਾ, ਉਹ ਆਈਡੀਅਲ ਸਿਚੁਏਸ਼ਨ ਸੀ। ਹੁਣ ਤੁਹਾਨੂੰ ਅਸਲੀ ਗੱਲ ਕਰਾ ਰਿਹਾ, ਅਸਲੀ ਸਿਚੁਏਸ਼ਨ। ਵਰਕ ਡਨ ਤੁਸੀਂ ਕਹਿ ਦਿੰਦੇ ਹੋ ਫੋਰਸ ਗੁਣਾ ਡਿਸਪਲੇਸਮੈਂਟ, ਆਪਾਂ ਕਹਿੰਦੇ ਨਹੀਂ ਜੀ ਇਹ ਨਹੀਂ ਹੁੰਦਾ। ਹੁਣ ਆਪਾਂ ਨੂੰ ਐ ਸਮਝਣਾ ਚਾਹੀਦਾ, ਥੋੜਾ ਹੋਰ ਧਿਆਨ ਦੇਣਾ ਚਾਹੀਦਾ, ਨੈਟ ਫੋਰਸ ਤੇ ਗੁਣਾ ਡਿਸਪਲੇਸਮੈਂਟ। ਤੇ ਜੇ ਫੋਰਸ ਡਿਸਪਲੇਸਮੈਂਟ ਦੀ ਦਿਸ਼ਾ ਵਿੱਚ ਹੀ ਹੋਵੇ ਤਾਂ ਐਂਗਲ ਦਾ ਕੋਈ ਮਾਣੇ ਨਹੀਂ ਰਹਿ ਜਾਂਦੇ, ਤਾਂ ਨੈਟ ਫੋਰਸ ਦੀ ਸਿਰਫ ਮੈਗਨੀਟਿਊਡ ਲਿਖ ਦਿਓ, ਡਿਸਪਲੇਸਮੈਂਟ ਲਿਖ ਦਿਓ, cos 0 ਡਿਗਰੀ 1 ਹੀ ਹੁੰਦਾ ਆ। ਸੋ ਆਪਾਂ ਆਹ ਫਾਰਮੂਲਾ ਵਰਤ ਲਵਾਂਗੇ ਕਿਉਂਕਿ ਆਪਾਂ ਫੋਰਸ ਨੂੰ ਹਮੇਸ਼ਾ ਹੀ ਇੱਥੇ ਅਪਲਾਈ ਕਰ ਰਹੇ ਹਾਂ ਡਿਸਪਲੇਸਮੈਂਟ ਦੀ ਡਾਇਰੈਕਸ਼ਨ 'ਚ। ਹੋ ਸਕਦਾ ਕਿ ਅੱਗੇ ਜਾ ਕੇ ਮੈਂ ਕੁਝ ਇਦਾਂ ਦੇ ਕੇਸਿਸ ਵੀ ਕਰਾਵਾਂ ਜੋ ਕਿ IIT JEE ਲਈ, ਆਪਣੇ ਮੇਨਸ ਲਈ ਉਹਦੇ ਵਿੱਚ ਜ਼ਰੂਰੀ ਨੇ। ਉੱਥੇ ਆਪਣੇ ਆਹ ਫੋਰਸ ਵੀ ਪੁੱਠਾ ਲੱਗ ਰਿਹਾ, ਐ ਇੱਧਰ ਨੂੰ ਲਿਆ, ਇੱਧਰ ਨੂੰ ਫੋਰਸ ਲੱਗ ਰਿਹਾ, ਜਾਂ ਇੱਧਰੋਂ ਕਿਸੇ ਇੱਧਰ ਨੂੰ ਫੋਰਸ ਲੱਗ ਰਿਹਾ, ਉੱਥੇ ਉਹਨਾਂ ਗੱਲਾਂ ਨੂੰ ਟੈਕਲ ਕਰਾਂਗੇ ਆਪਾਂ। ਪਰ ਫਿਲਹਾਲ ਆਪਣੇ ਚਲੋ ਐਗਜ਼ਾਮ ਦੇ ਲਈ ਜਿਹੜਾ ਹੈਗੇ ਆਪਾਂ NCERT ਨੂੰ ਵਧੀਆ ਤਰ੍ਹਾਂ ਕਰਨ ਲਈ ਆ ਕਰ। ਸੋ ਇੱਥੇ ਮੈਂ ਫੋਰਸ ਨੂੰ ਡਿਸਪਲੇਸਮੈਂਟ ਦੀ ਦਿਸ਼ਾ 'ਚ ਲਵਾਂ ਤਾਂ ਆਏਗਾ ਨੈਟ ਫੋਰਸ ਆਉਂਦਾ ਆ। ਅਪਲਾਈਡ ਫੋਰਸ ਜੇ ਤੁਹਾਡਾ F ਆ ਤੇ ਫ੍ਰਿਕਸ਼ਨ ਲੱਗ ਰਿਹਾ ਪਿੱਛੇ ਨੂੰ N ਆ, ਤੇ ਤੁਹਾਨੂੰ ਪਤਾ ਅਪਲਾਈਡ ਫੋਰਸ ਤੁਹਾਡਾ ਜਿਹੜਾ ਫ੍ਰਿਕਸ਼ਨ ਨਾਲੋਂ ਜ਼ਿਆਦਾ ਹੀ ਲੱਗ ਰਿਹਾ ਹੋਣਾ, ਤਾਂ ਹੀ ਤਾਂ ਤੁਰ ਰਹੀ ਬੋਡੀ, ਹਾਂ। Yes, sir. ਫਿਰ ਫ੍ਰਿਕਸ਼ਨ ਉਹਦੇ ਵਿੱਚੋਂ ਫ੍ਰਿਕਸ਼ਨ ਨੂੰ ਮਾਈਨਸ ਕਰ ਦੋ ਤਾਂ ਉਹ ਜਿਹੜਾ ਤੁਹਾਡਾ ਫੋਰਸ ਬਣੇਗਾ, ਤੇ ਉਹਨੂੰ ਫਿਰ ਕਿਹਦੇ ਨਾਲ ਮਲਟੀਪਲਾਈ ਕਰਾਂਗਾ, Displacement. ਡਿਸਪਲੇਸਮੈਂਟ ਦੇ ਨਾਲ। ਸੋ ਇੱਥੋਂ ਆਪਾਂ ਨੂੰ ਵਰਕ ਡਨ ਮਿਲੇਗਾ ਉਹ ਵਾਲੇ ਕੇਸਿਸ, ਨਾਰਮਲ ਕੇਸਿਸ ਜਿਹੜੇ ਜਦੋਂ ਕਿ ਕੋਈ ਪਲੇਨ ਇਨਕਲਾਈਨਡ ਨਹੀਂ ਹੈਗਾ, ਇੱਕਦਮ ਕਾਮਨ ਸੌਰੀ ਇਹਦਾ ਤਾਂ ਪਲੇਨ ਆ, ਕੀ ਕਹਿੰਦੇ ਆ ਪਲੇਨ ਆ, ਮਤਲਬ ਸਿਰਫ ਕੋਈ ਇਨਕਲਾਈਨਡ ਨਹੀਂ ਹੈਗਾ ਮਤਲਬ। ਤੇ ਹੁਣ ਇੱਥੇ ਇੱਕ ਹੋਰ ਜਿਹੜੀ ਬੜੀ ਜ਼ਰੂਰੀ ਗੱਲ ਹੁੰਦੀ ਜਿਹੜੀ ਆਪਾਂ ਸਮਝਣੀ ਆ ਕਿ ਆਪਾਂ ਜਸਟ ਬਾਡੀ ਨੂੰ ਯਾਨੀ ਮੂਵ ਕਰਨਾ ਹੁੰਦਾ ਇੱਥੇ, ਤੇ ਆਪਾਂ ਵਿਦਆਊਟ ਐਕਸਲਰੇਸ਼ਨ ਤੇ ਵਿਦ ਐਕਸਲਰੇਸ਼ਨ ਦਾ ਮਤਲਬ ਵੀ ਸਮਝੀਏ ਕਿ ਵਿਦਆਊਟ ਐਕਸਲਰੇਸ਼ਨ ਤੇ ਵਿਦ ਐਕਸਲਰੇਸ਼ਨ ਮੋਸ਼ਨ ਦਾ ਕੀ ਮਤਲਬ ਹੁੰਦਾ ਆ। ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਚੀਜ਼ ਆਪਾਂ ਨੂੰ ਬਹੁਤ ਹੈਲਪ ਕਰੇਗੀ ਹੋਰ ਬਹੁਤ ਡੂੰਘੇ ਕਨਸੈਪਟ ਸਮਝਣ 'ਚ ਅੱਗੇ ਜਾ ਕੇ, ਜਿਵੇਂ ਪੋਟੈਂਸ਼ੀਅਲ એનર્ਜੀ ਦਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਫਿਜ਼ਿਕਸ ਕੀ ਲੱਗਦਾ ਹੈ, ਇੱਕ ਤਾਂ ਕਨਸੈਪਟ ਲੱਗਦਾ ਹੈ ਮੈਨੂੰ ਸਮਝਣਾ ਵੈਕਟਰਸ ਦਾ ਤੇ ਕੈਲਕੂਲਸ ਦਾ, ਤੇ ਦੂਜਾ ਜਿਹੜਾ ਸਭ ਤੋਂ ਜ਼ਰੂਰੀ ਕਨਸੈਪਟ ਜੇ ਮੈਂ ਕਹਾਂ ਸਿਰਫ ਕਨਸੈਪਟ ਆਫ ਪੋਟੈਂਸ਼ੀਅਲ એનર્ਜੀ ਹੁੰਦਾ ਹੈ। ਤੁਹਾਨੂੰ ਜੇ ਲੱਗਦਾ ਹੋਏਗਾ ਕਿ ਤੁਹਾਨੂੰ ਪੋਟੈਂਸ਼ੀਅਲ એનર્ਜੀ ਆਉਂਦੀ ਹੈ ਪਤਾ, ਪਰ ਤੁਹਾਨੂੰ ਬਾਅਦ ਚ ਮੈਂ ਸਮਝਾਊਂਗਾ ਕਿ ਕਿਵੇਂ ਪੋਟੈਂਸ਼ੀਅਲ એનર્ਜੀ ਹਰ ਕੇਸ ਦੇ ਵਿੱਚ ਉਹਨੂੰ ਯੂਨੀਫਾਈ ਕਿਵੇਂ ਕਰਾਂਗੇ ਆਪਾਂ। ਹੁਣ ਇੱਥੇ ਵਿਦਆਊਟ ਐਕਸਲਰੇਸ਼ਨ ਤੇ ਵਿਦ ਐਕਸਲਰੇਸ਼ਨ ਸਮਝਾਣਾ, ਮੈਂ ਐ ਅਗਲਾ ਇਹਨੂੰ ਛੱਡ ਦੇਣਾ ਅਗਲੇ ਪੇਜ ਤੇ ਕਰਦਾ ਮੈਂ, ਇਹ ਆਪਾਂ ਨੂੰ ਡਾਇਗਰਾਮ ਵਾਪਸ ਆਣਾ ਪੈ ਸਕਦਾ। ਮਤਲਬ ਕੁਝ ਗੱਲਾਂ ਦਾ ਖਿਆਲ ਰੱਖਿਆ ਕਰੋ ਬਸ, ਜਿਵੇਂ ਆ ਇੱਥੇ ਮੈਂ ਕਹਿ ਰਿਹਾ ਨਾ ਕਿ ਥੀਟਾ ਅਲਫਾ ਤੋਂ ਵੱਡਾ ਹੋਏਗਾ ਤਾਂ ਉਹ ਆਪਣੇ ਆਪ ਹੀ ਥੱਲੇ ਆ ਜਾਊਗੀ ਬੋਡੀ, ਜੇ ਥੀਟਾ ਅਲਫਾ ਤੋਂ ਘੱਟ ਹੋਏਗਾ ਤਾਂ ਆਪਣੇ ਆਪ ਨਹੀਂ ਆਏਗੀ ਬੋਡੀ, ਤੇ ਫਿਰ ਉਹਨੂੰ ਲਿਆਉਣਾ ਪੈਣਾ ਵਾ। ਇੱਕ ਆ ਮੁੱਖ ਗੱਲ ਹੋ ਗਈ, ਠੀਕ ਹੈ ਨਾ। ਸੋ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਲੀਅਰ ਰੱਖਿਆ ਕਰੋ। ਹੁਣ ਆ ਜਾਓ ਇੱਥੇ, ਵਿਦਆਊਟ ਐਕਸਲਰੇਸ਼ਨ ਦਾ ਕੀ ਮਤਲਬ ਹੈ ਤੇ ਵਿਦ ਐਕਸਲਰੇਸ਼ਨ ਦਾ ਕੀ ਮਤਲਬ ਹੈ। ਦੇਖੋ ਕਿਸੇ ਵੀ ਬੋਡੀ ਦੇ ਵਿੱਚ ਜੇ ਕੋਈ ਬੋਡੀ, ਅਗਰ ਕੋਈ ਵੀ ਬੋਡੀ ਮੋਸ਼ਨ ਵਿੱਚ ਹੈ ਤੇ ਉਹ ਜਿਹੜਾ ਮੋਸ਼ਨ ਹੈ ਅਗਰ ਤਾਂ ਉਹ ਯੂਨੀਫਾਰਮ ਮੋਸ਼ਨ ਹੈ ਤਾਂ ਉਹਦਾ ਐਕਸਲਰੇਸ਼ਨ ਕਿੰਨੀ ਹੁੰਦੀ ਹੈ, 0। ਤਾਂ ਉਸ ਬੋਡੀ ਤੇ ਲੱਗਣ ਵਾਲਾ ਜਿਹੜਾ ਨੈਟ ਫੋਰਸ ਹੈ ਉਹ ਹੁੰਦਾ ਮਾਸ ਇਨਟੂ 0। यानी कि अगर कोई बॉडी यूनिफॉर्म मोशन च है तो उस बॉडी ते नेट फोर्स कितना लग रहा, 0। ये बहुत इंपॉर्टेंट गल है क्योंकि सारा नु ऐ लगदा कि जो कोई बॉडी यूनिफॉर्म मोशन नु मेंटेन करके चल रही है तो उसते नेट फोर्स लग रहा ताही तो चल रही है। नहीं जी, उन्होंने चलने लिए नहीं चाहिए कोई फोर्स, नेट फोर्स 0 ही हुंदा है। ਇਹਦਾ ਮਤਲਬ ਇਹ ਆ ਕਿ ਜੇ ਮੈਂ ਮੋਟਰਸਾਈਕਲ ਤੇ ਜਾ ਰਿਹਾ ਕਿਸੇ ਸੜਕ ਤੇ ਸਿੱਧੀ ਤੇ, ਜਾਂ ਗੱਡੀ 'ਚ ਜਾ ਰਿਹਾ ਸਿੱਧੀ ਤੇ
ਤੇ ਗੱਡੀ ਮੈਂ ਬਿਲਕੁਲ 40 ਤੇ ਮੇਨਟੇਨ ਕੀਤੀ ਹੋਈ ਆ, ਇੱਕਦਮ 40 ਕਿਲੋਮੀਟਰ ਪ੍ਰਤੀ ਘੰਟਾ ਤੇ ਸੂਈ ਹੈਗੀ ਆ, ਤੇ ਮੈਂ ਆਰਾਮ ਨਾਲ ਜਾ ਰਿਹਾ ਬਿਨਾਂ ਕਿਸੇ ਕਾਲੀ ਦੇ, ਬਿਲਕੁਲ 40 ਤੇ ਜਾ ਰਿਹਾ, ਤਾਂ ਮੇਰੀ ਗੱਡੀ ਤੇ ਲੱਗਣ ਵਾਲਾ ਨੈਟ ਫੋਰਸ ਕਿੰਨਾ ਹੋਏਗਾ? 0 0 ਹੋਏਗਾ। ਹਾਂਜੀ ਪਿਊਸ਼ ਪੁੱਛੋ। ਸਰ ਮੇਰਾ ਫ੍ਰਿਕਸ਼ਨ ਦੇ ਵਿੱਚ ਹੀ ਡਾਊਟ ਸੀ ਸਰ, ਉਹ ਪਹਿਲਾ ਵਾਲਾ ਕਿਹਦੇ ਚ? ਫ੍ਰਿਕਸ਼ਨ ਦੇ ਵਿੱਚ ਸਰ, ਫ੍ਰਿਕਸ਼ਨ। ਹਾਂ ਬੋਲੋ। ਨਹੀਂ ਫਿਰ ਹੁਣ ਜਿਹੜੀ ਗੱਲ ਚੱਲ ਸਰ ਇਹਦੇ ਬਾਰੇ ਗੱਲ ਕਰ ਲਓ ਨਾ, ਜੇ ਇਹਦੇ ਬਾਰੇ ਕੋਈ ਡਾਊਟ ਹੈ, ਇਹਦੇ ਨਾਲ ਜੁੜਦੀ ਗੱਲ ਹੈ। ਨੋ ਸਰ ਇਹਦੇ ਬਾਰੇ ਨਹੀਂ ਸਰ, ਉਹ ਪਹਿਲਾਂ ਵੀ ਸਰ ਮਤਲਬ ਹੱਥ ਖੜਾਈ ਤੱਕ ਸਰ ਉਹਦੇ ਬਾਰੇ ਫ੍ਰਿਕਸ਼ਨ ਵਾਰੀ। ਅੱਛਾ ਤੇ ਹੁਣ ਨਹੀਂ, ਹੁਣ ਤਾਂ ਹੁਣ ਆ ਗੱਲ ਕਰ ਲੈਣ ਦਿਓ ਮੇਰੇ, ਆ ਗੱਲ ਫਿਰ ਭਟਕ ਜਾਣੀ ਹੈ ਨਾ, ਇਸ ਗੱਲ ਤੋਂ ਬਾਅਦ ਫਿਰ ਆਪਣਾ ਸਵਾਲ ਕਰ ਲਓ। ਹਾਂਜੀ ਸਰ ਠੀਕ ਹੈ, ਮਤਲਬ ਜਦੋਂ ਰਨਿੰਗ ਟੌਪਿਕ ਹੁੰਦਾ ਉਹ ਚ ਤੁਸੀਂ ਉਦੋਂ ਹੈਂਡ ਰੇਜ਼ ਕਰਿਆ ਕਰੋ ਜਦੋਂ ਇਸ ਰਨਿੰਗ ਟੌਪਿਕ ਬਾਰੇ ਕੁਝ ਹੈ, ਕਿਉਂਕਿ ਫਿਰ ਮੇਰੇ ਲਈ ਬਹੁਤ ਜ਼ਰੂਰੀ ਹੁੰਦਾ ਤੁਹਾਡਾ ਸਵਾਲ ਲੈਣਾ, ਕਿਉਂਕਿ ਤੁਸੀਂ ਰਨਿੰਗ ਟੌਪਿਕ ਬਾਰੇ ਬੋਲ ਰਹੇ ਹੋ ਹਨਾ, ਤੇ ਉਹਦੇ ਬਾਰੇ ਮੈਂ ਫੇਰ ਕਰਦਾ। ਹਾਂਜੀ ਮੈਂ ਇਹ ਕਹਿ ਰਿਹਾ ਹੁਣ ਕਿ ਉਹ ਗੱਡੀ 40 ਤੇ ਪਾਈ ਹੋਈ ਆ, 40 ਤੇ ਚੱਲ ਰਹੀ ਆ, ਤੇ ਉਹ ਤੇ ਨੈਟ ਫੋਰਸ 0 ਆ। ਇਹ ਗੱਲ ਕਿਹਨੂੰ ਡਾਈਜੈਸਟ ਨਹੀਂ ਹੁੰਦੀ? ਹੁਣ ਹੈਂਡ ਰੇਜ਼ ਕਰੋ ਜਿਹਨੂੰ ਇਹ ਲੱਗਦਾ ਕਿ ਨਹੀਂ ਵੀ ਇਹ ਕਿਵੇਂ ਆ, ਜਾਂ ਕਿਸੇ ਨੂੰ ਥੋੜਾ ਲੱਗ ਰਿਹਾ। ਹਾਂਜੀ ਜਸਜੋਤ, ਲੱਗਦਾ ਨਹੀਂ ਵੀ ਇਹ ਨੈਟ ਫੋਰਸ 0 ਹੁੰਦਾ? ਸਰ ਮੈਨੂੰ ਇਦਾਂ ਲੱਗਦਾ ਜੇ ਸਰ ਫਿਰ ਜੇ ਆਪਾਂ ਰੇਸ ਛੱਡ ਦੂੰਗੇ ਸਰ ਉਹਦੀ, ਫਿਰ ਉਹ ਰੁਕ ਜੂਗੀ, ਫਿਰ ਰੈਸਟ 'ਚ ਆ ਜੂਗੀ। ਹਾਂ, ਤੇ ਤੈਨੂੰ ਲੱਗਦਾ ਕਿ ਤੂੰ ਰੇਸ ਤੇ ਰੱਖਿਆ ਹੋਇਆ ਪੈਰ, ਜਾਂ ਫਿਰ ਇੰਜਨ ਲਗਾਤਾਰ ਪੈਟਰੋਲ ਬਰਨ ਕਰ ਰਿਹਾ ਤਾਂ ਕਰਕੇ ਤਾਂ ਉਹ ਚੱਲ ਰਹੀ ਆ, ਤੇ ਉਹ ਲਗਾਤਾਰ ਹਾਂਜੀ ਸਰ ਲਾ ਰਿਹਾ ਤਾਂ ਹੀ ਚੱਲ ਰਹੀ ਆ ਨਾ, ਵੀ ਤੂੰ ਕਹਿ ਰਿਹਾ ਨਹੀਂ ਤਾਂ 40 ਤੇ ਮੇਨਟੇਨ ਕਿਵੇਂ ਰਹਿ ਜੂ ਹਨਾ? ਹਾਂਜੀ ਸਰ। ਸਹੀ ਗੱਲ ਸਰ ਉਦਾਂ ਵੈਸੇ ਹੋ ਸਕਦਾ, ਵੈਕਿਊਮ 'ਚ ਹੋ ਸਕਦਾ ਆ, ਪਰ ਇੱਥੇ ਮੁਸ਼ਕਿਲ ਹੈਗਾ। ਸੜਕ ਆ, ਮੈਂ ਕਹਿੰਦਾ ਹਾਂਜੀ ਰੀਅਲ ਕੰਡੀਸ਼ਨ ਨੇ, ਕੋਈ ਆਪਣੇ ਉਹ ਨਹੀਂ ਹੈਗੀ ਰੀਅਲ। ਹਾਂਜੀ ਸਰ। ਤੇ ਉਹਦੇ ਚ ਮੈਂ ਇਹ ਕਹਿ ਰਿਹਾ, ਹੁਣ ਮੇਰੀ ਗੱਲ ਸੁਣ, ਦੇਖ ਤੇਰਾ ਸਵਾਲ ਦਾ ਜਵਾਬ ਇੱਥੋਂ ਆ, ਜੇ ਗੱਡੀ ਜਾ ਰਹੀ ਆ ਹਨਾ, ਤੇ ਜੀ ਸਰ ਗੱਡੀ ਦਾ ਤੇ ਟਾਇਰਾਂ ਦੇ ਨਾਲ ਜਿਹੜਾ ਫ੍ਰਿਕਸ਼ਨ, ਓਵਰਆਲ ਪੂਰਾ ਫ੍ਰਿਕਸ਼ਨ ਮੰਨ ਲਾ F, ਉਹ ਫ੍ਰਿਕਸ਼ਨ ਕਿੱਧਰ ਨੂੰ ਲੱਗ ਰਿਹਾ ਮੈਨੂੰ ਇਹ ਦੱਸ? ਸਰ ਅਪੋਜ਼ਿਟ ਡਾਇਰੈਕਸ਼ਨ 'ਚ ਪਿੱਛੇ ਨੂੰ ਲੱਗ ਰਿਹਾ। ਹੁਣ ਹਾਂਜੀ ਸਰ। ਗੱਡੀ 'ਚ ਦੋ ਹੀ ਫੋਰਸ ਨੇ, ਇੱਕ ਤਾਂ ਫੋਰਸ ਲੱਗ ਰਿਹਾ ਜਿਹੜਾ ਲਾ ਰਿਹਾ ਇੰਜਨ, ਹਾਂਜੀ ਸਰ, ਇਹਨੂੰ, ਇੱਕ ਫੋਰਸ ਹੈਗਾ ਵਾ ਫ੍ਰਿਕਸ਼ਨ ਜਿਹੜਾ ਲੱਗ ਰਿਹਾ ਪਿੱਛੇ ਨੂੰ ਹਨਾ। ਹਾਂਜੀ ਸਰ। ਇੰਜਨ ਕਰ ਦਿੰਦਾ ਆ ਬੰਦ, ਤਾਂ ਹਾਂਜੀ ਸਰ। ਰਹਿ ਗਿਆ ਇਕੱਲਾ ਫ੍ਰਿਕਸ਼ਨ, ਤੇ ਉਹ ਰਹਿ ਗਿਆ ਮੋਸ਼ਨ ਦੇ ਅਗੇਂਸਟ, ਤਾਂ ਹੀ ਤਾਂ ਗੱਡੀ ਤੇਰੀ ਰੁਕਦੀ ਹੈ। ਹਾਂਜੀ ਸਰ। ਮਤਲਬ ਤੇਰਾ ਇੰਜਨ ਬੰਦ ਕਰਨ ਤੋਂ ਬਾਅਦ ਨੈਟ ਫੋਰਸ 0 ਨਹੀਂ ਹੁੰਦਾ, ਸਗੋਂ ਉਦੋਂ ਫੋਰਸ ਹਾਂਜੀ ਸਰ। ਜਿਹੜਾ ਫ੍ਰਿਕਸ਼ਨ ਦਾ। ਓਕੇ ਸਰ। ਤੇਰੀ ਤਾਂ ਰੁਕੀ ਕਿਉਂਕਿ ਇੰਜਨ ਦਾ ਤੂੰ ਕੰਮ ਬੰਦ ਕਰਤਾ, ਕੱਲਾ ਫ੍ਰਿਕਸ਼ਨ ਰਹਿ ਗਿਆ, ਉਹਨੇ ਫਿਰ ਗੱਡੀ ਦੀ ਸਪੀਡ ਨੂੰ 0 ਕਰਤਾ ਹੌਲੀ ਹੌਲੀ, ਕਿਉਂਕਿ ਉਹ ਲਗਾਤਾਰ ਲੱਗ ਰਿਹਾ। ਹੁਣ ਜੇ ਤੂੰ ਇੰਜਨ ਔਨ ਰੱਖਦਾ ਵਾ, ਤੂੰ ਲਗਾਤਾਰ ਉਹ ਚ ਪੈਟਰੋਲ ਫੂਕਦਾ ਆ, ਤੇਰਾ ਇੰਜਨ ਅੱਗੇ ਨੂੰ ਬਰਾਬਰ ਬਿਲਕੁਲ ਫੋਰਸ ਲਗਾਉਂਦਾ ਫ੍ਰਿਕਸ਼ਨ ਦੇ। ਮਤਲਬ ਇਹ ਬਹੁਤ ਖਾਸ ਕੰਡੀਸ਼ਨ ਹੈ ਕਿ ਜਦੋਂ ਗੱਡੀ ਵਿੱਚ ਤੂੰ ਬੈਠਾ ਤਾਂ ਗੱਡੀ ਦਾ ਜਿਹੜਾ ਇੰਜਨ ਹੈ, ਇੰਜਨ ਬਿਲਕੁਲ ਉਨਾ ਹੀ ਫੋਰਸ ਲਗਾਉਂਦਾ ਜਿੰਨਾ, ਤਾਂ ਉਨਾ ਹੀ ਇੰਜਨ ਅੱਗੇ ਨੂੰ ਲਗਾਉਂਦਾ ਆ, ਉਨਾ ਹੀ ਫ੍ਰਿਕਸ਼ਨ ਪਿੱਛੇ ਨੂੰ ਲਾਉਂਦਾ ਆ, ਤੇ ਨੈਟ ਫੋਰਸ ਦੱਸ ਕਿੰਨਾ ਹੁੰਦਾ ਫਿਰ? ਸਰ 0। ਨੈਟ ਫੋਰਸ 0 ਹੋਣ ਕਰਕੇ ਐਕਸਲਰੇਸ਼ਨ ਕੀ ਹੁੰਦੀ ਹੈ ਫਿਰ? 0। ਐਕਸਲਰੇਸ਼ਨ 0 ਹੋਣ ਕਰਕੇ ਕੀ ਹੋਣਾ ਚਾਹੀਦਾ ਹੈ? ਕਿਸ ਤਰ੍ਹਾਂ ਦਾ ਮੋਸ਼ਨ ਹੋਣਾ ਚਾਹੀਦਾ ਹੈ? यूनिफॉर्म मोशन। ਚੱਲਦਾ ਰਹੀ ਹੈ ਫਿਰ, ਚੱਲਣ ਦੋ। हाँ जी सर। ਠੀਕ ਆ ਹੁਣ ਗੱਲ? हाँ जी सर। ਇਹਦਾ ਮਤਲਬ ਇਹ ਆ ਗੱਡੀ 'ਚ ਅਸੀਂ ਪੈਟਰੋਲ ਗੱਡੀ ਨੂੰ ਤੋਰੇ ਰੱਖਣ ਲਈ ਨਹੀਂ ਫੂਕਦੇ, ਬਲਕਿ ਕਹਿਣ ਦਾ ਇਸ ਲਈ ਨਹੀਂ ਫੂਕਦੇ ਕਿ ਉਹ 40 ਮੇਨਟੇਨ ਕਰਨ ਲਈ, ਅਸਲ ਵਿੱਚ ਅਸੀਂ ਗੱਡੀ 'ਚ ਪੈਟਰੋਲ ਫੂਕ ਰਹੇ ਹਾਂ ਫ੍ਰਿਕਸ਼ਨ ਨੂੰ ਮੇਨਟੇਨ ਕਰਨ ਲਈ, ਫ੍ਰਿਕਸ਼ਨ ਕਰਕੇ ਇਹ ਰੁਕ ਨਾ ਜਾਵੇ, ਫ੍ਰਿਕਸ਼ਨ ਦੇ ਬਰਾਬਰ ਅੱਗੇ ਨੂੰ ਫੋਰਸ ਲਾ ਦਈਏ ਤਾਂ ਕਿ ਗੱਡੀ ਤੇ ਨੈਟ ਫੋਰਸ 0 ਹੋ ਜਾਵੇ, ਨਿਊਟਨ ਦਾ ਪਹਿਲਾ ਲਾਅ ਲੱਗ ਜਾਵੇ ਕਿ ਵੀ ਜਦੋਂ ਤੱਕ ਫੋਰਸ ਨਹੀਂ ਲੱਗੂਗਾ ਮੈਂ ਮਤਲਬ ਨਹੀਂ ਰੁਕਣਾ, ਤੇ ਗੱਡੀ ਨਹੀਂ ਰੁਕੂਗੀ। ਜਿੱਧਰ ਤੇਰਾ ਇੰਜਨ ਦਾ ਫੋਰਸ ਲੱਗਣਾ ਬੰਦ ਹੋ ਗਿਆ, ਫ੍ਰਿਕਸ਼ਨ ਕੱਲਾ ਰਹਿ ਗਿਆ, ਤੇ ਕੱਲੇ ਨੇ ਪਿੱਛੇ ਨੂੰ ਫਿਰ ਵੈਲੋਸਿਟੀ ਘਟਾ ਕੇ ਉਹਨੂੰ ਰੋਕ ਦੇਣਾ। ਪਰ ਜਿਵੇਂ ਹੀ ਗੱਡੀ ਰੁਕ ਗਈ ਤੇ ਫ੍ਰਿਕਸ਼ਨ ਇੱਕ ਸੈਲਫ ਐਡਜਸਟਿੰਗ ਫੋਰਸ ਆ, ਤੇ ਫ੍ਰਿਕਸ਼ਨ ਨੇ ਨਾਲ ਹੀ ਗਾਇਬ ਹੋ ਜਾਣਾ, ਕਿਉਂਕਿ ਫ੍ਰਿਕਸ਼ਨ ਆਂਦਾ ਹੀ ਉਦੋਂ ਆ, ਕਮਸ ਇਨਟੂ ਪਲੇ ਜਦੋਂ ਬਾਡੀ ਮੋਸ਼ਨ ਚ ਹੁੰਦੀ ਹੈ ਜਾਂ ਟੈਂਡਸ ਟੂ ਮੂਵ। ਫਿਰ ਜਦੋਂ ਗੱਡੀ ਰੁਕ ਜਾਣੀ ਆ ਉਦੋਂ ਫ੍ਰਿਕਸ਼ਨ ਹੋਊਗਾ ਦੱਸ? नहीं सर। ਨਹੀਂ, ਫ੍ਰਿਕਸ਼ਨ ਐਕਟ ਨਹੀਂ ਕਰੂਗਾ ਉਦੋਂ, ਕਿਉਂਕਿ ਫ੍ਰਿਕਸ਼ਨ ਇੱਕ ਸੈਲਫ ਐਡਜਸਟਿੰਗ ਫੋਰਸ ਆ ਜਿਹੜਾ ਆਂਦਾ ਹੀ ਉਦੋਂ ਆ, ਕਮਸ ਇਨਟੂ ਪਲੇ।
ਉਹ ਆਂਦਾ ਹੀ ਹੋਂਦ ਵਿੱਚ ਉਦੋਂ ਜਦੋਂ ਉਹਨੂੰ ਤੁਸੀਂ ਮੂਵ ਕਰਦੇ ਹੋ। ਹੁਣ ਗੱਡੀ ਜੇ ਰੁਕ ਗਈ ਤਾਂ ਫ੍ਰਿਕਸ਼ਨ ਇੰਜਨ ਦਾ ਫੋਰਸ ਵੀ 0 ਆ ਤੇ ਫ੍ਰਿਕਸ਼ਨ ਦਾ ਵੀ 0 ਆ, ਤਾਂ ਫੋਰਸ ਕਿੰਨਾ ਹੋ ਗਿਆ 0 ਤੇ ਨੈਟ ਫੋਰਸ 0 ਮਤਲਬ ਕਿ ਐਕਸਲਰੇਸ਼ਨ 0 ਮਤਲਬ ਯੂਨੀਫਾਰਮ ਮੋਸ਼ਨ। ਹਾਂਜੀ ਯੂਨੀਫਾਰਮ ਮੋਸ਼ਨ ਹੀ ਹੈ ਵਿਦ ਵੈਲੋਸਿਟੀ 0 ਜਦੋਂ ਗੱਡੀ ਰੁਕੀ ਹੋਈ ਹੈ। ਹਾਂਜੀ ਸਰ। ਕਲੀਅਰ ਹੈ ਗੱਲ? ਹਾਂਜੀ ਸਰ। तो मैं इस गल नूं हुण एक सम अप कर दिंदा वां सारे बच्चों के लिए। देखो सारे जने कि होऊगा कि इस केस च जदों आ अपनी रोड है ते इत्थे अपनी गड्डी मान लो जा रही सी इधर नूं ते 40 ते जा रही सी जिवें मर्जी जिहड़ी मर्जी वेलोसिटी नाल जा रही सी ते आप उस टाइम इंजन चल रहा सी, इंजन अगे नूं फोर्स लगा रहा सी ते इंजन जिहड़ा फोर्स अगे नूं ला रहा सी ਉਹਦੇ ਬਿਲਕੁਲ ਬਰਾਬਰ ਪਿੱਛੇ ਫ੍ਰਿਕਸ਼ਨ ਵੀ ਲੱਗ ਰਿਹਾ ਸੀ। ਫ੍ਰਿਕਸ਼ਨ ਤੇ ਇੰਜਨ ਦਾ ਫੋਰਸ ਬਰਾਬਰ ਸੀ ਤਾਂ ਆਪਾਂ ਕਹਿ ਰਹੇ ਹਾਂ ਕਿ ਇਹ ਜਿਹੜਾ ਨੈਟ ਫੋਰਸ ਕਿੰਨਾ ਸੀ 0 ਸੀ ਤੇ ਉਹਦੇ ਕਰਕੇ ਐਕਸਲਰੇਸ਼ਨ 0 ਸੀ ਤੇ ਇੱਕ ਕਾਂਸਟੈਂਟ ਵੈਲੋਸਿਟੀ ਜਾਂ ਸਪੀਡ ਕਾਂਸਟੈਂਟ ਸੀ ਜਿਹਦੇ ਨਾਲ ਉਹ ਚੱਲ ਰਹੀ ਸੀ ਗੱਡੀ। ਹੁਣ ਕੀ ਆ ਇੰਜਨ ਨੂੰ ਇਹਨੇ ਬੰਦ ਕੀਤਾ ਤਾਂ ਕੱਲਾ ਇੱਕ ਫੋਰਸ ਰਹਿ ਗਿਆ, ਕੱਲਾ ਫ੍ਰਿਕਸ਼ਨ। ਹੁਣ ਨੈਟ ਫੋਰਸ ਜਿਹੜਾ ਤੇਰਾ ਹੋਊਗਾ ਉਹ ਕੱਲਾ ਫ੍ਰਿਕਸ਼ਨ ਦੇ ਬਰਾਬਰ ਹੋਊਗਾ ਤੇ ਜਿਹੜਾ ਫ੍ਰਿਕਸ਼ਨ ਦੇ ਹੋਊਗਾ ਉਹ ਹੋਊਗਾ ਮਾਸ ਇਨਟੂ ਐਕਸਲਰੇਸ਼ਨ ਇਕੁਅਲ ਟੂ ਫ੍ਰਿਕਸ਼ਨ ਕੱਲਾ ਤੇ ਐਕਸਲਰੇਸ਼ਨ ਪ੍ਰੋਡਿਊਸ ਹੋਊਗੀ ਫ੍ਰਿਕਸ਼ਨ ਬਟਾ ਮਾਸ ਤੇ ਫੋਰਸ ਕਿਉਂਕਿ ਫ੍ਰਿਕਸ਼ਨ ਜਿਹੜਾ ਪਿੱਛੇ ਨੂੰ ਹੈ ਤਾਂ ਐਕਸਲਰੇਸ਼ਨ ਦੀ ਦਿਸ਼ਾ ਵੀ ਇਹਦੇ ਮੋਸ਼ਨ ਤੋਂ ਅਗੇਂਸਟ ਹੋਊਗੀ ਤਾਂ ਆਟੋਮੈਟਿਕਲੀ ਨੈਗੇਟਿਵ ਆਊਗੀ। ਬੇਸਿਕਲੀ ਇਹਨੂੰ ਨੈਗੇਟਿਵ ਲੈ ਲਵਾਂਗੇ ਕੈਲਕੂਲੇਸ਼ਨਾਂ 'ਚ, ਉਹਦੇ ਕਰਕੇ ਜੇ ਬਾਡੀ ਰੁਕਣਾ ਸ਼ੁਰੂ ਕਰ ਦੂਗੀ। ਤਾਂ ਇੱਥੇ ਜਿਹੜਾ ਮੋਸ਼ਨ ਇੱਥੋਂ ਲੈ ਕੇ ਜਦੋਂ ਇੰਜਨ ਬੰਦ ਕੀਤਾ ਇੱਥੇ ਜਦੋਂ ਗੱਡੀ ਜਾ ਕੇ ਰੁਕ ਗਈ ਆ ਉੱਥੇ ਤੱਕ ਕਿਹੜਾ ਮੋਸ਼ਨ ਹੋਏਗਾ? ਇਹ ਯੂਨੀਫਾਰਮ ਮੋਸ਼ਨ ਕਿ ਕਿਹੜਾ ਮੋਸ਼ਨ ਦੱਸੋਗੇ? यूनिफॉर्म एक्सेलरेटेड मोशन। हाँ यूनिफॉर्मली एक्सेलरेटेड मोशन होएगा। फिर जो गड्डी रुक जाती है तो रुक जाने तो बाद फ्रिक्शन ऑटोमैटिकली गायब हो गया, फ्रिक्शन हुण है नहीं गा ते ना ही इंजन दा अगे फोर्स हैगा तो बॉडी ते नेट फोर्स फिर 0 हो गया, एक्सेलरेशन फिर 0 होगी। पर इस बार एक्सेलरेशन 0 का मतलब स्पीड कांस्टेंट है तो केड़ी कांस्टेंट है 0 का, यानी कि रुक चुकी है। गल क्लियर हुई? यस सर। सर एक डाउट है। हाँ जी हाँ जी सर जे इंजन ਦਾ ਤੇ ਫ੍ਰਿਕਸ਼ਨ ਦਾ ਫੋਰਸ ਇਕੁਅਲ ਐਂਡ ਅਪੋਜ਼ਿਟ ਹੈ ਹਾਂਜੀ ਤਾਂ ਫਿਰ ਬੋਡੀ ਮੂਵ ਕਿੱਦਾਂ ਕਰ ਰਹੀ ਹੈ ਅੱਗੇ ਨੂੰ? ਮੈਂ ਇੱਥੇ ਇਹੀ ਕਹਿ ਰਿਹਾ ਨਾ ਇੰਜਨ ਦਾ ਤੇ ਜਿਹੜਾ ਉਹਦਾ ਬੋਡੀ ਦਾ ਸੌਰੀ ਇੰਜਨ ਦਾ ਤੇ ਫ੍ਰਿਕਸ਼ਨ ਦਾ ਇਕੁਅਲ ਐਂਡ ਅਪੋਜ਼ਿਟ ਫੋਰਸ ਹੋਣ ਦੇ ਕਰਕੇ ਹੀ ਬੋਡੀ ਮੈਂ ਮਤਲਬ ਕਹਿੰਦਾ ਤੁਹਾਨੂੰ ਇਹ ਲੱਗਦਾ ਨਾ ਕਿ ਮੋਸ਼ਨ 'ਚ ਬੋਡੀ ਦੇ ਮੂਵ ਕਰਨ ਲਈ ਫੋਰਸ ਦੀ ਲੋੜ ਹੈ। ਇਹੀ ਤਾਂ ਇੱਕ ਬਹੁਤ ਵੱਡਾ ਪੰਗਾ ਪਿਆ ਰਿਹਾ 1600 ਸਾਲ ਤੱਕ। ਹਾਂਜੀ ਸਰ। ਫਿਲਾਸਫਰ ਸੀ ਅਰਿਸਟੋਟਲ ਸੀ ਕੀ ਸੀ ਹਾਂ ਉਹ ਕਹਿੰਦਾ ਸੀ ਕਿ ਜਿਹੜਾ ਰੈਸਟ ਹੈ ਬੋਡੀ ਦੀ ਉਹਦੀ ਐਬਸੋਲੂਟ ਜਿਹੜੀ ਜਾਂ ਉਹਦੀ ਇੱਕ ਉਹ ਹੈ ਨੈਚੁਰਲ ਐਗਜ਼ਿਸਟੈਂਸ ਬੋਡੀ ਦੀ ਰੈਸਟ ਵਿੱਚ ਹੀ ਆ। ਜੇ ਮੋਸ਼ਨ 'ਚ ਲਿਆਉਣਾ ਤਾਂ ਤੁਹਾਨੂੰ ਫੋਰਸ ਲਾਣਾ ਪਊਗਾ। ਪਰ ਇਹੀ ਗੱਲ ਤਾਂ ਗੈਲੀਲੀਓ ਨੇ ਅੱਗੇ ਜਾ ਕੇ ਜਾਂ ਨਿਊਟਨ ਨੇ ਹੋਰ ਮੋਡੀਫਾਈ ਕਰ ਲਈ ਕਿ ਨਹੀਂ ਜੇ ਬੋਡੀ ਰੈਸਟ ਵਿੱਚ ਹੈ ਉਹਨੂੰ ਮੋਸ਼ਨ 'ਚ ਲਿਆਉਣ ਲਈ ਤਾਂ ਲਾਣਾ ਹੀ ਪਊਗਾ ਫੋਰਸ। ਜੇ ਬੋਡੀ ਪਹਿਲਾਂ ਹੀ ਕਿਸੇ ਵੈਲੋਸਿਟੀ v ਨਾਲ ਮੂਵ ਕਰ ਰਹੀ ਹੈ ਤਾਂ ਇਹਨੂੰ ਮੇਨਟੇਨ ਇਹਨੂੰ ਰੈਸਟ ਵਿੱਚ ਲਿਆਉਣ ਲਈ ਫੋਰਸ ਲਾਣਾ ਪਊਗਾ ਜਾਂ ਇਹਦੀ ਵੈਲੋਸਿਟੀ ਵਧਾਉਣ ਲਈ ਫੋਰਸ ਲਾਣਾ ਪਊਗਾ, ਵੈਲੋਸਿਟੀ ਘਟਾਉਣ ਲਈ ਫੋਰਸ ਲਾਣਾ ਪਊਗਾ। ਪਰ ਵੈਲੋਸਿਟੀ ਨੂੰ ਇੰਨੀ ਰੱਖਣ ਲਈ ਫੋਰਸ ਨਹੀਂ ਲਾਣਾ ਪੈਣਾ। ਉਹ ਬੋਡੀ ਆਪਣੇ ਆਪ ਚੱਲ ਬਸ ਤੁਸੀਂ ਕੀ ਕਰੋ ਤੇ ਫੋਰਸ ਨਾ ਲਾਓ ਕੋਈ, ਉਹ ਆਪਣੇ ਆਪ ਤੁਰੀ ਜਾਊਗੀ। ਹਾਂਜੀ ਸਰ ਸਮਝ ਗਿਆ। ਬਾਅਦ ਇਹ ਆ ਰਿਹਾ ਹੋਣਾ ਕਿ ਫਿਰ ਉਹ ਮੂਵ ਕਰਕੇ ਫਿਰ ਵੀ ਦਿਮਾਗ 'ਚ ਆ ਰਿਹਾ ਉਹ ਭਾਈ ਸਾਹਿਬ ਉਹ ਤਾਂ ਮੂਵ ਕਰ ਰਹੀ ਕਿਉਂਕਿ ਸ਼ੁਰੂ ਵਿੱਚ ਲਾਇਆ ਫੋਰਸ ਆਪਾਂ ਸ਼ੁਰੂ 'ਚ ਲਾਇਆ ਨਾ ਆਪਾਂ ਤਾਂ ਮੂਵ ਕੀਤੀ। ਹਾਂਜੀ ਸਰ। ਕਹਿੰਦਾ ਭਾਵੇਂ ਕਿ ਮੰਨ ਲਾ ਇੱਥੇ ਰੈਸਟ ਵਿੱਚ ਆ ਕੋਈ ਬੋਡੀ ਆ ਰੈਸਟ ਵਿੱਚ ਆ ਤੇ ਇਹਨੂੰ ਕਿਸੇ ਬੰਦੇ ਨੇ ਪੁਸ਼ ਕੀਤਾ ਫੋਰਸ ਲਾਇਆ ਮੰਨ ਲਾ ਕਿਸੇ ਬੰਦੇ ਨੇ ਇੱਕ ਵਾਰ ਪੁਸ਼ ਕਰਤਾ, ਪੁਸ਼ ਕਰਨ ਤੋਂ ਬਾਅਦ ਬੋਡੀ ਮੋਸ਼ਨ 'ਚ ਆ ਗਈ ਹਨਾ। ਹਾਂਜੀ ਸਰ। ਮੋਸ਼ਨ ਆ ਚੁੱਕਾ ਕਿਉਂਕਿ ਉਹਦਾ ਪੁਸ਼ ਕਰਨ ਤੋਂ ਬਾਅਦ ਉਹਨੇ ਵਰਕ ਡਨ ਕੀਤਾ ਇਹ 'ਚ ਵੈਲੋਸਿਟੀ ਪੈਦਾ ਹੋ ਗਈ। ਹੁਣ ਇਹ ਬੋਡੀ ਚੱਲ ਰਹੀ ਹੈ ਨਾ ਹਾਂਜੀ ਸਰ ਲਈ ਜਾਣਾ ਬਸ। ਓਕੇ ਸਰ। ਹੁਣ ਇਹਨੂੰ ਮੇਨਟੇਨ ਕਰਨ ਲਈ ਤੈਨੂੰ ਕੋਈ ਫੋਰਸ ਲਾਉਣ ਦੀ ਲੋੜ ਨਹੀਂ ਨੈਟ ਫੋਰਸ। ਪਰ ਜੇ ਤੇ ਨੈਟ ਫੋਰਸ ਲੱਗਿਆ ਕੋਈ ਜਿਵੇਂ ਇੰਜਨ ਤਾਂ ਇਹ 'ਚ ਲੱਗਿਆ ਨਹੀਂ ਹੋਇਆ ਇਹ 'ਚ ਇਕੱਲਾ ਫ੍ਰਿਕਸ਼ਨ ਹੋਊਗਾ ਤਾਂ ਫ੍ਰਿਕਸ਼ਨ ਨੇ ਇਹਨੂੰ ਰੋਕ ਦੇਣਾ। ਪਰ ਜੇ ਤੂੰ ਇਹ ਇਮੇਜਿਨ ਕਰ ਫ੍ਰਿਕਸ਼ਨ ਨਹੀਂ ਹੈਗਾ ਤਾਂ ਬੋਡੀ ਨੇ ਐਂ ਚੱਲੀ ਜਾਣਾ। ਪਰ ਜੇ ਤੂੰ ਕਹੇਂਗੇ ਜੀ ਫ੍ਰਿਕਸ਼ਨ ਤਾਂ ਹੈਗਾ ਹੀ ਆ ਪਰ ਫਿਰ ਵੀ ਵੈਲੋਸਿਟੀ v ਨਾਲ ਚਲਾਉਣਾ ਮੈਂ ਕਿਹਾ ਫਿਰ ਐਂ ਕਰ ਇੰਨਾ ਕੁ ਫੋਰਸ ਫਿਰ ਨੂੰ ਅੱਗੇ ਨੂੰ ਵੀ ਲਗਾਉਂਦਾ ਰਿਹਾ ਜਿੰਨਾ ਕੁ ਫ੍ਰਿਕਸ਼ਨ ਦਾ ਤਾਂ ਕਿ ਨੈਟ ਫੋਰਸ 0 ਕਰ ਦੇ ਤੇ ਬਸ। ਓਕੇ ਸਰ। ਇਸੀ ਰੈਸਟ ਤੋਂ ਤਾਂ ਉਦੋਂ ਤਾਂ ਇੰਜਨ ਨੇ ਜ਼ੋਰ ਲਾਇਆ ਸੀ ਨਾ 40 ਤੱਕ ਲਿਆਉਣ ਤੇ। ਹਾਂਜੀ ਸਰ। ਉਦੋਂ ਤਾਂ ਐਕਸਲਰੇਟ ਹੋਈ ਹੈ ਨਾ। ਉਦੋਂ ਜਿਹੜਾ ਇੰਜਨ ਦਾ ਫੋਰਸ ਸੀਗਾ ਉਦੋਂ ਇੰਜਨ ਦਾ ਫੋਰਸ ਫ੍ਰਿਕਸ਼ਨ ਦੇ ਬਰਾਬਰ ਨਹੀਂ ਸੀ।
नहीं सी, कितना सी, ज्यादा सी घट सी, ज्यादा सी। इंजन ने ज्यादा फोर्स लगाया सी फ्रिक्शन तो, ਤਾਂ ਹੀ ਤਾਂ ਬੋਡੀ ਉਥੋਂ ਤੁਰ ਪਈ ਤੇ ਤਾਂ ਹੀ ਬੋਡੀ ਦੇ ਫਿਰ ਐਕਸਲਰੇਟ ਹੋਈ ਇੰਜਨ ਦਾ ਫੋਰਸ ਜਿੰਨਾ ਜ਼ਿਆਦਾ। ਸੋ ਜਦੋਂ ਇੰਜਨ ਦਾ ਫੋਰਸ, ਮੈਂ ਹੁਣੀ ਗੱਲ ਹੀ ਤੁਹਾਡੇ ਨਾਲ ਆਹੀ ਕਰ ਰਿਹਾ ਸੀ, ਯੂਨੀਫਾਰਮ ਮੋਸ਼ਨ ਦੀ ਗੱਲ ਕਰ ਰਿਹਾ ਸੀ ਵਿਦਆਊਟ ਐਕਸਲਰੇਸ਼ਨ। ਮੈਂ ਕਹਿ ਰਿਹਾ ਮੰਨ ਲਾ ਹੁਣ ਤੂੰ ਗੱਡੀ ਨੂੰ ਕਹਿ 40 ਤੋਂ 60 ਤੇ ਲੈ ਕੇ ਜਾਣਾ ਵਾ, ਹੁਣ ਤੂੰ ਐ ਥੋੜੀ ਜਾ ਸਕੇਗਾ ਇਸ ਇੰਨੇ ਫੋਰਸ ਨਾਲ। ਤਾਂ ਹੁਣ ਤੈਨੂੰ ਇੰਜਨ ਦਾ ਫੋਰਸ ਕੀ ਕਰਨਾ ਪੈਣਾ, ਵਧਾਉਣਾ ਪੈਣਾ। ਫਿਰ ਇੰਜਨ ਦਾ ਲੱਗਿਆ ਹੋਇਆ ਫੋਰਸ ਵੱਧ ਜੂਗਾ ਫ੍ਰਿਕਸ਼ਨ ਨਾਲੋਂ, ਤਾਂ ਨੈਟ ਫੋਰਸ ਜਿਹੜਾ ਹੋਊਗਾ ਇੰਜਨ ਦੇ ਫੋਰਸ ਵਿੱਚੋਂ ਫ੍ਰਿਕਸ਼ਨ ਨੂੰ ਮਾਈਨਸ ਕਰਕੇ ਆਊਗਾ, ਹੈ ਨਾ। ਹਾਂਜੀ ਸਰ। ਹੋਊਗਾ ਫਿਰ ਮਾਸ ਆਫ ਦਿਸ ਬੋਡੀ ਜਾਂ ਕਾਰ ਇਨਟੂ ਜਿੰਨੀ ਐਕਸਲਰੇਸ਼ਨ ਪ੍ਰੋਡਿਊਸ ਹੋਊਗੀ ਉਹਦੇ ਕਰਕੇ। ਆ ਐਕਸਲਰੇਸ਼ਨ ਜਾਂ ਇਹ ਇੰਜਨ ਜਦੋਂ ਤੱਕ ਇੰਨਾ ਜ਼ਿਆਦਾ ਫੋਰਸ ਲੱਗਿਆ ਰਹੂਗਾ ਉਦੋਂ ਤੱਕ ਬੋਡੀ ਐਕਸਲਰੇਟ ਹੋਈ ਜਾਊਗੀ, ਠੀਕ ਹੈ। ਹਾਂਜੀ ਸਰ। ਉਹ ਫਿਰ ਜਦੋਂ 60 ਤੇ ਪਹੁੰਚ ਜੂਗੀ, 60 ਤੇ ਪਹੁੰਚਣ ਤੋਂ ਬਾਅਦ ਫਿਰ ਤੇਰੇ ਇੰਜਨ ਨੇ ਉਨਾ ਹੀ ਫੋਰਸ ਲਗਾਉਣਾ ਸ਼ੁਰੂ ਕਰ ਦੇਣਾ ਜਿੰਨਾ ਫ੍ਰਿਕਸ਼ਨ ਹੈ, ਫਿਰ ਉਹ ਬਰਾਬਰ ਹੋ ਜਾਊਗਾ, ਫਿਰ ਜ਼ੀਰੋ ਹੋ ਜਾਊਗਾ, ਫਿਰ ਐਕਸਲਰੇਸ਼ਨ ਫਿਰ ਉਹ ਕਾਂਸਟੈਂਟ ਹੋਗੀ। ਮਤਲਬ ਗੱਡੀ ਜਿੰਨੀ ਵਾਰ ਵੀ ਤੁਸੀਂ ਵਧਾਉਂਦੇ ਹੋ ਸਪੀਡ ਉਹਦੀ, ਉਨੀ ਵਾਰ ਇੰਜਨ ਨੂੰ ਫ੍ਰਿਕਸ਼ਨ ਨਾਲੋਂ ਵੱਧ ਫੋਰਸ ਲਾਉਣਾ ਪੈਂਦਾ ਆ। ਤੇ ਜਦੋਂ ਤੁਸੀਂ ਗੱਡੀ ਨੂੰ ਮੇਨਟੇਨ ਰੱਖਣਾ ਚਾਹੁੰਦੇ ਹੋ ਕਿਸੇ ਵੈਲੋਸਿਟੀ ਤੇ, ਤਾਂ ਗੱਡੀ ਦੇ ਇੰਜਨ ਨੂੰ ਸਿਰਫ ਫ੍ਰਿਕਸ਼ਨ ਨੂੰ ਮੇਨਟੇਨ ਕਰਨਾ ਪੈਂਦਾ ਆ। ਉਹ ਫ੍ਰਿਕਸ਼ਨ ਨੂੰ ਮੇਨਟੇਨ ਕਰਕੇ ਗੱਡੀ ਚੱਲਦੀ ਰਹਿੰਦੀ ਆ। ਤੇ ਜੇ ਕੋਈ ਇਹ ਸੋਚੇ ਕਿ ਨਹੀਂ ਵੀ ਠੀਕ ਆ ਫ੍ਰਿਕਸ਼ਨ ਨੂੰ ਇਗਨੋਰ ਕਰ ਦੇਵੇ, ਕਹੇ ਮੈਂ ਇੰਜਨ ਬੰਦ ਕਰ ਦਿੰਦਾ, ਹੁਣ ਮੈਂ ਮੋਗੇ ਤੱਕ ਐਂ ਜਾਊਂਗਾ 40 ਤੇ, ਉਹਨੇ ਕਿਤੇ ਨਹੀਂ ਪਹੁੰਚਣਾ। ਮੈਂ ਲੱਗੀ ਗੱਲ। ਤੇ ਜਦੋਂ ਇੰਜਨ ਜ਼ਿਆਦਾ ਫੋਰਸ ਲਗਾਉਂਦਾ ਆ, ਉਦੋਂ ਗੱਡੀ ਦੇ ਵਿੱਚ ਪੈਟਰੋਲ ਜ਼ਿਆਦਾ ਬਰਨ ਹੋਊਗਾ, ਘੱਟ ਬਰਨ ਹੋਊਗਾ, ਜ਼ਿਆਦਾ ਬਰਨ ਹੋਊਗਾ ਤਾਂ ਮਾਈਲੇਜ ਘੱਟ ਆਊਗੀ। ਇਸੇ ਲਈ ਜਿਹੜੇ ਗੱਡੀਆਂ ਵਾਲੇ ਹੁੰਦੇ ਨੇ, ਜਿਹੜੇ ਮੂਰਤੀ ਵਾਲੇ ਜਿਹੜੇ ਆ ਜਾਂ ਜਿਹੜੇ ਹੈਗੇ ਨੇ, ਇਹ ਆਪਣੇ ਕਸਟਮਰਸ ਦੀ ਨਾ ਹਰ ਮਹੀਨੇ 2 ਮਹੀਨੇ ਬਾਅਦ ਇੱਕ ਟ੍ਰੇਨਿੰਗ ਕਰਦੇ ਆ। ਜਿਹੜੇ ਨਵੇਂ ਕਸਟਮਰ ਹੁੰਦੇ ਆ ਜਾਂ ਜਿਨ੍ਹਾਂ ਨੇ ਪਹਿਲੀ ਵਾਰੀ ਗੱਡੀ ਖਰੀਦੀ ਹੁੰਦੀ ਹੈ, ਉਹਨਾਂ ਨੂੰ ਬੁਲਾ ਕੇ ਸਮਝਾਉਂਦੇ ਆ ਕਿ ਜੀ ਤੁਸੀਂ ਸਾਡੀ ਗੱਡੀ ਨੂੰ ਬਹੁਤ ਵਧੀਆ ਤਰ੍ਹਾਂ ਮੇਨਟੇਨ ਰੱਖਣਾ ਕਿਵੇਂ ਆ, ਸਰਵਿਸ ਕਿਵੇਂ ਕਰਾਉਣੀ ਆ, ਕਿੰਨੇ ਟਾਈਮ ਬਾਅਦ ਕਰਾਉਣੀ ਹੈ ਜ਼ਰੂਰੀ ਆ, ਆਹ ਚੀਜ਼ਾਂ ਬਦਲਵਾਉਣੀਆਂ ਜ਼ਰੂਰੀ ਨੇ, ਪਹਾੜਾਂ 'ਚ ਤੁਸੀਂ ਜਾਣਾ ਤਾਂ ਆਹ ਗੱਲ ਦਾ ਧਿਆਨ ਰੱਖਣਾ, ਤੇ ਤੁਸੀਂ ਆਪਣੀ ਗੱਡੀ ਨੂੰ ਇੱਕ ਕਾਂਸਟੈਂਟ ਸਪੀਡ 'ਚ ਚਲਾਉਣ ਦੀ ਕੋਸ਼ਿਸ਼ ਜ਼ਿਆਦਾ ਤੋਂ ਜ਼ਿਆਦਾ ਕਰਨੀ ਆ। ਇਹਦੇ ਨਾਲ ਤੁਹਾਡੀ ਗੱਡੀ ਤੇਲ ਘੱਟ ਖਾਊਗੀ ਤੇ ਮਾਈਲੇਜ ਜ਼ਿਆਦਾ ਦਊਗੀ। ਤੇ ਜੇ ਤੁਸੀਂ ਉਹਦੇ ਕੰਨ ਮਰੋੜੀ ਜਾਓਗੇ ਵੀ ਕਦੇ ਖਿੱਚਦੀ ਅੱਗੇ ਨੂੰ, ਕਦੇ ਹਨਾ ਫਿਰ ਰੁਕ ਕੇ ਫਿਰ ਤੇਜ਼ ਫਿਰ ਸਲੋ, ਜਿਵੇਂ ਅੱਜ ਕੱਲ੍ਹ ਬੱਚੇ ਉਹ ਚਲਾਉਂਦੇ ਆ ਮੋਟਰਸਾਈਕਲ, ਫੁਰ ਕਰਕੇ ਕੋਈ ਇੱਧਰ ਗਿਆ, ਫੁਰ ਕਰਕੇ ਕੋਈ ਉੱਧਰ ਗਿਆ, ਹਨਾ ਉੱਡਦੇ ਫਿਰਦੇ ਐਨ ਜਾ ਕੇ ਬ੍ਰੇਕ ਮਾਰਦੇ ਆ ਮੋੜ ਤੇ ਉੱਥੋਂ ਬਾਅਦ ਮੋੜਦੇ ਨਾਲ ਹੀ ਫਿਰ ਖਿੱਚ ਦਿੰਦੇ ਆ 0 ਤੋਂ 60 ਤੱਕ, ਹਨਾ ਐਨ ਪੂਰਾ। ਉਹ ਜਿਹੜੇ 150 ਸੀਸੀ ਜਾਂ 250 ਸੀਸੀ ਵਾਲੇ ਉਹ ਹੈਗੇ ਨੇ ਮੋਟਰਸਾਈਕਲ, ਤੇ ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਤੇਲ ਫੁੱਕਦੇ ਆ ਜ਼ਿਆਦਾ, ਕਿਉਂਕਿ ਉਹਨਾਂ ਦਾ ਪਰਪਸ ਜਾਣਾ ਥੋੜੀ ਹੁੰਦਾ, ਕਿ ਉਹਨਾਂ ਦਾ ਐਂ ਹੀ ਹੁੰਦਾ ਵਾ ਇੱਧਰ ਉੱਧਰ। ਸਾਰੀ ਗੱਲਬਾਤ ਸਾਰਿਆਂ ਨੂੰ ਸਮਝ ਲੱਗ ਗਈ ਹੈ ਬਈ? ਹਾਂਜੀ ਸਰ। ਯੈਸ ਸਰ। ਹੁਣ ਕਿਸੇ ਨੂੰ ਕੋਈ ਸਵਾਲ ਹੈਗਾ ਤਾਂ ਪੁੱਛ ਲਓ ਇਹਦੇ ਬਾਰੇ। ਚਲੋ ਮੈਂ ਅੱਗੇ ਕਰਦਾ ਫਿਰ, ਕਿਉਂਕਿ ਇਹ ਗੱਲਾਂ ਦਾ ਨਾ ਦਿਮਾਗ 'ਚ ਪਿਕਚਰ ਬਣਨੀ ਜ਼ਰੂਰੀ ਹੈ। ਤੁਸੀਂ ਹੁਣ ਮੈਂ 4 ਫਾਰਮੂਲੇ ਬੜੇ ਛੋਟੇ ਨੇ, ਮੈਂ ਹੁਣੀ ਲਿਖ ਦਾਂਗਾ, ਤੁਸੀਂ ਫਾਰਮੂਲੇ ਯਾਦ ਕਰ ਲੈਣੇ ਨੇ। ਜਦੋਂ ਕੋਈ ਸਵਾਲ ਆਊਗਾ, ਪ੍ਰੋਬਲਮ ਉੱਥੇ ਸੋਚਣ ਵਾਲੀ ਹੋਗੀ, ਉੱਥੇ ਸੋਚ ਨਹੀਂ ਪਾਣਾ, ਕਿਉਂਕਿ ਉੱਥੇ ਤੁਹਾਨੂੰ ਲੱਗੂਗਾ ਕਿ ਵੀ ਫਾਰਮੂਲਾ ਆ ਸੀਗਾ, ਫਾਰਮੂਲਾ ਲਾਣਾ ਹੈ। ਫਾਰਮੂਲਾ ਥੋੜੀ ਲਾਈ ਜਾਣਾ ਵਾ, ਫਾਰਮੂਲਾ ਕੁਛ ਨਹੀਂ ਹੁੰਦਾ ਕਿ ਪ੍ਰੋਬਲਮ ਤੁਹਾਡੇ ਦਿਮਾਗ 'ਚ ਆਈ, ਤੁਹਾਨੂੰ ਸਮਝ ਆਈ, ਤੁਸੀਂ ਸਮਝ ਗਏ ਕੀ ਹੋ ਰਿਹਾ, ਕੀ ਚੱਲ ਰਿਹਾ, ਜੋ ਸਮਝ ਗਏ ਉਹਨੂੰ ਅਪਲਾਈ ਕਰਕੇ ਫਾਰਮੂਲਾ ਉਸੇ ਟਾਈਮ ਬਣਦਾ ਹੁੰਦਾ ਆ। ਕੋਈ ਫਾਰਮੂਲਾ ਨਹੀਂ ਯਾਦ ਰੱਖੀਦਾ ਹੁੰਦਾ। ਮੈਂ ਮਤਲਬ ਆਪ ਤਾਂ ਕਦੀ ਯਾਦ ਰੱਖਦਾ ਨਹੀਂ, ਇਸ ਲਈ ਮੈਂ ਕਦੀ ਨਹੀਂ ਚਾਹੁੰਦਾ ਮੇਰੇ ਵਿਦਿਆਰਥੀ ਯਾਦ ਰੱਖਣ। ਮੈਂ ਤਾਂ ਚਾਹੂੰਗਾ ਤੁਸੀਂ ਦਿਮਾਗ 'ਚ ਸਾਰਾ ਕੁਝ ਸੋਚ ਕੇ ਚਲੋ, ਪਿਕਚਰ ਬਣਾ ਕੇ ਚਲੋ। ਇਹ ਬਹੁਤ ਚੰਗੀ ਹੋਈ, ਬਹੁਤ ਜਸਜੋਤ ਤੇਰਾ ਬਹੁਤ ਧੰਨਵਾਦ ਤੇਰੇ ਸਵਾਲ ਦੇ ਲਈ, ਕਿਉਂਕਿ ਇਹਦੇ ਨਾਲ ਮੈਨੂੰ ਬਹੁਤ ਮੌਕਾ ਮਿਲ ਗਿਆ ਬਾਕੀ ਗੱਲਾਂ ਕਰਨ ਦਾ ਗੱਡੀ ਵਾਲੇ ਬਾਰੇ। ਠੀਕ ਹੈ, ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇ ਮੈਂ ਇੱਕ ਪਲੇਨ ਸਰਫੇਸ, ਹੁਣ ਮੈਂ ਇੱਕ ਇੱਕ ਕਰਕੇ ਕੇਸ ਡਿਸਕਸ ਕਰੂੰਗਾ। ਇੱਕ ਪਲੇਨ ਸਰਫੇਸ ਹੈ, ਤੇ ਪਹਿਲੇ ਕੇਸ ਮੈਂ ਕਹਿ ਰਿਹਾ ਕਿ ਇਹਦੇ ਉੱਪਰ ਕੋਈ ਬੋਡੀ ਪਈ ਹੈ ਜਿਹਦਾ ਮਾਸ m ਹੈ, ਤੇ ਇਸ ਬੋਡੀ ਨੂੰ ਮੰਨ ਲਓ ਮੈਂ ਇੱਥੋਂ ਇੱਥੇ ਤੱਕ ਲੈ ਕੇ ਆਣਾ ਆ, डिस्प्लेसमेंट करनी है इस दिशा च एस दे बराबर जिन्हें भी मीटर गिवन होगी, चलो बाद की गल है। तो इनू मैं लैके आना, मैं विदाउट एक्सेलरेशन लैके आना, मैं जस्ट वर्क डन अगेंस्ट फ्रिक्शन। जे मैं देखना वर्क डन, देखो शब्द का मतलब हुंदा कोई
अगेंस्ट फ्रिक्शन। भी इत्थे आपां पता करना कि अगेंस्ट फ्रिक्शन के खिलाफ कितना वर्क डन हो रहा, बाकी नहीं। सो ਇਹਦਾ मतलब तुसीं एक्सेलरेट करने की कोशिश नहीं करनी, जस्ट फ्रिक्शन ਨੂੰ मेनटेन करने की ही अपनी ਉਹ ਆ ਇੱਥੇ ਜ਼ਰੂਰਤ। ਤੇ फ्रिक्शन ਜਿਹੜਾ ਹੈ मान लो ਇੱਥੇ ਲੱਗ ਰਿਹਾ इधर ਨੂੰ, ਤੇ मान लो फ्रिक्शन ਜਿਹੜਾ ਲੱਗ ਰਿਹਾ ਇੰਨਾ, जस्ट एफ कह दिया करो, बाद म्यू आर लिख ਦਿੰਦੇ ਆਪਾਂ। ਤੇ ਇਹਦੇ ਕਰਕੇ ਇਹਨੂੰ ਮੇਨਟੇਨ ਕਰਨ ਲਈ ਤੁਹਾਨੂੰ ਅਪਲਾਈਡ ਫੋਰਸ ਜਿਹੜਾ ਲਾਣਾ ਪੈਣਾ ਅੱਗੇ ਨੂੰ, ਉਹ ਕਿੰਨਾ ਲਾਣਾ ਪੈਣਾ, ਹੁਣ ਮੈਨੂੰ ਦੱਸੋ ਕਿੰਨਾ ਲਾਣਾ ਪੈਣਾ ਹੈ। फ्रिक्शन जिन्ना कि फ्रिक्शन तो घट कि फ्रिक्शन तो ज्यादा? फ्रिक्शन जिन्ना। फ्रिक्शन दा जिन्ना, एग्जैक्टली, बिकॉज यू आर कैलकुलेटिंग द वर्क डन अगेंस्ट फ्रिक्शन। कल्ला कल्ला फ्रिक्शन दे अगेंस्ट कितना करना पै रहा, ਉਹ ਤਾਂ ਜੇ ਤੁਸੀਂ ਬਾਡੀ ਨੂੰ ਐਕਸਲਰੇਟ ਕਰੋਗੇ ਤਾਂ ਤੁਹਾਨੂੰ ਜ਼ਿਆਦਾ, ਤੇ ਆਟੋਮੈਟਿਕਲੀ ਜਦੋਂ ਫ੍ਰਿਕਸ਼ਨ ਦੇ ਅਗੇਂਸਟ ਹੀ ਕੰਮ ਕਰਨਾ ਹੈ ਤਾਂ ਇਹਦਾ ਮਤਲਬ ਤੁਹਾਡਾ ਕੇਸ ਜਿਹੜਾ ਹੈ ਇਹ ਆਟੋਮੈਟਿਕਲੀ ਉਹ ਹੈ ਜਦੋਂ ਐਕਸਲਰੇਟ ਨਹੀਂ ਹੋਏਗੀ ਬਾਡੀ, ਯਾਨੀ ਕਿ ਵੈਲੋਸਿਟੀ ਉਹਦੀ ਕਾਂਸਟੈਂਟ ਰਹੇਗੀ। ਗੱਲ ਕਲੀਅਰ ਹੈ ਸਾਰਿਆਂ ਨੂੰ? यस सर। ਤਾਂ ਇੱਥੇ ਜਿਹੜਾ ਤੁਹਾਡਾ ਫੋਰਸ ਹੈ ਅਪਲਾਈਡ ਫੋਰਸ, ਇਹਨੇ ਵਰਕ ਡਨ ਕਰਨਾ ਹੁੰਦਾ, ਤੁਸੀਂ ਇਹਦਾ ਬੜਾ ਖਿਆਲ ਰੱਖਿਆ ਕਰੋ। ਮੇਨ ਤਾਂ ਗੱਲ ਆਪਣੇ ਲਈ ਇਹ ਹੈ। ਸੋ ਜਿਹੜਾ ਤੁਹਾਡਾ ਨੈਟ ਫੋਰਸ ਹੈ, नेट फोर्स नहीं, नेट फोर्स तो जीरो होएगा, नेट फोर्स तो है ही नहीं है बेसिकली, पर फ्रिक्शन देके ਤੁਹਾਨੂੰ ਕੰਮ ਕਰਨਾ ਪਏਗਾ ਅਪਲਾਈਡ ਫੋਰਸ, ਕਿਉਂਕਿ ਤੁਸੀਂ ਆਹ ਵਾਲਾ ਲਗਾ ਰਹੇ ਹੋ, ਤੁਸੀਂ ਆਹ ਥੋੜੀ ਲਗਾ ਰਹੇ ਹੋ, ਤੁਸੀਂ ਤਾਂ ਆਪਣਾ ਫੋਰਸ ਲਗਾ ਰਹੇ ਹੋ ਉਹਨੂੰ ਲੈ ਕੇ ਜਾਣ ਲਈ। ਤੁਹਾਡਾ ਅਪਲਾਈਡ ਫੋਰਸ ਇਹ ਹੈ, ਤੇ ਇਹ ਐਫ ਜਿਹੜਾ ਇਹ ਐਫ ਦੇ ਹੀ ਬਰਾਬਰ ਹੋਣਾ ਚਾਹੀਦਾ ਹੈ, ਤੇ ਉਹ ਐਫ न्यू आर ਬਰਾਬਰ ਹੁੰਦਾ ਹੈ, ਤੇ ਉਹ ਆਰ ਦੇ ਬਰਾਬਰ ਹੁੰਦਾ ਹੈ। देयरफॉर वर्क डन ਜਿਹੜਾ ਹੋਏਗਾ ਉਹ ਕਿਹਦੇ ਬਰਾਬਰ ਹੋਏਗਾ, फोर्स इनटू डिस्प्लेसमेंट। लो जी आ गया वर्क डन अगेंस्ट फ्रिक्शन। सो गड्डी ਨੂੰ ਮੇਨਟੇਨ ਕਰਨ ਲਈ ਇੰਨਾ ਕੁ ਫੋਰਸ ਲਗਾਉਣਾ ਪੈਣਾ ਉੱਥੇ ਕਿ ਗੱਡੀ 40 ਚਾਹੇ 40 ਤੇ ਮੇਨਟੇਨ ਕਰ, ਚਾਹੇ 60 ਤੇ ਮਰਜੀ ਹੈ, ਜਿਹੜੀ ਤੇ ਵੀ ਫਿਰ ਇੰਨਾ ਕੁ ਫੋਰਸ ਇੰਜਨ ਲਗਾਊਗਾ ਹੀ, ਲਾਣਾ ਹੀ ਪੈਣਾ ਉਹਨੂੰ। μ mg into s। S ਤੇ ਮੈਂ ਜੇ ਆਈ ਗੱਲ ਫਿਰ ਮੈਂ ਇਸੇ ਸਵਾਲ ਨੂੰ ਐ ਕਰ ਦਿੰਦਾ ਕਿ ਮੰਨ ਲਵੋ ਕਿ ਇੱਥੇ ਫਿਰ ਹੋਈ ਆ m, ਇੱਥੇ ਫਿਰ m, ਤੇ ਹੁਣ ਮੈਂ ਕਹਿ ਰਿਹਾ ਕਿ वर्क डन कैलकुलेट करना मैं बस, मतलब कि यानी अगेंस्ट फ्रिक्शन ही नहीं बल्कि बस वर्क डन कैलकुलेट करना। ਤੇ ਮੰਨ ਲਓ ਮੈਂ ਬਾਡੀ ਨੂੰ ਇੱਥੇ ਹੁਣ ਮੈਂ ਐਕਸਲਰੇਸ਼ਨ 0 ਵਾਲਾ ਕੇਸ ਨਹੀਂ ਲੈ ਕੇ ਚੱਲ ਰਿਹਾ, मतलब इतने मान के चल रहा है कि बॉडी जी एक्सेलरेट भी हो रही है, तो बॉडी एक्सेलरेटिंग बॉडी आ वाला केस वखरा होंदा है, इत्थे बॉडी एक्सेलरेट हो रही होंदी है। तो मतलब ये है कि इत्थे जेड़ा फ्रिक्शन लग रहा पिछे नू एफ, ओदे नालों तुहानू जेड़ा अप्लाइड फोर्स है वो हमेशा ज्यादा लगाना पड़ेगा एफ, ठीक है जी। तो बॉडी विच फिर एक्सेलरेशन कितनी आएगी, ए एक्सेलरेशन मान लो आएगी, मान लो मैं एक्सेलरेट करना है ए एक्सेलरेशन, मान लो गिवन है, मान लो सवाल विच गिवन है, मान लो तो फिर नैट देखा जाए तो बेसिकली जो अप्लाइड फोर्स कितना लाना पड़ेगा पहले इत्थे आप देख लीए, है ना। तो अप्लाइड फोर्स माइनस फ्रिक्शन, अप्लाइड फोर्स माइनस फ्रिक्शन किहदे बराबर होना चाहिए है, बॉडी दा मास इनटू एक्सेलरेशन। फोर्स है ना तो बेसिकली आ देखो नेट फोर्स जो मास इनटू एक्सेलरेशन होता है, बॉडी एक्सेलरेट हो रही है, इतने नहीं हो रही, पर मोशन फिर भी मेंटेन कर सकती है, मैं तुहानू दस्सिया नहीं। हुण एफ माइनस एफ तो या फिर अप्लाइड फोर्स कितना लगना चाहिए मैनूं आ दसो इत्थे, फ्रिक्शन प्लस आ गल समझ लगी सारे? हाँ जी वैभव। सर जैसे फर्स्ट केस है सर, अब सर हमने वेलोसिटी कांस्टेंट रखी है सर इसमें, अब सर कांस्टेंट वेलोसिटी के लिए तो सर पहले एक्सेलरेट ही करना पड़ेगा, अगर किसी स्पेसिफिक वेलोसिटी तक लेके जाना है उसे, तो वो पहले हुआ होगा ना इस पॉइंट से पहले, जब ये डिस्प्लेसमेंट शुरू की मैंने, जब ये मेजर करना शुरू, वो उसके पहले का इतिहास है उसका, यहाँ ओके। मैंने बॉडी को एक वेलोसिटी दे दी, मैं अभी दे रहा हूँ वेलोसिटी,
तो मैं कहूँगा देखो मैं अभी दे रहा हूँ वेलोसिटी, तो मैं फोर्स लगा रहा हूँ, देखो सब लोग मैं फोर्स लगा रहा हूँ, देखो मैंने ये कर दिया, तो वो मेरा अभी का काम हो गया। अब कोई उसमें कैलकुलेट कर लेगा कि उसने कितनी एक्सेलरेशन ली, मैंने फोर्स लगाया, उसका कितना मास था, ये वहां का बात। अब बॉडी में आ चुकी, बॉडी चलती जा रही है, 2 किलोमीटर दूर एक आदमी बैठा है, उसने देखा बॉडी को चलते हुए, वो यहाँ से उसको बस देख रहा है कि अच्छा इस बॉडी को यहाँ से यहाँ तक आने में कितना फ्रिक्शन के अगेंस्ट वर्क करना पड़ रहा होगा कि ये बॉडी इस तरह से हो। अच्छा अब मेरी बात बताओ, अगर फ्रिक्शन 0 हो जाए तो बॉडी को कितना अप्लाइड फोर्स चाहिए होगा अगेंस्ट फ्रिक्शन? 0। तो अगर म्यू 0 हो जाए, यानी कि कोएफिशिएंट ऑफ फ्रिक्शन भी 0 हो जाए, बिल्कुल वो, तो आपको कुछ करना ही नहीं पड़ेगा, तो बस उसको छोड़ दो ऐसे ही, तो चलती जाएगी। ऐसा करते हैं हम सैटेलाइट के केस में। जब सैटेलाइट आप किसी अर्थ के अराउंड ऑर्बिट में डालते हो, तो आप रॉकेट से उसको पहले ऊपर लेके जाते हो, सैटेलाइट को ऊपर ले आके एक रॉकेट खुल जाता है, दूसरा रॉकेट उसे हॉरिजॉन्टल वेलोसिटी देके छोड़ देता है बस प्रोजेक्टाइल की तरह ही, और वो छोड़ने के बाद वो वापस ही नहीं आती, क्योंकि और ना ही उसको आपकी एनर्जी की जरूरत है, पेट्रोल वहां पे पेट्रोल पंप नहीं है ऊपर। ठीक है, तो वो मेंटेनेंस के लिए यहाँ मेंटेनेंस की जरूरत है। यहाँ हमारी दुनिया में रियल जो हम आसपास रह रहे हैं, यहाँ पर फ्रिक्शन है बहुत सारा। फ्रिक्शन की वजह से हमें बहुत सारी एनर्जी खर्च करनी पड़ती है अपने डिजायर्ड मोशंस को यूनिफॉर्मली भी चलाने के लिए भी। तो वहां पर नेट फोर्स इंपॉर्टेंट हो जाता है हमने आसपास की दुनिया को समझने के लिए, पर वहां पर ऐसा नहीं है। जैसे मैं आपको एक जो बहुत इंटरेस्टिंग सी चीज अभी बताता हूँ, ऐसे ही मैं इस पेज पर दोबारा वापस आता हूं, ये देखो। अच्छा वैभव, ये तो आपको पता है कि ये मान लो अपना मैं पंजाबी जी गल करदा नहीं, अब मान लो ਤੁਸੀਂ ਇੱਥੇ ਤੁਸੀਂ ਕਿਸੇ ਹਾਈਟ ਤੋਂ ਇੱਥੋਂ ਪ੍ਰੋਜੈਕਟਾਈਲ ਇੱਥੋਂ ਫਾਇਰ ਕਰਦੇ ਹੋ ਹੌਰੀਜ਼ੌਂਟਲ। ਯੈਸ ਸਰ। ਠੀਕ ਹੈ, ਤੇ ਉਹ ਪ੍ਰੋਜੈਕਟਾਈਲ ਫਾਇਰ ਕਰਨ ਤੋਂ ਬਾਅਦ ਉਹ ਆ ਕੇ ਧਰਤੀ ਤੇ ਗਿਰਦਾ ਆ ਪੈਰਾਬੋਲਿਕ ਪਾਥ ਲੈ ਕੇ। ਠੀਕ ਹੈ ਜੀ ਗੱਲ? ਯੈਸ। अच्छा अगर बहुत ज्यादा वेलोसिटी होएगी तो थोड़ा जा आगे जाके गिरेगा। यस सर। अच्छा जो होर ज्यादा वेलोसिटी होएगी तो थोड़ा होर ज्यादा आगे गिरेगा। यस सर। आगल वैलिड है? यस सर। चलो आज एक इमेजिनरी गल करते हैं। मान लो वह अर्थ दे ऊपर अर्थ है अपनी, ठीक, अर्थ का एक कर्व है, अर्थ के ऊपर मान लो इन्नी वड्डी बिल्डिंग बनाई हुई है, इन्नी वड्डी बिल्डिंग बनाई हुई है कि मतलब उतों अर्थ की कर्व भी नजर आती है। जस्ट मैं वैसे एग्जांपल ले रहा, बाद तुम कहोगे बिल्डिंग किवें बना ली या है कितने है, ठीक है। सो जस्ट इन्नी वड्डी बिल्डिंग बना ली टैरेस ते, इत्थे तो तुसीं चढ़े होए सी, इत्थे चढ़ जाओ। हुण तुसीं इत्थे बिल्डिंग दे एन ऊपर ते धरती दी जिहड़ी ओह हैगी आ कर्व आपां नूं नजर आ रही है, मान लो, ठीक है। यस इत्थों हुण तू पत्थर नूं सुटेगा, पत्थर नूं हॉरिजॉन्टल वेलोसिटी नाल पत्थर आके इस तरह करके इत्थे गिर जाएगा अर्थ ते, फिर होर ज्यादा तेज वेलोसिटी नाल सुटेगा तो फिर पत्थर कित्थे आके अर्थ ते इत्थे गिर जाएगा, होर तेज सुटेगा तो फिर पत्थर आके इत्थे गिर जाएगा, होर तेज सुटेगा पत्थर आके फिर इत्थे गिर जाए, शायद होर तेज सुटेगा फिर हो सकता पत्थर आके इत्थे गिर जाए, होर तेज सुटेगा हो सकता। चलो जी हो गया काम, तो ग्रेविटी से डिपेंड हो गया काम। हुण इत्थे आ गया है, हुण इहने ऐ जाके घूमी आना है, तो कर करके पिछों तो जा जाके इधर इधर पिछों निकल आना, ठीक है। यस सर। ते धरती ते ना उहने गिरना, यस सर, ते ना उहने दूर जाना, वो मेंटेन होना। कितने मेंटेन होना, कितने डिस्टेंस से मेंटेन होना, मैं सारी गल्लां समझाऊंगा ग्रेविटेशन च। इत्थे जस्ट मैं तुहानूं ये दस रहा कि इस तो बाद जदों तुहानूं वेलोसिटी इत्थे देती है, इत्थे आ वेलोसिटी देण तो बाद तैनूं कोई लोड नहीं है उहनूं मेंटेन करन दी, जस्ट लीव इट बिकॉज़ देयर इज नो फ्रिक्शन। यस सर, वो अपने आप इट विल कीप ऑन मूविंग। उसके ऊपर सिर्फ आप सोलर पैनल ला दांगे 4-5, क्योंकि वो च किहड़े कैमरे लाए हुए ने, क्योंकि आप किसी जानकारी लिए आप सैटेलाइट सुट्टिया ना। यस सर। ਤੇ ਆਪਾਂ ਉਹ ਕੈਮਰੇ ਲਗਾਏ ਹੋਏ ਨੇ ਕਿ ਧਰਤੀ ਦੀ ਫੋਟੋਆਂ ਖਿੱਚੇ, ਤਰ੍ਹਾਂ ਦੀਆਂ ਫੋਟੋਆਂ ਖਿੱਚ ਕੇ ਸਾਨੂੰ ਭੇਜਦਾ ਰਵੇ ਉਹ ਜਿਹੜਾ ਸਿਸਟਮ। ਬਾਕੀ ਚਲੋ ਮੈਂ ਇੰਨਾ ਜ਼ਿਆਦਾ ਨਹੀਂ ਜਾਣਦਾ ਉਹ, ਕਿਉਂਕਿ ਮੈਂ ਉਸ ਪੋਰਸ਼ਨ ਦਾ ਉਹ ਨਹੀਂ ਆ ਕਿ ਮਤਲਬ ਕੋਈ ਲਗਾਇਆ ਹੋਣਾ ਕੰਪਿਊਟਰਸ ਵਗੈਰਾ ਇਹ ਉਹ, ਕਿ ਉਹ ਉੱਥੋਂ ਸਾਨੂੰ ਜਾਣਕਾਰੀਆਂ ਦੇਵੇ। ਉਹਦੇ ਲਈ ਊਰਜਾ ਦੀ ਲੋੜ ਤਾਂ ਹੈਗੀ ਆ, ਤਾਂ ਉੱਥੇ ਸੋਲਰ ਪੈਨਲ ਲੱਗੇ ਹੁੰਦੇ ਨੇ। ਉਹ ਪੈਨਲਸ ਤੋਂ ਜਦੋਂ ਧੁੱਪ ਪੈਂਦੀ ਆ ਉਹ એનર્ਜੀ ਵੀ ਲੈਂਦਾ ਰਹਿੰਦਾ ਹੈ ਸੈਟੇਲਾਈਟ, ਤੇ ਆਪਣੀ ਸਾਰੀ ਉਹ ਮੇਨਟੇਨੈਂਸ ਵੀ ਕਰਦਾ ਰਹਿੰਦਾ, ਕਈ ਸਾਲਾਂ ਤੱਕ ਕਰਦਾ ਰਹਿੰਦਾ ਜੇ ਪੈਨਲ 'ਚ ਕੋਈ ਗੜਬੜੀ ਨਾ ਆ ਜਾਵੇ ਜਾਂ ਕੋਈ ਇਦਾਂ। ਯੈਸ ਸਰ। ਤੇ ਨਾ ਹੀ ਉਹਨਾਂ ਦੇ ਪੈਨਲਾਂ ਤੇ ਧੂਲ ਮਿੱਟੀ ਜੰਮਦੀ ਹੈ, ਆਪਣੇ ਤਾਂ ਇੱਥੇ ਮਿੱਟੀ ਉੱਡਦੀ ਰਹਿੰਦੀ ਹੈ, ਪੈਨਲ ਸਾਫ਼ ਕਰਾਉਣੇ ਪੈ ਜਾਂਦੇ ਆ ਸਾਲ 1.5 ਸਾਲ ਬਾਅਦ। ਸੋਲਰ ਸੈੱਲ ਲੱਗੇ ਹੁੰਦੇ ਨੇ। ਸੋਲਰ ਸੈੱਲ ਕਿਵੇਂ ਕੰਮ ਕਰਦੇ ਆ ਇਹਦੇ ਬਾਰੇ ਵੀ ਗੱਲ ਕਰਾਂਗੇ। +2 ਤੱਕ ਦੇਖੋ ਸਾਰਾ ਕੁਝ ਹੀ ਹੋਣਾ ਆਪਣਾ। ਕਲੀਅਰ ਹੋਈ ਗੱਲ ਸਾਰਿਆਂ ਨੂੰ? ਯੈਸ। ਹੁਣ ਪੁੱਛ ਲਓ ਕਿ ਜਨਾਬ ਯਾਰ ਬਿਲਡਿੰਗ ਜੀ ਦਾ ਹਿਸਾਬ ਕਿਤਾਬ ਕਿਵੇਂ ਕਰਦੇ ਫਿਰ ਸੈਟੇਲਾਈਟ ਲਈ? ਬਿਲਡਿੰਗ ਕੁਝ ਨਹੀਂ ਹੁੰਦੀ, ਇਹ ਜਾਂ ਕੁਝ ਨਹੀਂ ਹੁੰਦਾ। ਇੱਕ ਰਾਕਟ ਹੁੰਦਾ ਆ, ਇੱਕ ਰਾਕਟ ਦੇ ਕੇ ਸਮਝ ਲਓ ਇੱਕ ਹੋਰ ਰਾਕਟ ਲੱਗਿਆ ਹੁੰਦਾ।
ਆ ਜਿਹੜਾ ਰਾਕਟ ਨੀਚੇ ਵਾਲਾ ਵਾ ਇਹਦਾ ਕੰਮ ਹੈ ਬਸ ਉੱਪਰ ਤੱਕ ਲੈ ਕੇ ਜਾਣਾ, ਬਿਲਡਿੰਗ ਦੀ ਕੰਮ ਰਾਕਟ ਕਰ ਦਿੰਦਾ ਹੈ ਵੀ ਉੱਪਰ ਲੈ ਜਾ, ਠੀਕ ਹੈ। ਰਾਕਟ ਉੱਪਰ ਲੈ ਗਿਆ, ਬਹੁਤ ਉੱਪਰ ਲੈ ਗਿਆ, ਤੇ ਜਿੱਥੇ ਜਿੰਨੀ ਡਿਸਟੈਂਸ ਤੋਂ ਆਪਾਂ ਉਹ ਕਰਨਾ, ਇੱਥੋਂ ਆ ਰਾਕਟ ਪਿੱਛੇ ਦਾ ਖੁੱਲ ਜਾਂਦਾ ਤੇ ਕਚਰਾ ਵਾ ਜਿਹੜਾ ਉੱਪਰ ਘੁੰਮੀ ਜਾਣਾ ਹੈ, ਤੇ ਦੂਜਾ ਇਸ ਤਰ੍ਹਾਂ ਟੇਢਾ ਹੋ ਕੇ ਮੰਨ ਲਓ ਇੱਧਰ ਨੂੰ ਫਾਇਰ ਕਰਤਾ ਉਹਨੇ, ਉਹਦਾ ਫਿਊਲ ਜੋ ਖਤਮ ਹੋ ਗਿਆ, ਉਹਨੇ ਉਨੀ ਵੈਲੋਸਿਟੀ ਗੇਨ ਕਰ ਲਈ ਜਿੰਨੀ ਆਹ ਵਾਲੀ ਵੈਲੋਸਿਟੀ ਚਾਹੀਦੀ ਸੀ ਆਪਾਂ ਨੂੰ। ਉਸ ਤੋਂ ਬਾਅਦ ਉਹਦਾ ਫਿਊਲ ਖਤਮ ਹੋ ਗਿਆ, ਹੁਣ ਫਿਊਲ ਦੀ ਲੋੜ ਹੀ ਕਿੱਥੇ ਹੈ? ਫਿਊਲ ਚਾਹੀਦਾ ਸੀ ਉਹਨੂੰ ਇੱਥੋਂ ਆਹ ਵੈਲੋਸਿਟੀ ਦੇਣ ਲਈ, ਦੇਤੀ ਨਾ, ਬਸ ਹੁਣ ਥੋੜੀ ਚਾਹੀਦਾ ਕਿਉਂਕਿ ਫ੍ਰਿਕਸ਼ਨ ਤਾਂ ਹੈ ਨਹੀਂ। ਫ੍ਰਿਕਸ਼ਨ ਚਾਹੀਦਾ, ਫ੍ਰਿਕਸ਼ਨ ਹੁੰਦਾ ਤਾਂ ਫਿਰ ਮੈਨੂੰ ਹੋਰ ਮੇਨਟੇਨ ਕਰਨਾ ਪੈਂਦਾ। ਠੀਕ ਹੈ ਜੀ ਵੈਭਵ? यस सर। हाँ जी पीयूष। सर पिछला पेज खोलियो सर मड़ा है। सर इधर सर जो फर्स्ट केस है सर ਇਹਦੇ ਵਿੱਚ ਸਰ ਜਿੰਨੇ ਟਾਈਮ ਲਈ ਆਪਾਂ ਸਰ ਕਰਾਂਗੇ ਡਿਸਪਲੇਸਮੈਂਟ ਸਰ ਉਹਨੇ ਟਾਈਮ ਲਈ ਜੋ ਫੋਰਸ ਸਰ ਉਹ ਲੱਗਣੀ ਜ਼ਰੂਰੀ ਹੈ ਜਾਂ ਸਰ ਫਿਰ ਆਪਾਂ ਮਤਲਬ ਇੱਕ ਵਾਰ ਨਾ ਕਰ ਦਾਂਗੇ ਲਾਗੇ ਥੋੜੀ ਇੱਕ ਇਹ ਤਾਂ ਲਗਾਤਾਰ ਲੱਗੀ ਜਾਣੀ ਜ਼ਰੂਰੀ ਹੈ। ਇੱਥੇ ਤੱਕ ਬਹੁਤ ਵਧੀਆ ਕੁਐਸਚਨ ਹੈ। ਲਗਾਤਾਰ ਲੱਗੇਗਾ ਫੋਰਸ ਆ ਵਾਲਾ ਤਾਂ ਹੀ ਬੋਡੀ ਇਸ ਤਰ੍ਹਾਂ ਇੱਥੇ ਤੱਕ ਆਏਗੀ, ਨਹੀਂ ਤਾਂ ਇਹਨੇ ਹੋ ਸਕਦਾ ਰੁਕੀ ਜਾਵੇ, ਪਹਿਲੇ ਰੁਕ ਜਾਏਗੀ ਤਾਂ ਜਦੋਂ ਥੋੜੀ ਇਹਨੇ ਡਿਸਪਲੇਸਮੈਂਟ ਕਵਰ ਕਰ ਲੇਗੀ ਉਹ ਇੱਕ ਪਾਰਟਿਕੂਲਰ ਵੈਲੋਸਿਟੀ ਕਰਨ ਤੋਂ ਬਾਅਦ, ਫਿਰ ਉਹ ਹੌਲੀ ਹੌਲੀ ਆ ਫ੍ਰਿਕਸ਼ਨ ਇਹਨੂੰ ਰੋਕ ਦੇਣਾ, ਕੀਤਾ ਇੱਥੇ ਰੋਕ ਦੇ। ਫਿਰ ਆਪਾਂ ਨੂੰ ਚਾਹੀਦਾ ਕਿ ਬਿਲਕੁਲ ਉਵੇਂ ਉਨੀ ਵੈਲੋਸਿਟੀ ਨਾਲ ਇੱਥੇ ਤੱਕ ਆਵੇ ਵਿਦਆਊਟ ਉਹਦੇ ਅਗੇਂਸਟ ਫ੍ਰਿਕਸ਼ਨ ਕਿੰਨਾ ਫੋਰਸ ਕਰਨਾ ਵਰਕ ਕਰਨਾ ਪਏਗਾ ਇੱਥੋਂ ਇੱਥੇ ਤੱਕ ਆਉਣ ਚ। ਆਪਾਂ ਉਹ ਪਤਾ ਕੀਤਾ, ਐਕਸਲਰੇਸ਼ਨ ਨੂੰ ਜ਼ੀਰੋ ਲਿਆ ਤਾਂ ਇਹ ਕੰਮ ਹੋਇਆ, ਐਕਸਲਰੇਸ਼ਨ ਹੈਗੀ ਆ ਤਾਂ ਆ ਕੰਮ ਹੋਊਗਾ, ਆ ਕੰਮ ਹੋਊਗਾ ਤਾਂ ਵਰਕ ਡਨ ਕਿਹਦੇ ਬਰਾਬਰ ਹੋਊਗਾ? ਤੇ ਫ੍ਰਿਕਸ਼ਨ ਕੀ ਹੋਗਾ? μ mg ਇਨਟੂ ਡਿਸਪਲੇਸਮੈਂਟ। ਸਮਝ ਲੱਗੀ ਗੱਲ ਸਾਰਿਆਂ ਨੂੰ? ਹਾਂਜੀ ਸਰ। ਇਹ ਪੇजेस ਮੈਂ ਤੁਹਾਨੂੰ ਹੋ ਸਕਦਾ ਭੇਜ ਦੂੰਗਾ ਕਿਉਂਕਿ ਕਿਤਾਬ 'ਚ ਨਹੀਂ ਹੈਗਾ ਇਸ ਤਰ੍ਹਾਂ ਡਿਟੇਲਡ ਕੁਝ ਵੀ, ਠੀਕ ਹੈ ਸਰ? ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਸਰ ਜੋ ਤੁਸੀਂ ਆ ਲਿਖਿਆ ਵਰਕ ਡਨ ਇਜ਼ ਇਕੁਅਲ ਟੂ ਫੋਰਸ ਟੂ ਡਿਸਪਲੇਸਮੈਂਟ, ਸਰ ਇਹ ਸੈਕੰਡ ਕੇਸ ਹੈ ਫਰਸਟ ਕੇਸ ਹੈ ਕਿ ਆ ਤਾਂ ਇਹ ਤਾਂ ਫਾਰਮੂਲਾ ਹੈ ਆਪਣਾ, ਨਾਰਮਲੀ ਫਸਟ ਕੇਸ ਵੀ ਆਈ ਆ, ਸੈਕੰਡ ਕੇਸ ਵੀ ਆਈ ਆ ਤਾਂ ਕਦੀ ਵੀ ਨਹੀਂ ਬਦਲਿਆ ਆਪਣਾ, ਬਸ ਆ ਫੋਰਸ ਅਪਲਾਈਡ ਫੋਰਸ ਬਦਲਿਆ ਨਾ। ਅਪਲਾਈਡ ਫੋਰਸ ਤੇਰਾ ਹੁਣ ਇੱਥੇ ਅਪਲਾਈਡ ਫੋਰਸ ਕੱਲਾ ਫ੍ਰਿਕਸ਼ਨ ਦੇ ਬਰਾਬਰ ਸੀਗਾ, ਇੱਥੇ ਅਪਲਾਈਡ ਫੋਰਸ ਤੇਰੇ ਫ੍ਰਿਕਸ਼ਨ ਤੋਂ ਇਲਾਵਾ ਨਾਲ ਮਾਸ ਇਨਟੂ ਐਕਸਲਰੇਸ਼ਨ ਦੇ ਬਰਾਬਰ ਇੱਕ ਫੋਰਸ ਦੇਣਾ ਪਿਆ ਤੈਨੂੰ। ਉਹ ਕਿੱਥੋਂ ਆਇਆ ਵਾ? ਇੱਥੋਂ ਆਇਆ, ਦੇਖ ਲੈ। ਇਹ ਆਪਣੇ ਨੋਟਸ 'ਚ ਲਿਖਿਓ ਬਣਾ ਕੇ ਚੰਗੀ, ਆਪਣੇ ਨੋਟਸ ਬਣਾਇਓ, ਕਿਤਾਬਾਂ 'ਚੋਂ ਚੇਪੀਆਂ ਨਾ ਮਾਰਿਓ ਸਿੱਧਾ ਹੀ, ਤੇ ਤਾਂ ਹੀ ਤੁਹਾਨੂੰ ਮੈਂ ਇਕੱਲਾ ਕੇਸ ਇਸ ਤਰ੍ਹਾਂ ਕਰਾ ਰਿਹਾ। ਆ ਗੱਲ ਨੂੰ ਤੇ ਆ ਗੱਲ ਨੂੰ ਮੇਨਟੇਨ ਕਰ। ਇਹਦੇ ਬਾਅਦ ਤੀਜਾ ਕੇਸ ਵੀ ਆਊਗਾ ਕਿ ਜਿਸ ਐਫ ਕਿਸੇ ਐਂਗਲ ਤੇ ਹੋਵੇ, ਤੁਹਾਨੂੰ ਪਤਾ ਫਿਰ ਉਹਨੂੰ ਉਹ ਕਿਵੇਂ ਕਰਨਾ, ਨਾਲ cos ਥੀਟਾ ਇੱਥੇ ਲੱਗ ਜੂਗਾ, cos ਥੀਟਾ ਇੱਥੇ ਲੱਗ ਜੂਗਾ, that is different। ਕਲੀਅਰ ਹੈ ਗੱਲ? ਹੁਣ ਅੱਗੇ ਕਰਾਂ ਮੈਂ? ਹਾਂਜੀ ਸਰ। ਸਾਰੇ ਜਿਹੜੇ ਦੇਖੋ ਹੁਣ ਅੱਗੇ ਹੁਣ ਹੈਗੀ ਆ, ਮਤਲਬ ਕਹਿੰਦਾ ਮੈਂ ਸਿਰਫ ਅਗੇਂਸਟ ਫ੍ਰਿਕਸ਼ਨ, ਮੈਂ ਵਰਕ ਡਨ ਅਗੇਂਸਟ ਫ੍ਰਿਕਸ਼ਨ ਦੀ ਗੱਲ ਕਰ ਰਿਹਾ ਹਮੇਸ਼ਾ, ਤੇ ਅਗੇਂਸਟ ਫ੍ਰਿਕਸ਼ਨ ਦੀ ਗੱਲ ਕਰ ਰਹੇ ਯਾਨੀ ਕਿ ਮੰਨ ਕੇ ਚੱਲ ਰਿਹਾ ਇਟ ਮੀਨਸ ਬੋਡੀਜ਼ ਜਿਹੜੀ ਆ ਇਜ਼ ਇਨ यूनिफॉर्म मोशन, यानी कि होते नेट फोर्स 0 है, नॉट एक्सेलरेटिंग। तो अगर एक्सेलरेट करना आएगा तो तुहानू पता है कि वो एम ए किवें ऐड होना है, तो मैं अगेंस्ट फ्रिक्शन की गल कर रहा हूं पहला सिर्फ। केस हैगा जी ऊपर लैके जाते हुए, आएगा थीटा। ये थीटा कुछ भी नहीं है, ना इनू मैं एंगल ऑफ रिपोज कह रहे हैं ना एंगल ऑफ फ्रिक्शन, जस्ट एक इंक्लिनेशन का एंगल है, ये कुछ भी हो सकता है। इत्थे पई हुई है जी बॉडी, मान लो मास एम दी, ते तुहानू पता है इत्थों हुण पहला कुछ जेडे फोर्सेस लग रहे हैं पहला आपां नू मेनटेन कर लीए, ते मेनटेन किवें कर लीए भी इन जनरल जो बॉडी अपनी जगह ते पई हुई है तो सब तो पहला तो ये गल करो तुसीं ओहदी इहदे अपने वेट की, जिहड़ा बॉडी का वेट है वो इत्थों नीचे नूं एक्ट करेगा हमेशा, पक्की गल है। ते वेट जिहड़ा एक्ट करेगा वो वर्टिकली डाउनवर्ड हुंदा है हमेशा, ते mg हुंदा है।
ਤੇ ਇਹਦੇ ਵਿੱਚ ਜੇ ਮੈਂ ਨਾਰਮਲ ਰਿਐਕਸ਼ਨ ਵਾਲਾ ਇੱਕ ਉਹ ਅਲੱਗ ਫੇਸ ਕੱਢਦਾ ਇੱਥੋਂ, ਤਾਂ ਉਹ ਆਏ ਦੇ ਪਰਪੈਂਡੀਕੂਲਰ ਇੱਥੋਂ ਮੈਂ ਡਰਾ ਕਰ ਲੈਣਾ ਹੈ ਤਾਂ ਕਿ ਪਤਾ ਲੱਗੇ ਕਿ ਨਾਰਮਲ ਰਿਐਕਸ਼ਨ ਕਿੱਦਾਂ ਲੱਗੇਗੀ। ਜਸਟ ਕਿ ਡੈਸ਼ ਡੈਸ਼ ਕਰਕੇ ਡਰਾ ਕੀਤਾ ਮੈਂ, ਹਾਲੇ ਨਹੀਂ ਕੁਝ ਕੀਤਾ ਹੋਰ। ਤੇ ਮੈਨੂੰ ਪਤਾ ਕਿ ਆਹ ਐਂਗਲ ਥੀਟਾ ਹੋਏਗਾ, ਇਸ ਲਈ ਡਰਾ ਕੀਤਾ ਸੀ। ਇਹ ਮੈਂ ਕੱਲ ਜਾਂ ਪਹਿਲਾਂ ਗੱਲ ਕਰ ਚੁੱਕਾ ਕਈ ਵਾਰ ਤੁਹਾਡੇ ਨਾਲ ਸਾਰੇ ਨਾਲ। ਤਾਂ ਇਹਦਾ ਕਰਕੇ ਕੀ ਹੋਗਾ ਕਿ weight ਹੈ, weight ਦਾ ਇੱਕ ਕੰਪੋਨੈਂਟ ਬਣੇਗਾ ਇਸ ਦਿਸ਼ਾ 'ਚ ਇੰਨਾ। ਇਹਦੀ ਵੀ ਬਹੁਤ ਵਧੀਆ ਤੁਹਾਨੂੰ ਆਉਣੀ ਚਾਹੀਦੀ ਹੈ ਕਿ ਇਹਦੇ ਬਿਲਕੁਲ ਸਾਹਮਣੇ ਆਵੇ ਇੱਥੇ, ਤਾਂ ਕਿ ਦੂਜਾ ਕੰਪੋਨੈਂਟ ਬਿਲਕੁਲ ਹੌਰੀਜ਼ੌਂਟਲ ਇੱਥੋਂ ਬਣ ਸਕੇ। ਤੇ ਅਗਲਾ ਕੰਪੋਨੈਂਟ ਬਣੇਗਾ ਇੱਥੋਂ ਇੱਧਰ ਨੂੰ, ਠੀਕ ਹੈ। ਮੈਂ ਥੋੜਾ ਉੱਪਰ ਸ਼ੋ ਕਰਤਾ, ਉਹਦੇ ਉੱਪਰ ਵੀ ਸ਼ੋ ਕਰ ਸਕਦੇ। ਤੇ ਕਿੰਨਾ ਹੋਏਗਾ ਆਹ ਵਾਲਾ mg cos theta, ਆਹ ਕਿੰਨਾ ਹੋਏਗਾ mg sin theta। ਫਿਲਹਾਲ ਆਪਾਂ ਇਹ ਮੰਨ ਕੇ ਚੱਲਦੇ ਕਿ ਬੋਡੀ ਆਪਣੇ ਆਪ ਮੂਵ ਨਹੀਂ ਕਰ ਰਹੀ, ਕਿਉਂਕਿ ਆਪਾਂ ਉਹਨੂੰ ਆਪਣੇ ਆਪ ਮੂਵ ਥੋੜੀ ਕਰਾ ਰਹੇ ਹਾਂ। ਆਪਾਂ ਕਹਿ ਰਹੇ ਹਾਂ ਜਸਟ ਬੋਡੀ ਉੱਤੇ ਪਈ ਹੈ ਫਿਲਹਾਲ, ਠੀਕ ਹੈ। ਜੇ ਬੋਡੀ ਪਈ ਹੈ ਤਾਂ ਬੋਡੀ ਪਈ ਕਿਉਂ ਆ, ਯਾਨੀ ਕਿ ਜੇ ਬੋਡੀ ਪਈ ਹੈ ਤਾਂ ਉਹ mg sin theta ਨੂੰ ਪਈ ਥੋੜੀ ਰਹਿਣ ਦੇਗਾ, ਪਰ ਫਿਰ ਵੀ ਬੋਡੀ ਪਈ ਆ। ਕਿਉਂ ਪਈ ਆ? ਕੀ ਲੱਗ ਰਿਹਾ ਉੱਥੇ? फ्रिक्शन ਪਿੱਛੇ ਨੂੰ। ਫ੍ਰਿਕਸ਼ਨ ਕਿੱਧਰ ਨੂੰ ਲੱਗ ਰਿਹਾ? ਫਿਰ ਪਿੱਛੇ ਨੂੰ ਪੱਕਾ ਹੀ ਉਹ ਉੱਪਰ ਨੂੰ ਲੱਗੇਗਾ, ਕਿਉਂਕਿ ਉਹ ਬੋਡੀ ਉੱਥੇ ਉਹਨੂੰ ਉਹਦਾ weight ਨੀਚੇ ਨੂੰ ਖਿੱਚ ਰਿਹਾ, ਤਾਂ ਬਿਲਕੁਲ ਉਹਦੇ ਬਰਾਬਰ ਹੀ ਫ੍ਰਿਕਸ਼ਨ ਲੱਗ ਰਿਹਾ। ਤਾਂ ਮਤਲਬ ਉਸ ਜਗ੍ਹਾ ਤੇ ਤਾਂ ਹੀ ਤਾਂ ਉਹ ਭਾਰਿਆ। ਤੇ ਇਸ ਤੋਂ ਇਲਾਵਾ ਇੱਕ ਬੋਡੀ ਤੇ ਹੋਰ ਚੀਜ਼ ਵੀ ਲੱਗਦੀ ਹੈ ਜਿਹੜੀ ਨਾਰਮਲ ਰਿਐਕਸ਼ਨ ਬੋਲਦੇ ਆ ਆਪਾਂ। ਉਹ ਨਾਰਮਲ ਰਿਐਕਸ਼ਨ ਕਿਹੜੀ ਡਾਇਰੈਕਸ਼ਨ 'ਚ ਕਿੱਥੇ ਆ? ਫਿਰ mg cos theta ਦੇ ਆਪੋਜ਼ਿਟ, एकदम opposite, क्योंकि बिल्कुल नॉर्मल लगता होता है। तो mg cos थीटा के opposite है, तो ये नॉर्मल रिएक्शन। तो नॉर्मल रिएक्शन हमेशा उसके बराबर होती है, क्योंकि इस डायरेक्शन कोई मोशन नहीं है। सो r कह लो इन्हों। ये तो कुछ खास जानकारियां आंदियां जिहड़ियां हमेशा चलदियां ने कि जिहड़ी नॉर्मल रिएक्शन हैगी है साडी, वो पक्की गल आ, वो mg cos थीटा दे ही बराबर है, ठीक है। ते जिहड़ा अपना फ्रिक्शन हैगा आ, वो mg sin थीटा दे ही बराबर है, ठीक है जी। ये वो केस है जो फोर्स लिमिटिंग है, बॉडी जस्ट हले उत्थे रुकी हुई है, जस्ट मतलब या मूव नहीं कर रही है। तो मान लो मैं जस्ट इस फ्रिक्शन को मेंटेन करना है, इस फ्रिक्शन को मेंटेन, मान लो किनेटिक है या कुछ भी है, मतलब जो बॉडी मूव करनी है, तो मान लो इथों डिस्प्लेसमेंट कितनी होगी बॉडी की? डिस्प्लेसमेंट होगी मान लो इन्हें ऊपर लेके जा सकता, मैं नीचे भी लेके जा सकता, जो मर्जी कर सकता। सो फिलहाल तो मैं जस्ट एम गल कर रहे हैं इन जनरल, सिर्फ इस तरह नहीं कि बॉडी उत्थे पई है ਤੇ ਮੋਸ਼ਨ ਚ ਨਹੀਂ ਹੈ। ਪਰ ਮੈਂ ਵਰਕ ਡਨ ਦੀ ਗੱਲ ਕਰਨੀ ਤਾਂ ਮੋਸ਼ਨ ਚ ਲਿਆਣਾ ਪੈਣਾ, ਜਾਂ ਅਪਵਰਡ ਲੈ ਕੇ ਆਣਾ ਪੈਣਾ ਜਾਂ ਨੀਚੇ ਲੈ ਕੇ ਆਣਾ ਪੈਣਾ। ਕਿੱਥੇ ਲੈ ਕੇ ਜਾਈਏ ਇਹਨੂੰ ਆਪਾਂ, ਉੱਪਰ ਕਿ ਨੀਚੇ? ਪਹਿਲਾ ਕੇਸ ਕਰਦੇ ਹਾਂ, ਕੋਈ ਵੀ ਤੁਸੀਂ ਦੱਸੋ ਕਿਹੜਾ ਕਰੀਏ ਪਹਿਲਾਂ, ਅਪਵਰਡ ਕਿ ਨੀਚੇ? ਅਪਵਰਡ। ਚਲੋ ਅਪਵਰਡ ਕਰਦੇ ਹਾਂ। ਚਲੋ ਜੀ, ਅਪਵਰਡ ਮੋਸ਼ਨ ਦੇ ਲਈ ਆਪਾਂ ਪਤਾ ਕਰਦੇ ਹਾਂ ਕਿ ਵਰਕ ਡਨ ਕਿੰਨਾ ਕਰਨਾ ਪਏਗਾ। ਜੇ ਅਪਵਰਡ ਮੋਸ਼ਨ ਦੀ ਗੱਲ ਕਰੋਗੇ, ਮੈਨੂੰ ਉੱਪਰ ਖਿੱਚ ਕੇ ਲੈ ਕੇ ਜਾਓਗੇ ਨਾ, ਪੱਕੀ ਗੱਲ ਐਫ ਨੂੰ ਮਿਟਾ ਦਿਓ ਬਈ, ਕਿਉਂਕਿ ਅਪਵਰਡ ਦੀ ਗੱਲ ਕਰ ਰਹੇ ਤੁਸੀਂ ਆਪ ਹੀ ਗਏ। क्योंकि जे तुसी बॉडी ਨੂੰ ਉੱਪਰ ਨੂੰ मूव ਕਰਨ ਲੱਗ ਜਾਓਗੇ ਤਾਂ ਫ੍ਰਿਕਸ਼ਨ ਕਿੱਧਰ ਨੂੰ ਲੱਗੇਗਾ? ਨੀਚੇ ਨੂੰ, ਹਨਾ। ਫ੍ਰਿਕਸ਼ਨ ਨੀਚੇ ਨੂੰ ਲੱਗੇਗਾ, ਤੇ ਫ੍ਰਿਕਸ਼ਨ ਜਿਹੜਾ ਲੱਗੇਗਾ ਨੀਚੇ ਨੂੰ, ਉਹਨੂੰ ਐਫ ਕਹਿ ਦੇਣਾ। ਤੇ ਹੁਣ ਤੁਹਾਨੂੰ ਉੱਪਰ ਲੈ ਕੇ ਜਾਣ ਲਈ ਬॉडी ਨੂੰ ਫੋਰਸ ਲਗਾਉਣਾ ਪਏਗਾ। ਹੁਣ ਜਿਹੜਾ ਫੋਰਸ ਤੁਹਾਨੂੰ ਉੱਪਰ ਨੂੰ ਲੈ ਕੇ ਜਾਣ ਲਈ ਲਗਾਉਣਾ ਪਏਗਾ, ਉਹ ਫੋਰਸ ਹੈ ਅਸਲ ਵਿੱਚ ਜਿਹਨੇ ਵਰਕ ਡਨ ਕਰਨਾ। ਸਾਰਾ ਕਰਨਾ ਤਾਂ ਇਹੀ ਹੈ, ਬਾਕੀ ਸਾਰਾ ਤਾਂ ਆਟੋਮੈਟਿਕਲੀ ਹੈ। ਤਾਂ ਤੁਹਾਨੂੰ ਅਪਲਾਈਡ ਫੋਰਸ, how much force is to be applied? F कितना होना चाहिए applied force? mg sin theta plus friction। F दोनों, ਉਹਨੂੰ mg sin theta, ਇੱਕ ਤਾਂ ਉਹਨੂੰ ਪਿੱਛੇ ਉਹਦੇ weight ਨੂੰ ਵੀ ਚੱਕਣਾ ਪੈਣਾ, friction ਨੂੰ ਵੀ ਮੇਨਟੇਨ ਕਰਨਾ ਪੈਣਾ, ਤਾਂ ਹੋਏਗਾ। ਠੀਕ ਹੈ ਗੱਲ। ਸੋ ਆ ਅਪਲਾਈਡ ਫੋਰਸ ਜਿਹੜਾ ਇਹ ਉੱਪਰ ਨੂੰ ਬਣਾਓਗੇ ਤਾਂ F ਨੀਚੇ ਨੂੰ ਆ ਜਾਏਗਾ। F ਤੇ mg sin theta ਦੋਨੋਂ ਇੱਕ ਦੂਜੇ ਦਾ ਸਾਥ ਦੇਣ ਲੱਗ ਜਾਣਗੇ, ਦੋਨਾਂ ਦੇ ਖਿਲਾਫ ਕੱਲਾ F ਕੰਮ ਕਰੇਗਾ, ਤਾਂ ਇਹ ਬਣ ਜਾਏਗਾ F। ਤੇ F ਕਿਹੜਾ ਹੁੰਦਾ ਹੈ, ਕਿਹਦੇ ਬਰਾਬਰ ਹੈ? ਨਿਊ ਇਨਟੂ ਆਰ। ਤੇ ਆਰ ਕਿਹਦੇ ਬਰਾਬਰ? mg cos theta। ਆ ਅਪਲਾਈਡ ਫੋਰਸ ਲੱਗੇਗਾ ਬੋਡੀ ਨੂੰ ਬਿਨਾਂ ਐਕਸੈਲਰੇਸ਼ਨ ਦੇ ਉੱਪਰ ਲੈ ਕੇ ਜਾਣ ਦੇ ਲਈ। ਤੇ ਇਸ ਦੇ ਨਾਲ ਅਗਰ ਮੈਂ ਵਰਕ ਡਨ ਕਰਾਂਗਾ, ਫੋਰਸ ਇਨਟੂ ਡਿਸਪਲੇਸਮੈਂਟ, ਉਹ ਬਣ ਜਾਏਗਾ mg sin theta plus mu mg cos theta and multiplied by displacement, work done when body ਨੂੰ ਉੱਪਰ ਲੈ ਕੇ ਜਾਣਾ ਹੋਵੇ। ਹਾਂਜੀ ਵੈਭਵ ਕੁਝ ਕਹਿ ਰਿਹਾ ਤੂੰ? नो सर, वो गलती से हो गया था। ਰਾਜਵੀਰ ਸਿੰਘ ਸਰ ਇਹ ਸਮਝ ਨਹੀਂ ਲੱਗੀ ਗੱਲ। F ਇਕੁਅਲ F ਤੋਂ ਬਾਅਦ ਵਾਲੀ ਜਿਹੜੀ ਬਲੂ ਨਾਲ ਲਿਖੀ ਹੈ ਸਰ। ਦੇਖੋ ਨਾ, F ਜਿਵੇਂ ਕਹਿਣ ਦਾ ਭਾਵ ਇਹ ਆ, ਦੇਖ ਮੈਂ ਕਹਿ ਰਿਹਾ ਤੂੰ ਐ ਇਹਨੂੰ ਐ ਸਮਝ ਪਹਿਲਾਂ ਤਾਂ
ਜੇ ਮੰਨ ਲਾ ਇੱਥੇ ਇੱਕ ਚੀਜ਼ ਆ ਹਵਾ ਵਿੱਚ ਹੀ ਆ, ਉਹ ਚ ਫ੍ਰਿਕਸ਼ਨ ਫੁਕਸ਼ਨ ਕੁਝ ਨਹੀਂ ਹੈਗਾ, ਜਸਟ ਹਨਾ ਇੱਕ ਬੰਦਾ ਜ਼ੋਰ ਲਾ ਕੇ ਉਹਨੂੰ ਇੱਧਰ ਨੂੰ ਖਿੱਚ ਰਿਹਾ F1 ਦੇ ਨਾਲ, ਦੂਜਾ ਬੰਦਾ ਵੀ ਉਹਦਾ ਸਾਥ ਦੇ ਰਿਹਾ, ਉਹ F2 ਫੋਰਸ ਨਾਲ ਇੱਧਰ ਨੂੰ ਖਿੱਚ ਰਿਹਾ। ਮੈਂ ਤੈਨੂੰ ਕਹਿ ਰਿਹਾ ਇਹ ਬੋਡੀ ਨੂੰ ਆਪਾਂ ਇੱਕ ਯਾਨੀ ਇਸ ਬੋਡੀ ਤੇ ਨੈਟ ਫੋਰਸ 0 ਕਰਨਾ ਹੈ, ਠੀਕ ਆ ਵੀ ਉਹਨੂੰ ਅੱਗੇ ਲੈ ਕੇ ਜਾਣਾ, ਤਾਂ ਤੈਨੂੰ ਕਿੰਨਾ ਫੋਰਸ ਇੱਧਰ ਨੂੰ ਲਾਣਾ ਪਊਗਾ ਮੈਨੂੰ ਇਹ ਦੱਸ। ਸਰ ਦੋ ਫੋਰਸ ਲੱਗ ਰਹੇ ਤੇ ਅੱਗੇ ਨੂੰ, ਤੈਨੂੰ ਆ ਕਿੰਨਾ ਲਾਣਾ ਪੈਣਾ, ਇਹਨਾਂ ਦੋਨਾਂ ਦੇ ਜੋੜ ਦੇ ਬਰਾਬਰ ਲਾਣਾ ਪੈਣਾ ਨਾ। ਹਾਂਜੀ ਸਰ। ਹੁਣ ਇੱਥੇ ਜਿਹੜਾ ਡਾਇਗਰਾਮ 'ਚ ਦੇਖ ਤੈਨੂੰ ਆ F ਕਿੰਨਾ ਲਾਣਾ ਪੈਣਾ, ਇਹਨੂੰ ਉੱਪਰ ਲੈ ਕੇ ਜਾਣ ਲਈ ਅਪਵਰਡ ਦੀ ਗੱਲ ਕਰ ਰਹੇ ਨਾ, ਅਦਿਤੀ ਨੇ ਬੋਲਿਆ ਅਪਵਰਡ ਆਪਾਂ ਪਹਿਲਾਂ ਕੈਲਕੂਲੇਟ ਕਰਾਂਗੇ, ਤਾਂ ਇਹਨੂੰ ਇਹਨਾਂ ਦੋਨਾਂ ਨੂੰ ਮੇਨਟੇਨ ਕਰਨਾ। ਇੱਕ ਤਾਂ ਇਹਦੇ ਵੇਟ ਕਰਕੇ ਥੱਲੇ ਜਾਣ ਨੂੰ ਪਹਿਲਾਂ ਹੀ ਕਾਹਲਾ ਸੀ ਉਹ, ਦੂਜਾ ਜਦੋਂ ਮੋਸ਼ਨ 'ਚ ਬੋਡੀ ਆਊਗੀ ਤਾਂ ਫ੍ਰਿਕਸ਼ਨ ਤਾਂ ਲੱਗੂਗਾ ਪਿੱਛੇ ਨੂੰ, ਤਾਂ ਫ੍ਰਿਕਸ਼ਨ ਵੱਖਰਾ ਲੱਗੂਗਾ, ਉਹਦਾ weight ਦੇ ਕੰਪੋਨੈਂਟ ਕਰਕੇ ਪਿੱਛੇ ਵੈਸੇ ਆਉਣ ਨੂੰ ਫਿਰਦਾ ਸੀ। ਆ ਦੋਨੋਂ ਫੋਰਸਿਸ ਦੇ ਬਰਾਬਰ ਫੋਰਸ ਉਹਨੂੰ ਉੱਪਰ ਲਾਣਾ ਪੈਣਾ ਜਾਣ ਲਈ। ਹਾਂਜੀ ਸਰ। ਠੀਕ ਹੈ ਗੱਲ। ਹਾਂਜੀ। ਜੇ ਉਹ ਬੋਡੀ ਨੂੰ ਉੱਪਰ ਲੈ ਕੇ ਜਾਣਾ ਚਾਹਤਾ ਬਿਨਾ ਐਕਸਲਰੇਸ਼ਨ ਦੇ, ਤਾਂ ਆ ਗੱਲ ਇੰਪੋਰਟੈਂਟ। ਜੇ ਉਹਨੇ ਮੈਂ ਕਿਹਾ ਬੋਡੀ ਨੂੰ ਉੱਪਰ ਤੇਜ਼ ਲੈ ਕੇ ਜਾਣਾ ਜਾਂ ਉਹ ਤੇਜ਼ ਵੀ ਕਰਨਾ, ਵੈਲੋਸਿਟੀ ਵਧਾਣੀ ਵੀ ਉਹਦੀ ਯਾਨੀ ਐਕਸਲਰੇਟ ਕਰਨਾ ਹੈ, ਫਿਰ ਤੈਨੂੰ ਉਹ ਵਾਲਾ ਇੱਕ ਫੋਰਸ ਵਧਾਉਣਾ ਪੈਣਾ। ਉਹ ਵਾਧੂ ਫੋਰਸ ਫਿਰ ਕਿੱਧਰ ਪਾਸੇ ਆਂਦਾ ਆ, ਇਹਦੇ ਵਿੱਚ ਐਡ ਹੁੰਦਾ ਆ। ਪਤਾ ਲੱਗੀ ਗੱਲ ਇਹ ਪਿੱਛੇ ਵੀ ਜਿਵੇਂ ਕਰਾਏ ਸੀ। ਹਾਂਜੀ ਸਰ। ਉਹ ਬਾਅਦ ਚ ਐਡ ਕਰ ਦਾਂਗੇ, ਪਰ ਫਿਲਹਾਲ ਤਾਂ ਮੈਂ ਫ੍ਰਿਕਸ਼ਨ ਨੂੰ ਮੇਨਟੇਨ ਕਰ ਰਿਹਾ, ਵਰਕ ਡਨ ਅਗੇਂਸਟ ਫ੍ਰਿਕਸ਼ਨ ਕਰ ਰਿਹਾ ਸਿਰਫ। ਸੋ ਮੈਂ ਉਹੀ ਦੇਖ ਰਿਹਾ, ਪਰ ਇਹਦੇ weight ਆ ਜਿਹੜਾ ਉਹ ਫ੍ਰਿਕਸ਼ਨ ਦੀ ਮਦਦ ਕਰ ਰਿਹਾ ਜਦੋਂ ਉੱਪਰ ਜਾ ਰਿਹਾ, ਇਸ ਲਈ ਤਾਂ ਉੱਪਰ ਜਾਣਾ ਔਖਾ ਹੋ ਗਿਆ ਵਾ। ਇਸ ਲਈ ਤਾਂ ਤੁਸੀਂ ਸਭ ਤੋਂ ਔਖਾ ਕੇਸ ਦੱਸਿਆ ਸੀ ਇੱਥੇ ਵਰਕ ਡਨ ਦਾ। ਆ ਆਪਣਾ ਇਹਦੇ ਨਾਲ ਮੈਂ ਡਿਸਪਲੇਸਮੈਂਟ ਮਲਟੀਪਲਾਈ ਕਰਤੀ ਹੈ ਇਸ ਫੋਰਸ ਦੇ ਨਾਲ, ਬਸ। ਠੀਕ ਹੈ ਗੱਲ। ਬਿਲਕੁਲ ਕੇਸ ਮੈਂ ਅਲੱਗ ਕਰਨ ਜਾ ਰਿਹਾ ਥੋੜਾ, ਹੁਣ ਮੈਂ ਕਰਨ ਜਾ ਰਿਹਾ, ਬਾਕੀ ਚੀਜ਼ਾਂ ਮੇਨਟੇਨ ਮੈਂ ਕਰ ਚੁੱਕਾ, ਤੁਹਾਨੂੰ ਪਤਾ ਆ। ਮੈਂ ਐ ਕਰ ਦਿੰਦਾ ਵਾ ਤੇ ਮੰਨ ਲਓ ਆ ਆਪਣਾ ਫਿਰ ਤੋਂ ਮੈਂ ਬਣਾ ਦਿੰਦਾ ਤੇ ਬੋਡੀ ਨੂੰ ਮੈਂ ਰੱਖ ਦਿੰਦਾ ਇੱਥੇ, ਤੇ ਬੋਡੀ ਦੇ ਵਿੱਚ ਸਾਰਾ ਕੁਝ ਉਵੇਂ ਐਕਟ ਕਰੇਗਾ ਜਿਵੇਂ ਮੈਂ ਪਹਿਲਾਂ ਕਰਾ ਰਿਹਾ ਸੀ। ਸੋ ਉਹਦਾ weight ਐਕਟ ਕਰੇਗਾ ਇੱਥੋਂ ਥੱਲੇ ਨੂੰ, ਤੇ ਉਹ ਹੋਏਗਾ mg, ਆ ਹੈਗਾ ਆ ਥੀਟਾ। ਇਹਦੇ ਵਿੱਚ ਫੇਰ ਉਵੇਂ ਹੀ ਗੱਲ ਆ ਨਾਰਮਲ ਡਾਇਰੈਕਸ਼ਨ ਕੱਢ ਲਈ, ਆ ਐਂਗਲ ਥੀਟਾ ਹੀ ਹੋਏਗਾ। ਫਿਰ ਇਹਦੇ weight ਦੇ ਕਿੰਨੇ ਕੰਪੋਨੈਂਟ ਹੋਣਗੇ, 2। ਇੱਕ ਕੰਪੋਨੈਂਟ ਹੋਏਗਾ ਇੱਧਰ ਨੂੰ, ਇੱਕ ਕੰਪੋਨੈਂਟ ਹੋਏਗਾ ਇੱਧਰ ਨੂੰ। ਜਿਹੜਾ ਕੰਪੋਨੈਂਟ ਉਧਰਲਾ ਹੋਏਗਾ ਥੀਟਾ ਦੀ ਡਾਇਰੈਕਸ਼ਨ ਵਾਲਾ, ਇਹ mg cos ਥੀਟਾ ਹੀ ਹੋਏਗਾ। ਤੁਹਾਨੂੰ ਪਤਾ ਹੈ ਆ mg sin ਥੀਟਾ ਹੀ ਹੋਏਗਾ। ਇਹ ਤਾਂ ਕਦੀ ਨਹੀਂ ਬਦਲ ਸਕਦਾ, weight ਤਾਂ ਉੱਪਰ ਨੂੰ ਕਦੀ ਨਹੀਂ ਜਾਣੋ ਰਿਹਾ ਨਾ। ਫ੍ਰਿਕਸ਼ਨ ਹੀ ਆਪਣੇ ਉਹ ਬਦਲ ਲੈਂਦਾ ਹੈ ਆਪਣਾ ਪੈਤਰਾ। ਫ੍ਰਿਕਸ਼ਨ ਕਹਿਣ ਦਾ ਭਾਵ ਸਮਝ ਲਓ ਕਿ ਉਹ ਕਹਿੰਦਾ ਬਸ ਮੈਂ ਜਾਣ ਨਹੀਂ ਦੇਣਾ, ਜੇ ਥੱਲੇ ਜਾਣਾ ਤਾਂ ਵੀ, ਮੈਂ ਜਾਣ ਨਹੀਂ ਦੇਣਾ ਜੇ ਉੱਪਰ ਜਾਣਾ ਤਾਂ ਵੀ। ਫ੍ਰਿਕਸ਼ਨ ਜਿਹੜਾ ਆ ਉਹ ਬਸ ਨਾ ਨਹੀਂ, ਤੁਸੀਂ ਥੱਲੇ ਜਾਣ ਲੱਗਦੇ ਹੋ ਤਾਂ ਉਹ ਉੱਪਰ ਨੂੰ ਲੱਗ ਰਿਹਾ ਹੁੰਦਾ, ਤੁਸੀਂ ਉੱਪਰ ਜਾਣ ਲੱਗਦੇ ਹੋ ਉਹ ਥੱਲੇ ਨੂੰ ਲੱਗ ਰਿਹਾ ਹੁੰਦਾ, ਕਹਿੰਦਾ ਨਹੀਂ ਮੈਂ ਨਹੀਂ ਜਾਣ ਦੇਣਾ। ਸੋ ਫ੍ਰਿਕਸ਼ਨ ਦਾ ਕੰਮ ਇਹ ਆ ਥੋੜਾ ਜਿਹਾ, ਕੱਲ ਵੀ ਦੱਸਿਆ ਸੀ ਤੁਹਾਨੂੰ। ਹੁਣ ਜਿਹੜਾ ਫ੍ਰਿਕਸ਼ਨ ਐਕਟ ਕਰੂਗਾ ਕਿਉਂਕਿ ਬੋਡੀ ਨੂੰ ਲੈ ਕੇ ਆਣਾ ਆਪਾਂ ਥੱਲੇ ਇੱਥੇ, ਤੇ ਡਿਸਪਲੇਸਮੈਂਟ ਕਿੰਨੀ ਕਰਨੀ ਹੈ s। ਚਲੋ ਬਾਅਦ ਦੀਆਂ ਗੱਲਾਂ ਨੇ, ਪਰ ਇੱਥੇ ਦੇਖੀਏ ਕਿ ਇੱਥੇ ਥੱਲੇ ਆਉਣ ਦੇ ਲਈ ਜੋ ਥੱਲੇ ਲੈ ਕੇ ਆਉਂਗੇ ਤਾਂ ਫ੍ਰਿਕਸ਼ਨ ਕਿੱਧਰ ਨੂੰ ਐਕਟ ਕਰੇਗਾ, ਹੁਣ ਉੱਪਰ ਨੂੰ ਐਕਟ ਕਰੇਗਾ। ਉਹ ਨਾਲ ਹੀ ਪਲਟ ਗਿਆ, ਉੱਪਰ ਨੂੰ ਹੋ ਗਿਆ ਉਹ, ਕਿਉਂਕਿ ਤੁਸੀਂ ਡਾਊਨਵਰਡ ਲੈ ਕੇ ਆ ਰਹੇ ਹੋ ਉਸ ਚੀਜ਼ ਨੂੰ, ਮੋਸ਼ਨ। ਤੇ ਉਹ ਵਿਦਆਊਟ ਐਕਸਲਰੇਸ਼ਨ ਐਂਡ ਉਹ ਸਾਰਾ ਕੁਝ ਉਵੇਂ ਹੀ ਹੈ, ਵਰਕ ਡਨ ਅਗੇਂਸਟ ਫ੍ਰਿਕਸ਼ਨ। ਸੋ ਐਕਸਲਰੇਸ਼ਨ ਬਾਅਦ ਚ ਐਡ ਕਰ ਦਾਂਗੇ ਆਪਾਂ ਨੂੰ ਜੇ ਲੋੜ ਪਏਗੀ, ਫਿਲਹਾਲ ਆਪਾਂ ਨੂੰ ਵਰਕ ਡਨ ਅਗੇਂਸਟ ਫ੍ਰਿਕਸ਼ਨ ਦੇਖਣਾ। ਤਾਂ ਹੁਣ ਅਪਲਾਈਡ ਫੋਰਸ ਜਿਹੜਾ ਲੱਗਣਾ ਉਹ ਲੱਗਣਾ ਚਾਹੀਦਾ ਇੱਧਰ ਨੂੰ, ਨੀਚੇ ਨੂੰ, ਹਨਾ ਆਇਆ ਵਾਲਾ ਬਲੂ ਵਾਲਾ। ਯੈਸ। ਇਹ ਕਿੰਨਾ ਲੱਗਣਾ ਚਾਹੀਦਾ ਤੁਸੀਂ ਮੈਨੂੰ ਦੱਸੋ ਹੁਣ। फ्रिक्शन माइनस mg sin थीटा। सर mg sin थीटा माइनस फ्रिक्शन। mg sin थीटा माइनस फ्रिक्शन। mg sin थीटा माइनस फ्रिक्शन किने बोलिया सर पूरब ने। नहीं इस तरह नहीं है, पूरब बहुत ध्यान नाल सोच। जो वैसे अदिति ने कहा वो ठीक सी कि ਜਿਹੜਾ ਫ੍ਰਿਕਸ਼ਨ ਹੈ ਉਹ ਲੱਗ ਰਿਹਾ ਉੱਪਰ ਨੂੰ, ਤੇ ਫ੍ਰਿਕਸ਼ਨ ਜ਼ਿਆਦਾ ਲੱਗ ਰਿਹਾ ਤਾਂ ਹੀ ਤਾਂ ਬੋਡੀ ਰੁਕੀ ਹੋਈ ਹੈ, ਉਹ ਚੱਲ ਨਹੀਂ ਰਹੀ ਸੀ। ਸਮਝ ਲਓ ਜੇ ਉਹ ਜ਼ਿਆਦਾ ਲੱਗੇਗਾ
mg sin थीटा कट होएगा तो बॉडी चलेगी नहीं ना अपने आप। हाँ जी सर, तो मैंने लगा सर बॉडी मूव कर रही है इधर आगे। हाँ नहीं बॉडी मूव नहीं ना कर रही, बॉडी ਤਾਂ ਉੱਥੇ ਉੱਥੋਂ ਨੀਚੇ ਨੂੰ ਟੈਂਡ ਕਰਨਾ ਆਪਾਂ ਲੈ ਕੇ ਆਣਾ ਤਾਂ ਫ੍ਰਿਕਸ਼ਨ ਨਾਲ ਹੀ ਉੱਪਰ ਨੂੰ ਹੋ ਜਾਏਗਾ ਤੇ ਸਾਨੂੰ mg sin ਥੀਟਾ ਜਿਹੜਾ ਹੈ ਉਹ ਫ੍ਰਿਕਸ਼ਨ ਨੂੰ ਓਵਰਕਮ ਨਹੀਂ ਕਰ ਪਾਇਆ ਤਾਂ ਹੀ ਤਾਂ ਉਹ ਨੀਚੇ ਨਹੀਂ ਆ ਰਹੀ ਆਪਣੇ ਆਪ। ਤੁਹਾਨੂੰ ਅਪਲਾਈਡ ਫੋਰਸ ਜਿਹੜਾ ਲਗਾਉਣਾ ਪੈਣਾ, ਤੁਸੀਂ ਐ ਸਮਝ ਲਓ ਕਿ ਨੈਟ ਫੋਰਸ ਬॉडी ਤੇ ਜ਼ੀਰੋ ਕਰੋ, ਅਪਲਾਈਡ ਫੋਰਸ ਤੇ mg sin ਥੀਟਾ ਮਿਲ ਕੇ ਕਹਿਣ ਦਾ ਭਾਵ ਆ ਫ੍ਰਿਕਸ਼ਨ ਓਵਰਕਮ ਕਰਨਗੇ। ਬੇਸਿਕਲੀ ਤਾਂ ਆ ਕੰਮ ਕਰਦੇ ਨਾ। ਜਿਵੇਂ ਇੱਥੇ ਵੀ ਤੁਸੀਂ ਦੇਖਣਾ ਨਾ, ਇੱਥੇ ਵੀ ਦੇਖੋ ਤੁਸੀਂ ਇਹਨੂੰ ਐ ਸਮਝੋ, ਦੇਖੋ ਇੱਥੇ ਜਿਹੜਾ ਫ੍ਰਿਕਸ਼ਨ ਓਵਰਕਮ ਕਰਨਾ ਆਪਾਂ ਅਪਲਾਈਡ ਇੱਥੇ ਨੈਟ ਫੋਰਸ ਜ਼ੀਰੋ ਕਿਵੇਂ ਹੋਊਗਾ, ਆ ਜਿਹੜਾ ਐਫ ਹੈ ਇਹ ਇਹਨਾਂ ਦੋਨਾਂ ਦੇ ਸਮ ਦੇ ਬਰਾਬਰ ਹੈ ਤਾਂ ਆਪਾਂ ਬॉडी ਦੇ ਨੈਟ ਫੋਰਸ ਜ਼ੀਰੋ ਕਰਨਾ ਹੁੰਦਾ ਫ੍ਰਿਕਸ਼ਨ ਮੇਨਟੇਨ ਕਰਨ ਲਈ। ਇੱਥੇ ਕੀ ਹੈ, ਇੱਥੇ ਆ ਤੇ ਆ ਦੋਨੋਂ ਇੱਕ ਸਾਈਡ ਨੇ, ਫ੍ਰਿਕਸ਼ਨ ਇਕੱਲਾ ਇੱਕ ਪਾਸੇ ਹੈ ਤਾਂ ਜਿਹੜਾ ਤੁਹਾਨੂੰ ਅਪਲਾਈਡ ਫੋਰਸ ਕਿੰਨਾ ਲਾਣਾ ਪਏਗਾ, ਫ੍ਰਿਕਸ਼ਨ ਵਿੱਚੋਂ ਮਾਈਨਸ ਕਰ ਦੋ mg sin ਥੀਟਾ ਕਿਉਂਕਿ ਫ੍ਰਿਕਸ਼ਨ ਜ਼ਿਆਦਾ ਸੀਗਾ, ਜ਼ਿਆਦਾ ਮਾਈਨਸ ਘੱਟ ਕਰਦਾ ਜੋ ਬਾਕੀ ਬਚਦਾ ਫ੍ਰਿਕਸ਼ਨ ਦਾ ਅਮਾਉਂਟ ਸੀਗਾ ਉਹਨੂੰ ਮੇਨਟੇਨ ਕਰਨ ਲਈ ਹੀ ਤੁਹਾਨੂੰ ਫੋਰਸ ਲਾਣਾ ਪਏਗਾ, ਬਾਕੀ ਨਹੀਂ। mg sin ਥੀਟਾ ਤਾਂ ਤੁਹਾਡੀ ਹੈਲਪ ਪਹਿਲਾਂ ਹੀ ਕਰ ਰਿਹਾ ਸੀ, तो mg sin थीटा ਤਾਂ ਪਹਿਲਾਂ ਹੀ ਸੀਗਾ, ਤੁਸੀਂ ਨਾ ਵੀ ਲਗਾਓ ਤਾਂ ਤੁਹਾਨੂੰ mg sin ਥੀਟਾ ਲਗਾਉਣ ਦੀ ਲੋੜ ਥੋੜੀ ਹੈ, ਤੁਸੀਂ mg sin ਥੀਟਾ ਨਾ ਲਗਾਓ, ਤੁਸੀਂ ਸਿਰਫ ਫ੍ਰਿਕਸ਼ਨ। ਠੀਕ ਹੈ यस सर। ਆ ਦੇਖੋ ਫਿਰ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੈ ਸਟੈਪ ਕੀ ਹੈ। ਤੁਹਾਡੇ ਲਈ ਮੈਂ ਸਟੈਪ ਇਹ ਲਿਖਦਾ ਮੈਂ ਨਹੀਂ ਕਰਕੇ, ਨਹੀਂ ਤਾਂ ਨੂਮੈਰੀਕਲ ਵਿੱਚ ਤਾਂ ਆਪਾਂ ਸਿੱਧਾ ਹੀ ਕਰ ਦਿਆ ਕਰਾਂਗੇ। ਹੁਣ ਤੇ ਵਰਕ ਡਨ ਕਿੰਨਾ ਹੋਗਾ ਇਸ ਤੇ ਅਗੇਂਸਟ ਫੋਰਸ ਇਨਟੂ ਡਿਸਪਲੇਸਮੈਂਟ, ਬਾ ਹੋ ਗਿਆ ਕੰਮ। ਪਤਾ ਲੱਗ ਗਈ ਗੱਲ ਸਾਰਿਆਂ ਨੂੰ? यस सर। ਇੱਕ ਲਾਸਟ ਗੱਲ, ਬਸ ਇੱਕ ਲਾਸਟ ਗੱਲ ਫਿਰ ਖਤਮ। ਮੈਂ ਤਾਂ ਸੀਗਾ ਅੱਜ ਮੈਂ ਕਾਫੀ ਨੂਮੈਰੀਕਲ ਵੀ ਕਰਾ ਦੂੰਗਾ ਇਹਦੇ, ਪਰ ਬਹੁਤ ਸੌਖੇ ਨੇ ਇਹ ਤਾਂ ਹੋ ਹੀ ਜਾਣਗੇ ਕਹਿੰਦੇ ਪਰ ਕੋਈ ਗੱਲ ਨਹੀਂ, ਕੱਲ ਵੀ ਡਿਸਕਸ ਕਰ ਲਾਂਗੇ ਆਪਾਂ ਨੂੰ। ਇੱਥੋਂ ਕਰਕੇ ਲਾਸਟ ਅਗਲਾ ਟੌਪਿਕ ਖਤਮ ਕਰ ਲਾਂਗੇ। ਹੁਣ ਮੈਂ ਇਹ ਕਹਿ ਰਿਹਾ, ਮੈਂ ਦੇਖੋ ਮੈਂ ਟੌਪਿਕ ਦਾ ਨਾਮ ਕੀ ਰੱਖਦਾ ਤੇ ਉਹਦਾ ਐਕਸਲਰੇਸ਼ਨ of a body sliding down, मतलब बॉडी स्लाइडिंग डाउन अपने आप स्लाइड कर रही है, ਤੁਹਾਨੂੰ ਕੁਝ ਕਰਨਾ ਨਹੀਂ ਪੈ ਰਿਹਾ। ਤਾਂ ਇੱਥੇ ਮੈਂ ਸਿੱਧਾ ਜਿਹਾ ਉਹੀ ਬਣਾ ਦੇਣਾ, ਥੱਲੇ ਨੂੰ ਕੀ ਹੈ mg ਕੀ ਸੀਗਾ sin थीटा, ਉੱਪਰ ਨੂੰ ਫ੍ਰਿਕਸ਼ਨ ਤੇ ਬॉडी ਆਪਣੇ ਆਪ ਸਲਾਈਡ ਕਰ ਰਹੀ ਹੈ, ਔਰ ਆ ਰਿਐਕਸ਼ਨ ਆ mg cos थीटा ਆ ਥੀਟਾ, ਬਾਕੀ ਗੱਲਾਂ ਛੱਡਤੀ ਹੈ ਮੈਂ ਸਾਰਾ ਤੁਹਾਨੂੰ। बॉडी जे अपने आप ही स्लाइडिंग डाउन कर रही है, मतलब इतने अप्लाइड फोर्स का कोई काम नहीं का, नीचे नु लगन वाला नेट फोर्स कितना दोस्तों mg sin थीटा माइनस फ्रिक्शन, बस आ नेट फोर्स है ना अपने आप लग रहा है, ये मैं लगा नहीं रहा, ये अपने आप बॉडी थले आ रही है। मतलब ये गल तुहानू समझ लेना चाहिए, थीटा अपने आप ही किस तो ज्यादा है, एंगल ऑफ रिपोज ऑब्वियसली वो केस है। ਤਾਂ ਇੱਥੇ ਤੁਸੀਂ ਐਕਸਲਰੇਸ਼ਨ ਪਤਾ ਕਰਨੀ ਹੈ ਬॉडी ਦੀ, ਤਾਂ ਐਕਸਲਰੇਸ਼ਨ ਕਿਵੇਂ ਪਤਾ ਲੱਗੂਗਾ, mg sin थीटा माइनस म्यू mg cos थीटा लिखदा सिੱਧਾ ਹੀ, ਇਹ ਨੈਟ ਫੋਰਸ ਆ ਤੇ ਨੈਟ ਫੋਰਸ ਵੈਸੇ ਹੁੰਦਾ ਕਿ ਮਾਸ ਇਨਟੂ एक्सलरेशन, ਤਾਂ ਬॉडी 'ਚ ਐਕਸਲਰੇਸ਼ਨ ਕਿੰਨੀ ਹੁੰਦੀ ਆ, ਆ ਹੁੰਦੀ ਹੈ ਐਕਸਲਰੇਸ਼ਨ। ਯਾਨੀ ਜਦੋਂ ਬॉडी ਥੱਲੇ ਨੂੰ ਐ ਉੱਡਦੀ ਆ ਤਾਂ ਉਹਦੀ ਐਕਸਲਰੇਸ਼ਨ ਜਿਹੜੀ ਹੁੰਦੀ ਆ ਇੰਨੀ ਹੁੰਦੀ ਆ, ਇੰਨੀ ਉਹ ਜਾਂ ਫੋਰਸ ਬਟਾ ਮਾਸ ਹੀ ਕਰ ਦਿੰਦੇ ਨਾ, ਤੇ ਬਟਾ ਮਾਸ ਕਰਦਾ ਤਾਂ ਵੀ ਇਹੀ ਆ ਜਾਣੀ ਸਿੱਧੀ। ਅੱਛਾ ਐਂਗਲ ਆਫ ਜਿਹੜਾ ਇੰਕਲੀਨੇਸ਼ਨ ਥੀਟਾ ਵਾ, ਤੁਸੀਂ ਸੋਚ ਸਕਦੇ ਹੋ ਇੱਕ ਗੱਲ ਇੱਥੇ ਬੜੀ ਇੰਟਰਸਟਿੰਗ ਜੀ ਗੱਲ ਆ ਕਿ ਜੇ ਥੀਟਾ 90 ਡਿਗਰੀ ਹੋ ਜਾਵੇ ਤਾਂ ਬॉडी ਵਿੱਚ ਕਿੰਨੀ ਐਕਸਲਰੇਸ਼ਨ ਪੈਦਾ ਹੋਏਗੀ, ਥੀਟਾ ਦੀ ਜਗ੍ਹਾ 9.8 मीटर पर सेकंड स्क्वायर। ਦੇਖੋ ਨਾ, ਇਹ ਪੁੱਟ ਕਰੋ 90 ਪੁੱਟ cos 90 सर जी आ जाएगा, ਤੇ sin 90 1 ਜੀ ਆ ਜਾਏਗਾ ਤੇ ਆਟੋਮੈਟਿਕਲੀ ਤੁਸੀਂ ਚੱਕ ਕੇ ਜਦੋਂ ਇਹ ਸਲਾਂਟ ਜਾਂ ਆ ਜਿਹੜੀ ਇਨਕਲੀਨੇਸ਼ਨ ਆ, ਜਦੋਂ ਤੁਸੀਂ ਇਹਨੂੰ ਚੱਕ ਕੇ ਐ ਵਧਾ ਕੇ 90 ਡਿਗਰੀ ਕਰਤਾ ਤਾਂ ਬॉडी ਨੇ ਸਿੱਧਾ ਹੀ ਥੱਲੇ ਗਿਰਨਾ, ਫਿਰ ਉਹਨੂੰ ਕੀ ਰਹਿ ਗਿਆ, ਫਿਰ ਤਾਂ ਉਹਦੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਰਹਿ ਗਈ, ਮੋਸ਼ਨ ਅੰਡਰ ਗ੍ਰੈਵਿਟੀ ਹੋ ਗਿਆ ਫਿਰ ਤਾਂ। यस सर। ਆ ਦੇਖਿਆ ਕਰੋ ਨਾ ਹਰ ਇੱਕ ਚੀਜ਼ ਨੂੰ ਕਿਵੇਂ ਲਿਮਿਟਾਈਜ਼ ਕਰਕੇ ਆਪਾਂ ਉਹ ਕਰਦੇ ਆ ਤੇ ਆ ਜਿਹੜੇ ਜਵਾਬ ਲੱਭਦੇ ਆ। ਸੋ ਆ ਗੱਲਾਂ ਸਾਰਿਆਂ ਨੂੰ ਸਮਝ ਲੱਗ ਗਈਆਂ? यस सर।
ठीक है, ਇਹ ਮੈਂ ਪਿਕਚਰਸ ਸਾਰੀਆਂ ਸੇਵ ਕਰ ਲਈਆਂ ਨੇ, ਤੁਹਾਨੂੰ ਮੈਂ ਆ ਵੀ ਭੇਜ ਦੂੰਗਾ ਕਿਉਂਕਿ ਇਹ ਬਹੁਤ ਜ਼ਰੂਰੀ ਨੇ ਤੁਹਾਡੇ ਨੋਟਸ ਦਾ ਹਿੱਸਾ ਬਣਨ ਦੇ ਲਈ। ਤੇ ਜਿਹੜੀ ਇੱਕ ਚੀਜ਼ ਮੈਂ ਹੋਰ ਦਿਖਾਤਾ ਤੁਹਾਨੂੰ ਹੁਣ ਮੈਂ। एक्सक्यूज मी सर। हाँ जी, हाँ जी सर जब जैसे हमने पुली पे सर उसको बांधा तो सर, और वो वॉल से मींस सर अटैच मींस सर वो वॉल पे सर फिर उस पे फ्रिक्शन लगेगा सर, अगर वो वॉल से मतलब विकेट खा रहा तो? एक सेकंड बस, मैं ये लास्ट में एक बार ये दिखा दूंगा आप सब लोगों को। मैं आज कराया तो फिर मैं सम अप करके फिर एंड में आपकी बात कर लेता हूँ। देखो जी, ਇੱਥੇ ਆ ਵਰਕ ਡਨ ਅਗੇਂਸਟ ਫ੍ਰਿਕਸ਼ਨ ਕਰਾਇਆ ਗਿਆ ਵਾ। ਆ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਈ ਹੈ ਹੁਣੀ, ਉਸ ਤੋਂ ਬਾਅਦ ਆ ਸਾਰੇ ਕੇਸ ਡਿਸਕਸ ਕੀਤੇ ਗਏ ਨੇ ਕਿ ਜਦੋਂ ਤੁਸੀਂ ਉਹਨੂੰ ਅਪ ਇਨਕਲਾਈਨਡ ਪਲੇਨ ਲੈ ਕੇ ਜਾਣਾ ਵਾ ਤਾਂ ਉਹਦੇ ਕਰਕੇ ਕੀ ਆ ਡਾਇਗਰਾਮ P ਨੂੰ ਇਹਨਾਂ ਨੇ ਲੈ ਲਿਆ ਅਪਲਾਈਡ ਫੋਰਸ। ਬਾਰ-ਬਾਰ ਮੈਂ ਉੱਥੇ ਬਲੂ ਕਲਰ 'ਚ ਯੂਜ਼ ਕਰਕੇ F ਬਣਾ ਰਿਹਾ ਸੀ। ਸੋ ਕਿਵੇਂ ਲੱਗੇਗਾ, ਆ ਆਪਣੇ ਕੋਲ ਦੇਖੋ ਵਰਕ ਡਨ ਆ ਰਹੇ ਨੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ। ਜੇ ਉਹਦੀ ਬਾਡੀ ਨੂੰ ਡਾਊਨਵਰਡ ਲੈ ਕੇ ਜਾਣਾ, ਫ੍ਰਿਕਸ਼ਨ ਕਿਵੇਂ ਉੱਪਰ ਨੂੰ ਹੋ ਗਿਆ ਜਾਂ ਜੋ ਵੀ ਆ, ਆ ਸਾਰੀ ਗੱਲ ਨੂੰ ਮੇਨਟੇਨ ਕਰਕੇ ਆ ਸਾਰੇ ਪਿਕਚਰਸ ਵਿੱਚ ਦੱਸਿਆ ਗਿਆ ਵਾ। ਨੋਟਸ ਦੀ ਜੋ ਲੈਂਗੁਏਜ ਆ ਲਿਖਣੀ ਜ਼ਰੂਰੀ ਹੁੰਦੀ ਹੈ, ਇਸ ਤਰ੍ਹਾਂ ਆ ਲਿਖਣਾ ਜ਼ਰੂਰੀ ਹੁੰਦਾ ਹੈ ਕਿ ਕਿਹੜੇ ਕਿਹੜੇ ਫੋਰਸ ਲੱਗ ਰਹੇ ਨੇ, ਕਿਹੜੇ ਕਿਹੜੇ ਨਹੀਂ। ਠੀਕ ਆ, ਤੁਹਾਨੂੰ ਮੈਂ ਡਾਇਗਰਾਮ ਤੇ ਬਣਾ ਕੇ ਆਪਣੇ ਵੱਲੋਂ ਸਮਝਾਇਆ ਵਾ, ਆ ਸਾਰੀਆਂ ਗੱਲਾਂ ਕੀਤੀਆਂ ਨੇ। ਸੋ ਆ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ। ਇਸ ਤੋਂ ਬਾਅਦ ਸਿਰਫ ਆ ਕੁਝ ਨਿਊਮੈਰੀਕਲਸ ਨੇ ਜਿਹੜੇ ਆਪਾਂ ਡਿਸਕਸ ਕਰ ਸਕਦੇ ਹਾਂ। ਜਿਵੇਂ ਇੱਥੇ ਦੇਖੋ ਬਲੌਕ ਆਫ ਮਾਸ 2 ਕਿਲੋਗ੍ਰਾਮ ਆ, ਰੈਸਟ ਔਨ ਅ ਪਲੇਨ ਇਨਕਲਾਈਨਡ ਐਟ 30 ਡਿਗਰੀ। ਜਦੋਂ ਪਲੇਨ ਤੇ 30 ਡਿਗਰੀ ਤੇ ਇਨਕਲਾਈਨਡ ਹੋਊਗਾ ਤਾਂ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਬਿਟਵੀਨ ਬਲੌਕ ਐਂਡ ਸਰਫੇਸ ਮਿਊ ਵੀ ਗਿਵਨ ਆਪਾਂ ਨੂੰ। ਵਾਟ ਇਜ਼ ਦਾ ਫ੍ਰਿਕਸ਼ਨਲ ਫੋਰਸ ਐਕਟਿੰਗ ਔਨ ਦਾ ਬਲੌਕ? ਕੱਲੇ ਫ੍ਰਿਕਸ਼ਨਲ ਫੋਰਸ ਨੂੰ ਪੁੱਛ ਰਹੇ। ਫ੍ਰਿਕਸ਼ਨਲ ਫੋਰਸ ਕੀ ਹੁੰਦਾ? ਉਹ ਮਿਊ ਇਨਟੂ ਆਰ ਹੁੰਦਾ ਵਾ। ਤੁਹਾਨੂੰ ਪਤਾ ਕਿ ਆਰ ਜਿਹੜਾ ਆ ਉਹ mg cos ਥੀਟਾ ਹੈ। ਹੁਣ ਤੁਹਾਨੂੰ ਮਿਊ ਵੀ ਪਤਾ ਆ 0.7, ਮਾਸ ਵੀ ਬਲੌਕ ਦਾ 2 ਕਿਲੋਗ੍ਰਾਮ, ਜੀ ਵੀ ਪਤਾ ਆ cos 30 ਡਿਗਰੀ ਆ ਕਰਕੇ ਆ ਜਾਊਗਾ ਨਾ ਫ੍ਰਿਕਸ਼ਨ। ਸੋ ਬਹੁਤ ਈਜ਼ੀ ਹੈ, ਬਹੁਤ ਈਜ਼ੀ। ਸੋ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਕਿਉਂਕਿ ਇਸ ਡਾਇਗਰਾਮ ਰਿਲੇਟਡ ਨੇ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਜਿਹੜੀਆਂ। ਤੇ ਕਈ ਵਾਰ ਮਿਊ ਪਤਾ ਕਰਨਾ ਪੈ ਸਕਦਾ ਇੱਥੇ ਆ ਦੇਖੋ ਕਿਨੈਟਿਕ ਫ੍ਰਿਕਸ਼ਨ ਦਾ। तो हम block slides down and inclined of 30 degree with an acceleration of equal to this, यानी slide down कर रहे हैं पहले ही with that acceleration तो ਤੁਹਾਨੂੰ ਪਤਾ ਹੈ kinetic friction ਲੱਗ ਰਿਹਾ ਹੈਗਾ ਉਹਨੂੰ। ਤੇ slide down ਕਰ ਰਹੇ ਆ ਮਤਲਬ net force ਜਿਹੜਾ ਕਿੰਨਾ ਆਏਗਾ mass into acceleration g/4 ਤੇ net downward force ਕਿੰਨਾ ਆਏਗਾ mg sin theta minus friction। ਪਤਾ ਨਾ ਇਹ ਗੱਲ? पुट कर दोगे तो करके आ जाएगा अपने को जो भी है कोएफिशिएंट, क्योंकि एम सारे जो कटा जाएगा तो देखियो करके नेट फोर्स। सो इस तरह के क्वेश्चन ने चलो ये आज नहीं अगर प्रॉपर डिस्कस होंगे तो मैं वो करवा भी दूंगा, पर ਅੱਜ ਦਾ ਥਿਉਰੀ ਚੰਗੀ ਤਰ੍ਹਾਂ ਕਲੀਅਰ ਹੋਣੀ ਚਾਹੀਦੀ, ਲਿਖੀ ਹੋਣੀ ਚਾਹੀਦੀ ਤੁਹਾਡੇ ਕੋਲ ਆਪਣੀ ਵਰਡਿੰਗ ਦੇ ਵਿੱਚ। ਇਹ ਤਿੰਨੋਂ ਆਰਟੀਕਲਸ ਇੰਨੇ ਇੰਪੋਰਟੈਂਟ ਨੇ। ਠੀਕ ਹੈ, ਇੱਥੇ ਤੱਕ ਹੀ ਮੈਂ ਇਹ ਕੀਤਾ ਵਾ, ਇਹਨੂੰ ਮੈਂ ਅੱਗੇ ਹੋਰ ਕੰਟੀਨਿਊ ਕਰੂੰਗਾ। ਟੌਪਿਕ ਬਹੁਤ ਵਧੀਆ ਤਰ੍ਹਾਂ ਰਿਲੇਟ ਕਰਕੇ ਆਪਾਂ ਖਤਮ ਕਰਾਂਗੇ कल नू। हाँ जी वैभव। सर अब जैसे सर अब सर वर्टिकल वॉल पे सर अगर हमने पुली बांध दी और सर फिर जो ब्लॉक है सर वो इंटरेक्ट कर रहा है वॉल के साथ, तो सर वहां पे फ्रिक्शन लगेगा फिर? वर्टिकल वॉल पे इस पे आपने yes, सर पुली बांध दी। सर मींस वहां पे पुली है और सर जो इसका मींस यस सर। तो सर इस पे सर एक ब्लॉक हैंग किया हुआ है सर, और वो वॉल के साथ सर स्ट्रेट में। अच्छा सर जो इसका एक पार्ट है सर वो वॉल के साथ इंटरेक्ट कर रहा है, तो सर यहाँ पे फ्रिक्शनल फोर्स यूज होगा फिर? किसका पार्ट है जो इंटरेक्ट कर रहा है? वॉल सर इसका ब्लॉक का। ब्लॉक का मतलब ब्लॉक कटा हुआ है ऐसे है इसके साथ? यस सर। ये कह रहे हो आप? यस सर। तो ऑब्वियसली यहाँ पे अगर ये इसके साथ रगड़ खाते हुए ऊपर जाएगा या नीचे आएगा तो ऑटोमेटिकली यहाँ पर जो फ्रिक्शन होगा वो एक्ट करेगा। अगर रगड़ खाता खाता ऊपर की तरफ जाएगा तो नीचे को फ्रिक्शन, अगर ये रगड़ खाता खाता नीचे को आएगा तो ऊपर को। ठीक है, तो ये करेगा। यस। सो आज ना अपना टॉपिक काफी छोटा सी पर काफी ਵੱਡਾ ਬਣ ਗਿਆ ਕਿਉਂਕਿ ਆਪਾਂ ਨੂੰ ਕੱਲੀ ਕੱਲੀ ਚੀਜ਼ ਨੂੰ ਰਿਲੇਟ ਕਰਨਾ ਸੀ, ਲੈਂਗੁਏਜ ਨੂੰ ਸਮਝਣਾ ਸੀ। ਆ ਐਮਏ ਹੈ, ਯਾਦ ਰੱਖਿਓ ਐਕਸਲਰੇਟਰ ਬੋਰਡ ਦਾ ਐਮਏ, ਇਹ ਤੁਹਾਡੇ ਹਰ ਅਪਲਾਈਡ ਫੋਰਸ ਨਾਲ ਜੁੜਿਆ ਜਾਂਦਾ ਨਾ। ਦੇਖੋ ਇੱਥੇ ਤਾਂ ਹਰ ਜਗ੍ਹਾ ਤੁਸੀਂ ਉਹਦੇ ਨਾਲ ਐਮਏ ਜੋੜ ਲਓਗੇ ਜਿੱਥੇ ਜਿੱਥੇ ਵੀ ਤੁਹਾਨੂੰ ਐਕਸਲਰੇਸ਼ਨ ਹੋਏਗੀ, ਬਿਲਕੁਲ ਇਸੇ ਤਰ੍ਹਾਂ। ਹਾਂਜੀ ਰਾਜਵੀਰ। ਸਰ ਉਹ ਗੱਡੀ ਵਾਲੀ ਗੱਲ ਸਮਝਾ ਦਿਓ ਥੋੜੀ ਜੀ, ਮੇਰਾ ਨੈਟਵਰਕ ਦੀ ਪ੍ਰੋਬਲਮ ਸੀ। ਕਰ ਲੈਂਦੇ ਆਪਾਂ ਗੱਲ। ਕਿਹੜੀ ਗੱਡੀ ਵਾਲੀ ਗੱਲ ਜਿਹੜੀ ਤੂੰ ਗੱਲ ਕਰ ਰਿਹਾ ਸੀ ਹੁਣੀ? ਹਾਂਜੀ ਸਰ ਉਹੀ ਜਿਹਦੇ ਚ ਕੱਲੀ ਫ੍ਰਿਕਸ਼ਨਲ ਫੋਰਸ ਰਹਿ ਜਾਂਦੀ ਹੈ ਜਿਹੜੀ ਸਟਾਰਟਿੰਗ ਦੇ ਵਿੱਚ ਕੀਤੀ ਸੀ। ਹਾਂ ਹਾਂ ਹਾਂ
ਜਿਵੇਂ ਦੇਖੋ ਨਾ, ਮੈਂ ਉਹੀ ਗੱਲ ਕਰ ਰਿਹਾ, ਸ਼ਾਇਦ ਪਹਿਲਾਂ ਪਿਕਚਰ ਹੋਵੇ, ਨਹੀਂ ਪਿਕਚਰ ਹੈ ਨਹੀਂ, ਮੈਨੂੰ ਲੱਗਦਾ ਡਿਲੀਟ ਕਰਦਾ ਸੀ ਨਾਲ ਨਾਲ ਹੀ। ਚਲੋ ਹੁਣ ਮੈਂ ਦੇਖੋ, ਮੈਂ ਇਹ ਕਹਿ ਰਿਹਾ ਸੀ ਕਿ ਕੋਈ ਗੱਡੀ ਹੈ, ਕਿਉਂਕਿ ਸੜਕ ਤੇ ਚੱਲ ਰਹੀ ਹੈ, ਤੇ ਸੜਕ ਦੇ ਵਿੱਚ ਤੇ ਉਹਦੇ ਟਾਇਰਾਂ ਦੇ ਵਿੱਚ ਫ੍ਰਿਕਸ਼ਨ ਹੈਗਾ ਆ। ਮੰਨ ਲਓ ਇਸ ਪਾਸੇ ਨੂੰ ਚੱਲ ਰਹੀ ਹੈ ਗੱਡੀ, ਠੀਕ ਆ, ਤੇ ਹੁਣ ਉਹ ਗੱਡੀ ਦੇ ਵਿੱਚ, ਸੜਕ ਦੇ ਵਿੱਚ ਤੇ ਉਹਦੇ ਵਿੱਚ ਫ੍ਰਿਕਸ਼ਨ ਹੈਗਾ ਵਾ। ਹੁਣ ਗੱਡੀ ਦਾ ਇੰਜਨ ਇੱਕ ਤਾਂ ਫੋਰਸ ਲਾ ਰਿਹਾ, ਕਿਉਂਕਿ ਬੰਦਾ ਤਾਂ ਬੈਠਾ, ਉਹ ਤਾਂ ਕੋਈ ਨਹੀਂ, ਰੇਸ ਰੂਸ ਨੰਬਣਾ ਉਹਨੂੰ ਆਪਾਂ ਗਿਣਦੇ ਨਹੀਂ ਹੈ, ਉਹ ਤਾਂ ਆਪਾਂ ਇੰਜਨ ਦੀ ਬਸ ਵਰਕਿੰਗ ਨੂੰ ਮੇਨਟੇਨ ਕਰ ਰਹੇ, ਹੋਰ ਕੁਝ ਨਹੀਂ ਕਰ ਰਹੇ। ਸੋ ਤੁਹਾਡਾ ਜਿਹੜਾ ਕਲੱਚ ਤੇ ਤੁਸੀਂ ਪੈਰ ਰੱਖਿਆ ਹੈ, ਕੁਝ ਕਿਹਾ, ਉਹਦੇ ਕਰਕੇ ਨਹੀਂ ਗੱਡੀ ਚੱਲ ਰਹੀ, ਗੱਡੀ ਦਾ ਇੰਜਨ ਦੇ ਕਰਕੇ ਚੱਲ ਰਹੀ ਹੈ। ਇੰਜਨ ਦੇ ਕਰਕੇ ਗੱਡੀ ਨੂੰ ਤੋੜਨ ਦੇ ਲਈ ਇੱਕ ਫੋਰਸ ਜਿਹੜਾ ਅੱਗੇ ਨੂੰ ਲੱਗ ਰਿਹਾ, ਇਹ ਇੰਜਨ ਵਾਲਾ ਫੋਰਸ ਆ, ਇਹ ਤਾਂ ਲੱਗ ਹੀ ਰਿਹਾ, ਇਹਦੇ ਬਾਰੇ ਕੋਈ ਦੋ ਰਾਏ ਹੈ ਹੀ ਨਹੀਂ। ਪਰ ਇੱਕ ਫੋਰਸ ਜਿਹੜਾ ਹੋਰ ਆ, ਜਿਹੜਾ ਪੱਕਾ ਹੀ ਲੱਗ ਰਿਹਾ, ਉਹ ਲੱਗ ਰਿਹਾ ਫ੍ਰਿਕਸ਼ਨ, ਉਹ ਲੱਗ ਰਿਹਾ ਪਿੱਛੇ ਨੂੰ ਗੱਡੀ ਦੇ ਟਾਇਰਾਂ ਦੇ ਨਾਲ, ਠੀਕ ਹੈ ਗੱਲ। ਆ ਜਿਹੜਾ ਫ੍ਰਿਕਸ਼ਨ ਆ ਤੇ ਇੰਜਨ ਦਾ ਫੋਰਸ ਆ, ਇਹਨਾਂ ਦੋਨਾਂ ਦਾ ਸਾਰਾ ਕਹਾਣੀ ਹੈ। ਜੇ ਇੰਜਨ ਦਾ ਲੱਗਣ ਵਾਲਾ ਫੋਰਸ ਫ੍ਰਿਕਸ਼ਨ ਤੋਂ ਘੱਟ ਆ ਤਾਂ ਗੱਡੀ ਤੁਰਨੀ ਹੀ ਨਹੀਂ, ਜਿੱਥੋਂ ਵੀ ਤੋਰਨੇ ਜਾ ਰਹੇ ਤੁਸੀਂ। ਜਾਂ ਫਿਰ ਜੇ ਗੱਡੀ ਦੇ ਇੰਜਨ ਨਾਲ ਲੱਗਣ ਵਾਲਾ ਫੋਰਸ ਫ੍ਰਿਕਸ਼ਨ ਤੋਂ ਘੱਟ ਆ, ਜਾਂ ਤਾਂ ਗੱਡੀ ਤੁਰਨੀ ਨਹੀਂ, ਤੇ ਜਾਂ ਫਿਰ ਇਹ ਕਹਿ ਲਓ ਕਿ ਗੱਡੀ ਜਿਹੜੀ ਆ ਜੇ ਤੁਰ ਰਹੀ ਸੀ ਆਲਰੇਡੀ ਤੇ ਇੰਜਨ ਦਾ ਫੋਰਸ ਘਟ ਗਿਆ ਫ੍ਰਿਕਸ਼ਨ ਨਾਲੋਂ, ਤਾਂ ਗੱਡੀ ਆਟੋਮੈਟਿਕਲੀ ਹੌਲੀ ਹੌਲੀ ਸਲੋ ਡਾਊਨ ਹੁੰਦੀ ਹੈ। ਜੇ ਤੁਸੀਂ ਰੇਸ ਤੋਂ ਪੈਰ ਚੱਕ ਲਓ ਜਾਂ ਥੋੜਾ ਜਿਹਾ ਉਹ ਕਰ ਲਓ, ਲੂਜ਼ ਕਰ ਦਿਓ ਉਹਨੂੰ ਰੇਸ ਨੂੰ, ਤਾਂ ਤੁਹਾਡੀ ਗੱਡੀ ਦਾ ਇੰਜਨ ਜਿਹੜਾ ਹੈ ਉਹ ਫ੍ਰਿਕਸ਼ਨ ਤੋਂ ਥੋੜਾ ਘੱਟ ਫੋਰਸ ਲਾਉਂਦਾ, ਫਿਰ ਫ੍ਰਿਕਸ਼ਨ ਹਾਵੀ ਹੋ ਜਾਂਦਾ, ਹੌਲੀ 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 ਨੈਟ ਫੋਰਸ ਪਿੱਛੇ ਨੂੰ ਹੋ ਜਾਂਦਾ ਤੇ ਬਾਡੀ ਰੁਕਦੀ ਹੈ। ਪਰ ਜੇ ਤੁਸੀਂ ਮੇਨਟੇਨ ਕਰਨਾ ਹੈ ਯੂਨੀਫਾਰਮ ਮੋਸ਼ਨ, ਮੈਂ ਇਹ ਗੱਲ ਕਰ ਰਹੀ ਕਿ ਟੂ ਮੇਨਟੇਨ ਯੂਨੀਫਾਰਮ ਮੋਸ਼ਨ, ਟੂ ਮੇਨਟੇਨ ਯੂਨੀਫਾਰਮ ਮੋਸ਼ਨ ਸਾਨੂੰ ਕੋਈ ਵੀ ਨੈਟ ਫੋਰਸ ਨਹੀਂ ਚਾਹੀਦਾ, ਨੈਟ ਫੋਰਸ ਨਹੀਂ ਚਾਹੀਦਾ। ਇਸ ਲਈ ਜਿਹੜਾ ਇੰਜਨ ਦਾ ਲੱਗਣ ਵਾਲਾ ਫੋਰਸ ਆ ਉਹ ਬਿਲਕੁਲ ਫ੍ਰਿਕਸ਼ਨ ਦੇ ਬਰਾਬਰ ਹੀ ਹੁੰਦਾ ਹੈ। ਤੇ ਜੇ ਤੁਸੀਂ ਐਕਸਲਰੇਟ ਕਰਨਾ ਚਾਹੁੰਦੇ ਹੋ ਬੋਡੀ ਨੂੰ, ਟੂ ਐਕਸਲਰੇਟ ਦਾ ਕਾਰ ਬਾਈ ਐਕਸਲਰੇਸ਼ਨ A, ਤਾਂ ਤੁਹਾਡੇ ਇੰਜਨ ਦਾ ਜਿਹੜਾ ਲੱਗਣ ਵਾਲਾ ਫੋਰਸ ਹੈ, ਹੁਣ ਕਿਉਂਕਿ ਕਾਰ ਨੇ ਅਸਲ ਵਿੱਚ ਤਾਂ ਐਕਸਲਰੇਟ ਹੋਣਾ, ਇਹਨੂੰ ਕਈ ਤਰ੍ਹਾਂ ਸੋਚਿਆ ਜਾ ਸਕਦਾ। ਜਿਵੇਂ ਦੇਖੋ ਕਾਰ ਨੇ, ਮੈਂ ਥੋੜਾ ਸਮਝਾ ਦਿੰਦਾ ਇੱਥੇ ਇਕੁਏਸ਼ਨ ਕਿਵੇਂ ਬਣਦੀਆਂ ਨੇ। ਐਕਸਲਰੇਸ਼ਨ ਤਾਂ ਅੱਗੇ ਨੂੰ ਕਰਨੀ ਚਾਹੁੰਦੇ ਹੋ ਨਾ ਤੁਸੀਂ, ਇਹਦੇ ਕਰਕੇ, ਤਾਂ ਮਤਲਬ ਆ ਐਕਸਲਰੇਸ਼ਨ ਤੁਹਾਨੂੰ ਨੈਟ ਫੋਰਸ ਕਰਕੇ ਮਿਲਦੀ ਹੈ ਹਮੇਸ਼ਾ, ਨੈਟ ਫੋਰਸ ਕਰਕੇ। ਤੇ ਨੈਟ ਫੋਰਸ ਜਿਹੜਾ ਹੁੰਦਾ ਉਹ ਤਾਂ ਹੀ ਮਿਲੇਗਾ ਜੇ ਇੰਜਨ ਦਾ ਫੋਰਸ ਜ਼ਿਆਦਾ ਹੋਏਗਾ। ਪਹਿਲੀ ਗੱਲ ਤਾਂ ਇਹ ਕਿ ਇਹ ਤਾਂ ਹੋਏਗਾ ਜੇ ਇੰਜਨ ਦਾ ਫੋਰਸ ਜਿਹੜਾ ਲੱਗਣ ਵਾਲਾ ਆ ਉਹ ਜ਼ਿਆਦਾ ਹੈ ਫ੍ਰਿਕਸ਼ਨ ਨਾਲੋਂ। ਫਿਰ ਆਪਾਂ ਕਹਿੰਦੇ ਕਿੰਨਾ ਕੁ ਜ਼ਿਆਦਾ, ਉਹੀ ਤਾਂ ਨੈਟ ਫੋਰਸ ਹੈ, ਕਿੰਨਾ ਕੁ ਜ਼ਿਆਦਾ, ਉਹ ਕਹਿੰਦੇ ਇੰਨਾ ਕੁ ਜ਼ਿਆਦਾ, ਹਨਾ। ਤੇ ਆ ਜਿਹੜਾ ਜਿੰਨਾ ਕੁ ਜ਼ਿਆਦਾ ਆ ਇੰਜਨ ਦਾ ਫੋਰਸ ਆ, ਤੇ ਉਹ ਜਿਹੜਾ ਜ਼ਿਆਦਾ ਆ ਨੈਟ ਫੋਰਸ ਆ, ਇਹ ਨੈਟ ਫੋਰਸ ਕਿਹਦੇ ਬਰਾਬਰ ਹੁੰਦਾ, ਕਾਰ ਦਾ ਮਾਸ ਤੇ ਕਾਰ ਦੀ ਐਕਸਲਰੇਸ਼ਨ। ਤਾਂ ਤੇਰੇ ਇੰਜਨ ਨੂੰ ਕਿੰਨਾ ਫੋਰਸ ਲਾਣਾ ਪਏਗਾ, ਫ੍ਰਿਕਸ਼ਨ ਦੇ ਬਰਾਬਰ ਤਾਂ ਲਾਣਾ ਹੀ ਪਏਗਾ, ਪਲੱਸ ਜਿੰਨੀ ਐਕਸਲਰੇਸ਼ਨ ਚਾਹੁੰਦੇ ਹੋ ਉਹਨੂੰ ਮਾਸ ਨਾਲ ਗੁਣਾ ਕਰਕੇ ਜਿਹੜਾ ਫੋਰਸ ਲੋੜਿੰਦਾ ਆ ਉਹ ਨਾਲ ਲਾਣਾ ਪਏਗਾ। ਸੋ ਇੱਥੇ ਆਪਣੇ ਕੋਲ ਜਿਹੜਾ ਇੰਜਨ ਦਾ ਲੱਗਣ ਵਾਲਾ ਫੋਰਸ ਹੈ, ਜੇ ਬਾਡੀ ਨੂੰ ਐਕਸਲਰੇਟ ਵੀ ਕਰਨਾ ਆ, ਉਹ ਫ੍ਰਿਕਸ਼ਨ ਦੇ ਨਾਲ ਨਾਲ ਮਾਸ ਇਨਟੂ ਐਕਸਲਰੇਸ਼ਨ ਵੀ ਆਉਂਦਾ ਹੈ। ਇਹ ਹੈਗਾ ਜਦੋਂ ਐਕਸਲਰੇਟ ਕਰਦੇ ਆ, ਇਹ ਜਦੋਂ ਯੂਨੀਫਾਰਮ ਮੋਸ਼ਨ ਮੇਨਟੇਨ ਕਰਦੇ ਆ। ਗੱਲਾਂ ਬੜੀਆਂ ਜ਼ਰੂਰੀ ਨੇ, ਇਸ ਲਈ ਮੈਂ ਹੁਣੇ ਤੱਕ ਤੁਹਾਨੂੰ ਫ੍ਰਿਕਸ਼ਨ ਦੇ ਅਗੇਂਸਟ ਜਿਹੜਾ ਵਰਕ ਡਨ ਹੋਣਾ ਹੈ ਮਿਨੀਮਮ ਪੋਸੀਬਲ, ਜੋ ਜ਼ਰੂਰੀ ਹੈ ਬਾਡੀ ਨੂੰ ਜਸਟ ਮੂਵ ਕਰਨ ਲਈ ਵਿਦਆਊਟ ਐਕਸਲਰੇਸ਼ਨ, ਉਹਦੀ ਗੱਲ ਕਰ ਰਿਹਾ ਸੀ। ਨਾਲ ਐਮਏ ਉਦੋਂ ਜੁੜ ਜਾਇਆ ਕਰੂਗਾ ਜਦੋਂ ਬਾਡੀ ਨੂੰ ਐਕਸਲਰੇਟ ਕਰਨਾ ਹੋਏਗਾ। ਕਿਵੇਂ ਜੁੜ ਜਾਊਗਾ, ਇਵੇਂ ਜੁੜ ਜਾਊਗਾ। ਇਸ ਗੱਲ ਨੂੰ ਬਾਰ-ਬਾਰ ਲਿਖੋ, ਬਾਰ-ਬਾਰ ਸਮਝੋ, ਬਾਰ-ਬਾਰ ਕਨਫਿਊਜ਼ ਹੋਵੋ ਚਾਹੇ, ਤੇ ਬਾਰ-ਬਾਰ ਕਨਫਿਊਜ਼ ਹੋ ਕੇ ਮੈਨੂੰ ਫਿਰ ਪੁੱਛੋ, ਪਰ ਇਹ ਗੱਲਾਂ ਨੂੰ ਕਲੀਅਰ ਕੀਤੇ ਬਿਨਾਂ ਆਪਾਂ ਫਿਜ਼ਿਕਸ ਵਿੱਚ ਕੁਝ ਵੀ ਨਹੀਂ ਕਰ ਸਕਦੇ। ਆਪਾਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਅਪਲਾਈਡ ਫੋਰਸਿਸ ਤੇ ਬਾਕੀ ਤੋਂ ਮੌਜੂਦਾ ਪਹਿਲਾਂ ਤੋਂ ਹੀ ਫੋਰਸਿਸ ਕਿਵੇਂ ਇੰਟਰਫੇਅਰ ਕਰਦੇ ਨੇ ਚੀਜ਼ਾਂ ਦੇ ਵਿੱਚ, ਠੀਕ ਹੈ ਨਾ ਗੱਲ। ਇਸ ਲਈ ਮੈਂ ਤੁਹਾਡੀ ਬਿਲਕੁਲ ਸਟਾਰਟ ਅੱਜ ਮੈਂ ਕਾਮਨ ਸੈਂਸ ਤੋਂ ਕੀਤੀ ਕਿ ਤੁਸੀਂ ਦੱਸੋ ਕਿਹੜਾ ਔਖਾ ਹੋਏਗਾ ਕਿਹੜਾ ਸੌਖਾ ਹੋਏਗਾ ਕੰਮ, ਫਿਰ ਵਰਕ ਡਨ ਨੂੰ ਆਪਾਂ ਫਿਰ ਮੇਨਟੇਨ ਕਰਨ ਲਈ ਉਹਨਾਂ ਚੀਜ਼ਾਂ ਨੂੰ ਕੀਤਾ ਹੈ। ਹਾਂਜੀ, ਪਤਾ ਲੱਗ ਗਈ ਗੱਲ ਰਾਜਵੀਰ? ਹਾਂਜੀ ਸਰ। ਇਹ ਸਰ ਜੋ ਕਹਿ ਰਹੇ ਸੀ ਕਿ ਸਮਝ ਜੇ ਜਸਜੋਤ ਨੇ ਕੁਐਸਚਨ ਪੁੱਛਿਆ ਸੀ ਸਰ, ਉਹ ਕਿੱਦਾਂ ਸੀ ਸਰ ਕਿ ਉਹਦੇ ਕੱਲੀ ਫ੍ਰਿਕਸ਼ਨਲ ਫੋਰਸ ਹੀ ਰਹਿ ਜਾਂਦੀ ਹੈ, ਉਹ ਕਿੱਦਾਂ ਸੀ ਸਰ? ਤੁਸੀਂ ਇੰਜਨ ਬੰਦ ਕਰਤਾ, ਹੁਣ ਇੱਥੇ ਤਾਂ ਇੰਜਨ ਚੱਲ ਰਿਹਾ ਤਾਂ ਇਹਦੇ ਬਰਾਬਰ ਫ੍ਰਿਕਸ਼ਨ ਹੈਗਾ ਵਾ ਨਾ। ਹਾਂਜੀ ਸਰ। ਹਾਂ, ਐਕਸਲਰੇਟ ਕਰਨ ਵਾਲਾ ਕੇਸ ਤਾਂ ਇੱਧਰ ਆ। ਹੁਣ ਮੈਂ ਇਹ ਕਹਿ ਰਿਹਾ, ਮੰਨ ਲਾ ਤੂੰ ਇੰਜਨ ਹੀ ਬੰਦ ਕਰਤਾ, ਇੰਜਨ ਬੰਦ ਕਰਤਾ ਤਾਂ ਆ ਗਾਇਬ ਹੋ ਗਿਆ ਫੋਰਸ, ਹੈ ਕਿ ਨਹੀਂ? ਹਾਂਜੀ ਸਰ। ਹੁਣ ਕਿਹੜੀ ਰਹਿ ਗਈ ਇਕੱਲੀ? ਫ੍ਰਿਕਸ਼ਨ। ਤੇ ਫ੍ਰਿਕਸ਼ਨ ਨੇ ਫਿਰ ਕੀ ਕਰਨਾ, ਗੱਡੀ ਨੂੰ ਹੌਲੀ ਹੌਲੀ ਰੋਕ ਦੇਣਾ। ਆ ਗੱਲ ਕਰ ਰਹੀ ਸੀ। ਓਕੇ ਸਰ। ਠੀਕ ਆ।
ਇਹ ਗੱਡੀ ਨੂੰ ਤੋਰੀ ਰੱਖਣਾ ਤੁਸੀਂ 40 ਤੇ ਜਾਂ 60 ਤੇ, ਤਾਂ ਤੁਹਾਨੂੰ ਲਗਾਤਾਰ ਇੰਜਨ ਨੂੰ ਬਿਲਕੁਲ ਸਿਰਫ ਫ੍ਰਿਕਸ਼ਨ ਦੇ ਬਰਾਬਰ ਫੋਰਸ ਲਾਣਾ ਚਾਹੀਦਾ ਆ, ਤਾਂ ਕਿ ਬਰਾਬਰ ਕਰਕੇ ਨੈਟ ਫੋਰਸ 0 ਹੋ ਜਾਵੇ। ਸੋ ਕਾਫੀ ਵਧੀਆ ਰਿਹਾ ਮੈਨੂੰ ਅੱਜ ਦਾ, ਮੈਨੂੰ ਤਾਂ ਬੜਾ ਮਜ਼ਾ ਆਇਆ, ਪਤਾ ਨਹੀਂ ਤੁਹਾਨੂੰ ਆਇਆ ਕਿ ਨਹੀਂ ਆਇਆ। ਤੇ ਅੱਜ ਥਿਓਰੈਟੀਕਲੀ ਰਹਿ ਗਏ, ਆਪਾਂ ਗੱਲ ਕਰਦੇ, ਕੱਲ ਨੂੰ ਹੋਰ ਪ੍ਰੈਕਟੀਕਲ ਕਰਕੇ ਤੇ ਇਹਦੇ ਨਾਲ ਦੇ ਨਿਊਮੈਰੀਕਲਸ ਕੁਝ ਸੋਲਵ ਕਰਾਂਗੇ। ਤੁਸੀਂ ਵੀ ਕਰ ਸਕਦੇ ਹੋ ਸੋਲਵ, ਟਰਾਈ ਕਰ ਲਿਓ, ਸਾਰੇ ਕੁਝ ਹੋਣਾ ਸ਼ੁਰੂ ਹੋ। ਤੁਸੀਂ ਦੇਖੋਗੇ ਫਾਰਮੂਲੇ ਆਪਣੇ ਆਪ ਬਣਾਣੇ, ਬਸ ਮੈਨੂੰ ਦੇਖੋ ਹੁਣ ਕੋਈ ਵੀ ਫਾਰਮੂਲਾ ਯਾਦ ਨਹੀਂ ਹੈਗਾ, ਜਿਹੜੇ ਤੁਹਾਡੇ ਸਾਹਮਣੇ ਹੋਣੇ ਆ ਬਣਾਏ ਨੇ, ਮੈਂ ਬਣਾਏ ਨੇ ਤੁਹਾਡੇ ਸਾਹਮਣੇ। ਆ ਮੈਨੂੰ ਯਾਦ ਥੋੜੀ ਹੈ, ਮੈਂ ਯਾਦ ਥੋੜੀ ਰੱਖੂੰਗਾ, ਇਹਨੂੰ ਯਾਦ ਰੱਖੂੰਗਾ, ਫਿਰ ਇਹਨੂੰ ਯਾਦ ਰੱਖੂੰਗਾ, ਫਿਰ ਮੈਂ ਇਹਨੂੰ ਯਾਦ ਰੱਖੂੰਗਾ, ਬਸ ਆਹੀ ਕੰਮ ਰਹਿਣਾ ਫਿਰ ਤਾਂ ਮੈਨੂੰ। ਮੈਂ ਯਾਦ ਹੀ ਰੱਖਣ ਜੋਗਾ ਰਹਿਣਾ ਸਾਰਾ ਕੁਝ। ਯਾਦ ਕਿਉਂ ਰੱਖਣਾ, ਮੈਂ ਯਾਦ ਹੀ ਨਹੀਂ ਰੱਖਣਾ ਕੁਝ। ਜੋ ਸਿਚੁਏਸ਼ਨ ਹੋਏਗੀ ਦਿਮਾਗ ਵਿੱਚ ਰਫ ਦੇ ਵਿੱਚ ਸਾਈਡ ਤੇ, ਉਹ ਬਣਾਣੀ ਹੈ, ਬਾਰ-ਬਾਰ ਬਣਾ ਕੇ ਉਹਦਾ ਅਪਲਾਈਡ ਫੋਰਸ ਬਾਰ-ਬਾਰ ਕੱਢ ਦੇਣਾ ਹੈ, ਤੇ ਬਾਰ-ਬਾਰ ਕਰਕੇ ਉਹ ਕੰਮ ਹੋ ਜਾਏਗਾ। ਰੱਟਾ ਨਾ ਮਾਰਿਓ ਕਿਸੇ ਵੀ ਫਾਰਮੂਲੇ ਦਾ। ਰੱਟਾ ਮਰਵਾਣਾ ਹੁੰਦਾ ਤਾਂ ਮੈਂ ਤੁਹਾਨੂੰ ਹੁਣੀ ਕਿਤਾਬ ਦੇ 4 ਪੇਜ ਜੇ ਕੱਢ ਕੇ ਦਿਖਾ ਦਿੰਦਾ, ਮੈਂ ਤੁਹਾਨੂੰ ਕਹਿ ਦਿੰਦਾ ਬੱਚਿਓ ਇੱਥੋਂ ਲਿਖ ਲਿਓ ਤੇ ਯਾਦ ਕਰ ਲਿਓ, ਘੋਟਾ ਮਾਰ ਲਿਓ ਤੇ ਲਓ ਫਾਰਮੂਲੇ ਪੁੱਟ ਕਰਕੇ ਜਵਾਬ ਕੱਢ ਦਿਓ। ਇਹ ਨਹੀਂ ਕਰਨਾ ਆਪਾਂ ਕਨਵਿੰਸ ਹੋਏ ਬਿਨਾ ਕਰਨਾ ਹੀ ਨਹੀਂ ਕੰਮ। ਹੁਣ ਅੱਜ ਮੈਂ ਇਸ ਲਈ ਪਹਿਲਾ ਕੁਐਸਚਨ ਪਿਊਸ਼ ਦਾ ਲਿਆ ਕਿਉਂਕਿ ਉਹਦਾ ਸਵਾਲ ਜਾਇਜ਼ ਸੀ, ਉਹਦਾ ਸਵਾਲ ਇੱਕ ਉਹਦੇ ਵਿੱਚੋਂ ਆਇਆ ਸੀ, ਇਸ ਤਰ੍ਹਾਂ ਦਾ ਡਾਊਟ ਸੀ ਕਿ ਉਹ ਡਾਊਟ ਨੂੰ ਕਲੀਅਰ ਕੀਤੇ ਬਿਨਾ ਫ੍ਰਿਕਸ਼ਨ ਨੂੰ ਕਿਵੇਂ ਸਮਝਾਂਗੇ ਆਪਾਂ, ਹੈ ਨਾ। ਫ੍ਰਿਕਸ਼ਨ ਬਾਰੇ ਇਹਦਾ ਮਤਲਬ ਆਪਾਂ ਡਾਊਟਫੁਲ ਹੋ ਕੇ ਫ੍ਰਿਕਸ਼ਨ ਪਤਾ ਨਹੀਂ ਕੀ ਹੈ ਕਿਵੇਂ ਹੈ, ਹੁਣ ਆਪਾਂ ਨੂੰ ਫ੍ਰਿਕਸ਼ਨ ਬਾਰੇ ਪਤਾ ਹੈ। ਸੋ ਇਸ ਲਈ ਉਹ ਜਿਹੜੇ ਜ਼ਰੂਰੀ ਡਾਊਟ ਨੇ ਥਿਓਰੈਟੀਕਲ ਮੈਂ ਨਾਲ ਜ਼ਰੂਰ ਲੈਣਾ ਵਾ ਤੁਹਾਡੇ ਆਪਣੇ ਆਪ। ਬਾਕੀ ਤੁਹਾਡੇ ਗਰੁੱਪ 'ਚ ਕਈ ਵਾਰ ਸਾਰੇ ਰਿਪਲਾਈ ਮੈਂ ਨਹੀਂ ਦੇ ਪਾਉਂਦਾ। ਕੱਲ ਬਹੁਤ ਟਾਈਮ ਬਾਅਦ ਮੈਂ ਇੱਕ ਸੰਡੇ ਥੋੜਾ ਜਿਹਾ ਰਿਲੈਕਸ ਸੀ, ਨਹੀਂ ਤਾਂ ਮੈਂ ਕੰਮ ਹੀ ਕਰ ਰਿਹਾ ਮੈਂ ਹਰ ਸੰਡੇ। ਸੋ ਕੋਸ਼ਿਸ਼ ਕਰਿਓ ਕਿ ਹੁਣ ਇਹਨੂੰ ਚੀਜ਼ ਨੂੰ ਮੇਨਟੇਨ ਰੱਖਿਓ, ਪੇਸ ਨੂੰ ਆਪਣੇ ਨੂੰ। ਕੱਲ ਨੂੰ ਮੈਂ ਫ੍ਰਿਕਸ਼ਨ ਦਾ ਅਗਲਾ ਪਾਰਟ ਤੇ ਪਲੱਸ ਇਹਦੇ ਨਿਊਮੈਰੀਕਲਸ ਸਾਰੇ ਵਧੀਆ ਤਰ੍ਹਾਂ ਡਿਸਕਸ ਕਰਾਉਂਗਾ, ਪਰ ਤੁਸੀਂ ਥਿਓਰੀ ਚੰਗੀ ਤਰ੍ਹਾਂ ਕਲੀਅਰ ਕਰ ਲਓ। ਇਸ ਤੋਂ ਪਹਿਲਾਂ ਵਾਲਾ ਫ੍ਰਿਕਸ਼ਨ ਪੂਰਾ ਕਲੀਅਰ ਕਰ ਲਓ ਤੇ ਆ ਕਰ ਲਓ, ਤੇ ਨਾਲ ਦੇ ਨਾਲ NCERT ਕਰਨੀ ਹੈ, ਇਹਦੀ ਨਾਲ ਹੀ ਕਰਨੀ ਹੈ। ਲਾਜ਼ ਆਫ ਮੋਸ਼ਨ ਦੀ NCERT ਮੈਨੂੰ ਤੁਹਾਡੀ ਪੂਰੀ ਸੋਲਵ ਚਾਹੀਦੀ ਆ, ਤੇ ਉਹਦੀ ਪ੍ਰੋਬਲਮਸ ਆਪਾਂ ਲੈ ਲਾਂਗੇ 2 ਦਿਨ ਬਾਅਦ, ਜਦੋਂ ਇਹ ਪੂਰਾ ਖਤਮ ਹੋ ਜਾਏਗਾ ਫਿਰ ਆਪਾਂ ਪ੍ਰੋਬਲਮਸ ਲਵਾਂਗੇ ਉਹਦੀ। ਠੀਕ ਹੈ ਜੀ, ਥੈਂਕ ਯੂ। Thank you, sir. Thank you.